ਸਵਾਗਤ ਜੀ ਇੱਕ ਵਾਰ ਫਿਰ ਤੋਂ ਤੇ ਹਾਜ਼ਰੀਆਂ ਵੀ ਸਾਡੀਆਂ ਕਬੂਲ ਪ੍ਰਵਾਨ ਕਰ ਲੈਣਾ। ਪ੍ਰੋਗਰਾਮ ਉਹੀ ਹੈ ਜੀ, ਪ੍ਰਾਈਮ ਫੋਕਸ ਚੈਨਲ ਵੀ ਉਹੀ, ਪ੍ਰਾਈਮ ਏਸ਼ੀਆ TV। ਅਤੇ ਪੰਜਾਬ ਦੇ ਵਿੱਚ ਕੁਛ ਪਤਾ ਨਹੀਂ ਜੀ ਵੀ ਜਿਹੜਾ ਬੰਦਾ ਇਸ ਵਕਤ ਜੇ ਦਿਲ ਹੈਗਾ ਸਾਡੇ ਗੱਲ ਕਰਦਿਆਂ ਉੱਧਰ ਰਹੇ ਨਾ ਰਹੇ, ਕੱਲ੍ਹ ਤੱਕ ਉੱਧਰ ਰਹੇ ਨਾ ਰਹੇ, ਜਾਂ ਜਿਹੜਾ ਬੰਦਾ ਕੱਲ੍ਹ ਤੱਕ ਕਿਸੇ ਪਾਰਟੀ ਸੀਗਾ ਅੱਜ ਉਹ ਕਿਸੇ ਹੋਰ 'ਚ ਜਾ ਵੜੇ, ਤੇ ਕੋਈ ਗਰੰਟੀ ਨਹੀਂ ਭਾਈ ਸਾਹਿਬ। ਇਸ ਕਰਕੇ ਅੱਜ ਜਿਹੜੀਆਂ ਬੀਬੀਆਂ ਨੇ ਉੱਧਰ ਸੂਟ ਸਾਟ ਵੀ ਦੇਖਣ ਜਾਣਾ, ਤੇ ਹੋ ਸਕਦਾ ਵੀ ਦੁਕਾਨ ਵਾਲਾ ਵੀ ਆ ਕੇ ਵੀ ਭੈਣ ਜੀ ਹਫ਼ਤੇ ਤੱਕ ਅਸੀਂ ਵਟਾ ਲਵਾਂਗੇ, ਪਰ ਇੱਧਰ ਤਾਂ ਉਹ ਆਂਦੇ ਹਫ਼ਤੇ ਦੀ ਵੀ ਲੋੜ ਨਹੀਂ ਹੈਗੀ, ਰਾਤੋਂ ਰਾਤ ਹੀ ਕੰਮ ਨਿਕਲ ਜਾਂਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਕਿ ਸਿਆਸਤ ਦੇ ਵਿੱਚ ਕਿਵੇਂ ਇੱਕ ਦੂਸਰੇ ਪਾਸੇ ਪਲਾਕੀਆਂ ਵੱਜ ਰਹੀਆਂ ਨੇ। ਨਾਲ ਵੀਰ ਪਰਮੀਰ ਬਾਠ, ਹਜ਼ੂਰ ਬਾਠ ਸਾਹਿਬ ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਾਓ ਸਿਹਤਾਂ? ਬਿਲਕੁਲ ਠੀਕ ਹੈ ਜੀ। ਬੱਲ ਬਾ ਠੀਕ ਹੈ। ਵੇਖੋ ਵਾਲ ਜਿਹੜੇ ਨਾ ਉਹ ਰਹਿਣੇ ਚਾਹੀਦੇ, ਕਿਸੇ ਦਿਨ ਕਢਾ ਦੇਣੇ ਤੁਹਾਡੇ ਕਿਸੇ ਨੇ। ਨਹੀਂ, ਵੱਲ ਤਾਂ ਐਤਕੀ ਲੋਕਾਂ ਨੇ ਆਪੇ ਹੀ ਕੱਢਦੇ ਨੇ, ਜਿਨ੍ਹਾਂ ਦੇ ਕੱਢਣੇ ਆ, ਕਈਆਂ ਦੇ ਕੱਢਣੇ ਸ਼ੁਰੂ ਕਰਤੇ ਉਹਨਾਂ ਨੇ। ਆਹ ਨਹੀਂ, ਇਹ ਤਾਂ ਗੱਲ ਹੈਗੀ ਆ, ਪਰ ਗੱਲ ਸਭ ਤੋਂ ਜਿਹੜੀ ਜ਼ਿਆਦਾ ਵਿਚਾਰਨ ਵਾਲੀ ਹੈ ਨਾ, ਉਹ ਇਹ ਹੈ ਕਿ ਵੀ ਪਹਿਲਾਂ ਹੀ ਮਾਣ ਨਹੀਂ ਸੀ ਕੰਮ ਵੀ ਮਤਲਬ ਸਿਆਸਤ ਦੇ ਵਿੱਚ ਪਲਾਕੀਆਂ, ਹੁਣ ਤੇ 6 ਦਿਨ ਹੋਰ ਮਿਲ ਗਏ ਸੁੱਖ ਨਾਲ। ਨਹੀਂ ਦੇਖੋ, ਇਹ ਜਿਹੜਾ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਨਾ, ਉਹਦੇ ਨਾਲ ਕਈ ਤਾਂ ਕਹਿੰਦੇ ਆ ਕਿ ਭਾਈ ਬਹੁਤ ਵਧੀਆ ਹੋ ਗਿਆ, ਜਿਹੜੇ ਲੇਟ ਸੀਗੇ ਮੁਹਿੰਮ ਤੋਂ ਕਿ ਸਾਨੂੰ 6 ਦਿਨ ਹੋਰ ਮਿਲ ਗਏ। ਕਈਆਂ ਨੇ ਵੇਲੇ ਸਿਰ ਹੀ ਕੰਮ ਸ਼ੁਰੂ ਕੀਤਾ, ਉਹਨਾਂ ਲੱਗਦਾ 6 ਦਿਨ ਹੋਰ ਲੋਕਾਂ ਨੂੰ ਆਖਾਂਗੇ ਕੀ, ਕਿਉਂਕਿ ਕਹਿਣ ਨੂੰ ਕੁਛ ਨਹੀਂ। ਕਿੰਨੀ ਕੁ ਦੇਰ ਕਹੀ ਜਾਵਾਂਗੇ ਜੀ ਤੁਹਾਡੇ ਕਹੇ ਬਦਲੀਆਂ ਕਰਾਂਗੇ, ਤੁਹਾਡੇ ਨਿੱਕੇ ਨੇ ਨੌਕਰੀ 'ਤੇ ਲਵਾ ਦਿਆਂਗੇ, ਕਿਉਂਕਿ ਉਹਨਾਂ ਦੇ ਕੋਲ ਕੋਈ ਠੋਸ ਗੱਲ ਨਹੀਂ ਨਾ ਹੈਗੀ। ਕਈਆਂ ਨੇ 6 ਦਿਨ ਲੱਗਦਾ ਕਿ ਬਹੁਤ ਵਧੀਆ, ਕਈਆਂ ਨੂੰ ਲੱਗਦਾ ਯਾਰ 6 ਦਿਨ ਹੋਰ ਝੂਠ ਬੋਲਣਾ ਪੈਣਾ। ਔਖਾ, ਪੂਰਾ ਔਖਾ। ਤਾਂ ਚਲੋ ਆਪਾਂ ਤਾਂ ਪਹਿਲਾਂ ਇਸ ਚੀਜ਼ ਦੀ ਜ਼ਿਕਰ ਕਰ ਲੈਂਦੇ ਹਾਂ, ਕਿਉਂਕਿ ਡਿਮਾਂਡ ਇੱਕ ਵਾਰ ਉੱਠੀ ਅਤੇ ਡਿਮਾਂਡ ਜੈਨੂਅਨ ਸੀਗੀ। ਹੌਲੀ ਹੌਲੀ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ, ਈਵਨ ਬਹੁਤ ਸਾਰੇ ਲੋਕਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਵੀ ਇਹ ਤਰੀਕ ਜਿਹੜੀ ਠੀਕ ਨਹੀਂ ਆ, ਇਹਨੂੰ ਅੱਗੇ ਕੀਤਾ ਜਾਵੇ। ਅਤੇ ਮਾਣਯੋਗ ਚੋਣ ਕਮਿਸ਼ਨ ਵੱਲੋਂ ਜੇ ਉਹ ਸਾਰੇ ਕੁਛ ਨੂੰ ਖਿਆਲ 'ਚ ਰੱਖਦਿਆਂ, ਧਿਆਨ 'ਚ ਰੱਖਦਿਆਂ 14 ਤੋਂ 20 ਫਰਵਰੀ ਕਰ ਦਿੱਤੀ ਗਈ ਹੈ, ਅਤੇ ਵਧੀਆ ਗੱਲ ਹੈ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਜੇ ਚੋਣ ਦੀ ਤਰੀਕ ਨਾ ਬਦਲੀ ਜਾਂਦੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਪੈਣੋਂ ਰਹਿ ਜਾਣੀਆਂ ਸੀ, ਖਾਸ ਤੌਰ 'ਤੇ ਦੁਆਬੇ ਦੇ ਵਿੱਚੋਂ ਬਹੁਤ ਫਰਕ ਪੈਣਾ ਸੀ। ਹੁਣ ਕੋਈ ਕਿਸੇ ਤਰੀਕੇ ਚੇਤੇ ਕਰੇ, ਕੋਈ ਕਿਸੇ ਤਰੀਕੇ ਕਰੇ, ਪਰ ਇਸ ਗੱਲ ਦਾ ਸਭ ਤੋਂ ਵੱਧ ਫਿਕਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੀ। ਤੁਸੀਂ ਇਹ ਦੇਖੋ ਕਿ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਭਗਤ ਗੁਰੂ ਰਵਿਦਾਸ ਜੀ ਦੀ। ਜਦੋਂ ਬਾਣੀ ਦਰਜ ਹੈ ਤਾਂ ਉੱਥੇ ਫਿਰ ਬਨਾਰਸ ਜਾਂਦੇ ਨੇ ਬਹੁਤ ਸਾਰੇ ਲੋਕ, ਇੱਥੋਂ ਤੱਕ ਕਿ ਦੁਆਬੇ ਦੇ ਵਿੱਚੋਂ ਤਾਂ ਇੱਕ ਵਿਸ਼ੇਸ਼ ਰੇਲ ਗੱਡੀ ਤੁਰਦੀ ਹੈ, ਅਤੇ ਉਹ ਹਫ਼ਤੇ ਕੁ ਬਾਅਦ ਮੈਨੂੰ ਲੱਗਦਾ ਮੁੜਦੀ ਹੋਣੀ ਆ। ਤਾਂ ਫਿਰ ਜੇ ਲੋਕਾਂ ਦੀਆਂ ਵੋਟਾਂ ਰਹਿ ਜਾਂਦੀਆਂ ਔਖਾ ਸੀ। ਵੈਸੇ ਵੀ ਕਿਹੜਾ ਸਟਾਂਪ 'ਤੇ ਲਿਖ ਕੇ ਦਿੱਤਾ ਸੀ ਕਿ ਜੇ ਇਸ ਦਿਨ ਨਾ ਪਈਆਂ ਤਾਂ ਪੈਣੀਆਂ ਨਹੀਂ। ਚੋਣ ਕਮਿਸ਼ਨ ਨੇ ਬਹੁਤ ਵਧੀਆ ਫੈਸਲਾ ਕੀਤਾ, ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਹੈ ਕਿ ਸਾਡੇ ਰਾਜਨੀਤਿਕ ਲੀਡਰ ਬਾਜ਼ ਨਹੀਂ ਆਉਂਦੇ। ਤੁਸੀਂ ਇਹ ਦੇਖੋ ਕਿ ਚੋਣ ਕਮਿਸ਼ਨ ਨੇ ਕਹਿ ਦਿੱਤਾ ਕਿ ਠੀਕ ਹੈ, ਜੇ 16 ਤਰੀਕ ਨੂੰ ਉੱਥੇ ਸਮਾਗਮ ਹੈ, 14 ਨੂੰ ਵੋਟਾਂ ਹੈ, 4-5 ਦਿਨ ਪਹਿਲਾਂ ਬਹੁਤ ਸਾਰੇ ਸ਼ਰਧਾਲੂ ਬਨਾਰਸ ਚਲੇ ਜਾਂਦੇ ਆ, ਤੇ ਆਪਾਂ 6 ਦਿਨ ਅੱਗੇ ਪਾ ਦਿੰਦੇ ਹਾਂ, ਆਪਾਂ ਹਰ ਇੱਕ ਨੂੰ ਵੋਟ ਦੇ ਅਧਿਕਾਰ ਦਾ ਹੱਕ ਦੇਣਾ ਹੈ। ਉਹ ਇੱਕ ਜੈਨੂਅਨ ਗੱਲ ਸਮਝ ਆਉਂਦੀ ਹੈ, ਕੰਸਰਨ। ਪਰ ਦੂਸਰੇ ਪਾਸੇ ਪਹਿਲਾਂ ਤਾਂ ਹਰ ਇੱਕ ਸਿਆਸੀ ਪਾਰਟੀ ਦੇ ਵਿੱਚ ਕਾਹਲੀ ਇਹ ਦੌੜ ਲੱਗੇ, ਅਸੀਂ ਕਿਹਾ ਜੀ, ਅਸੀਂ ਚਿੱਠੀ ਪਾਤੀ ਜੀ, ਅਸੀਂ ਈਮੇਲ ਕਰਤੀ, ਸਾਰਿਆਂ ਨੇ ਕਿਹਾ ਧੰਨਵਾਦ। ਪਰ ਜਦੋਂ ਚੋਣ ਅੱਗੇ ਪੈ ਗਈ, ਉਹਦੇ ਤੋਂ ਬਾਅਦ ਵੀ ਜਿਸ ਤਰੀਕੇ ਪ੍ਰੈਸ ਕਾਨਫਰੰਸਾਂ ਹੋਈਆਂ, ਪ੍ਰੈਸ ਨੋਟ ਜਾਰੀ ਕੀਤਾ ਗਿਆ ਜੀ, ਮੈਂ ਕਿਹਾ, ਇੱਕ ਸ਼ਖਸ ਕਹਿੰਦੇ ਜੀ ਸਭ ਤੋਂ ਪਹਿਲਾਂ ਮੈਂ ਕਿਹਾ, ਦੂਸਰੇ ਕਹਿੰਦੇ ਜੀ ਅਸੀਂ ਜਾ ਕੇ ਕਹਿ ਕੇ ਆਏ, ਤੀਸਰੇ ਕਹਿੰਦੇ ਜੀ ਅਸੀਂ ਤਾਂ 2 ਵਾਰੀ ਕਿਹਾ। ਯਾਨੀ ਅਜੇ ਵੀ ਵੋਟਰਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਮੇਰੇ ਕਰਕੇ, ਵੀ ਮੇਰੇ ਤੋਂ ਵੱਡਾ ਹੇਜਲਾ ਕੋਈ ਨਹੀਂ। ਅਤੇ ਜੇ ਤੁਸੀਂ ਗੁਰੂ ਦੇ ਨਾਂ 'ਤੇ, ਭਗਤਾਂ ਦੇ ਨਾਂ 'ਤੇ, ਜਿਨ੍ਹਾਂ ਨੇ ਬਾਣੀ ਰਚੀ ਉਹਨਾਂ ਦੇ ਨਾਂ ਦੇ ਉੱਤੇ ਵੀ ਵੋਟਾਂ ਵਾਲਾ ਪਤੀਲਾ ਭਰਨਾ ਚਾਹੁੰਦੇ ਹੋ ਤਾਂ ਭਾਈ ਅਗਲਿਆਂ ਢੱਕਣ ਨਹੀਂ ਦੇਣਾ। ਉਹ ਤਾਂ ਇਹੀ ਤਾਂ ਚੱਕਰ ਹੈ ਨਾ, ਪਰ ਇਸ ਚੀਜ਼ ਨੂੰ ਕੱਢਿਆ ਨਹੀਂ ਜਾ ਸਕਦਾ WhatsApp ਵਿੱਚੋਂ, ਕਿਉਂਕਿ ਇੱਦਾਂ ਇਹ ਚੀਜ਼ ਰਲਗੱਡ ਹੋ ਗਈ ਆ। ਫਿਰ ਉਹਨਾਂ ਨੂੰ ਇਹ ਜਾਪਦਾ ਵੀ ਜੇ 2 ਵੋਟਾਂ ਵੀ ਇੱਦਾਂ ਪੈ ਗਈਆਂ ਮੈਨੂੰ, ਵੀ ਅਗਲਾ ਆਖੇ ਵੀ ਹਾਂ ਵੀ ਇਹਨੇ ਕਿਹਾ ਸੀ ਤਾਂ ਕਰਕੇ ਅਸੀਂ ਇਹਨੂੰ ਵੋਟ ਪਾਉਣੀ ਆ ਅਤੇ ਮੇਰਾ ਪਾਰ ਉਤਾਰਾ ਹੋ ਜਾਣਾ, ਉਹ ਆਪਣੇ ਹਿਸਾਬ ਨਾਲ ਦੇਖਦੇ ਆ ਨਾ। ਇਸ ਕਰਕੇ ਚਲੋ, ਪਰ ਜੋ ਵੀ ਹੋ ਗਿਆ, ਜਿਵੇਂ ਹੋ ਗਿਆ ਵਧੀਆ ਹੋਇਆ ਜੀ। ਇਹਨੂੰ ਆਪਾਂ, ਮੇਰਾ ਖਿਆਲ ਵੀ ਹੁਣ ਆਪਾਂ ਇਹਨੂੰ ਕਿੰਤੂ ਪਰੰਤੂ ਕਰਾਂਗੇ ਅਤੇ ਉਹ ਸਗੋਂ ਉਹਨਾਂ ਦੀ ਗੱਲ ਨੂੰ ਅੱਗੇ ਵਧਾਉਣ ਵਾਲੀ ਗੱਲ ਹੋ ਜਾਣੀ, ਵੀ ਉਹ ਤਾਂ ਅੱਗੇ ਭਾਲਦੇ ਨੇ ਵੀ ਇੱਥੇ ਹੋਰ ਡਿਸਕਸ਼ਨ ਕਰੋ ਜੀ, ਹੈ ਨਾ। ਸੋ ਇਹ ਨਿਬੜ ਗਿਆ ਕੰਮ। ਇਹਦਾ ਮਤਲਬ ਇਹ ਹੋ ਗਿਆ ਵੀ 14 ਤਰੀਕ ਨੂੰ ਹੁਣ ਵੋਟਾਂ ਪੈਣੀਆਂ। ਹਾਂ, ਪਰ ਉਹਦੇ ਤੋਂ ਪਹਿਲਾ ਪ੍ਰੋਸੈਸ ਜਿਹੜਾ ਪਹਿਲਾਂ ਸਿਆਸੀ ਪਾਰਟੀਆਂ ਕਾਹਲੀਆਂ ਬੜੀਆਂ ਸੀ, ਆਪਾਂ ਨੂੰ ਲੱਗਦਾ ਸੀ ਕਿ ਭਾਜਪਾ, ਢੀਂਡਸਾ ਵਾਲੇ, ਕੈਪਟਨ ਸਾਹਿਬ ਵਾਲੇ, ਕਿਸਾਨ ਮੋਰਚੇ ਵਾਲੇ, ਉਹ ਲੇਟ ਬਹੁਤ ਨੇ, ਪਰ ਉਹਨਾਂ ਨੂੰ ਦਿਨ ਮਿਲ ਗਿਆ। ਕਿੱਥੇ ਤਾਂ 21 ਤਰੀਕ ਤੋਂ ਕਾਗਜ਼ ਦਾਖਲ ਹੋਣੇ ਸੀ, ਹੁਣ 25 ਤੋਂ ਹੋਣੇ ਆ। 25 ਤੋਂ ਲੈ ਕੇ 1 ਫਰਵਰੀ ਤੱਕ ਉਹਨਾਂ ਦੇ ਕੋਲੇ ਸਮਾਂ ਹੈਗਾ ਕਿ ਕਾਗਜ਼ ਪੱਤਰ ਤਿਆਰ ਕਰ ਲੈਣ, ਉਮੀਦਵਾਰਾਂ ਦੀਆਂ ਸੂਚੀਆਂ ਦਾ ਹਿਸਾਬ ਕਿਤਾਬ ਲਾ ਲੈਣ, ਛਾਲਾਂ ਛੁਲਾਂ ਮਾਰਨ ਵਾਲੇ ਨੂੰ ਟਾਈਮ ਮਿਲ ਗਿਆ। ਫਿਰ
2 ਤਰੀਕ ਨੂੰ ਕਾਗਜ਼ ਪੱਤਰਾਂ ਦੀ ਜਾਂਚ ਹੋਣੀ ਹੈ, 4 ਤਰੀਕ ਤੱਕ ਉਹ ਵਾਪਸ ਲੈ ਜਾ ਸਕਦੇ ਹੋਣੇ ਆ, 18 ਤਰੀਕ ਸ਼ਾਮ ਤੱਕ ਪ੍ਰਚਾਰ ਹੋਣਾ, 20 ਫਰਵਰੀ ਨੂੰ ਵੋਟਾਂ, ਪਰ ਨਤੀਜਾ ਉਸੇ ਦਿਨ ਹੀ ਹੈ। ਹਾਂ, ਨਤੀਜਾ 10 ਮਾਰਚ ਪੱਕੀ ਹੈ। ਪਰ ਇਹਦੇ ਨਾਲ ਇੱਕ ਫਾਇਦਾ ਤੇ ਹੋ ਗਿਆ ਵੀ ਜਿਹੜਾ ਅੱਗੇ 14 ਨੂੰ ਵੋਟਾਂ ਪਾ ਕੇ ਤੇ 10 ਨਹੀਂ ਸੀ ਆਉਣ ਚਾਉਣੀ, ਉਹ ਹੁਣ ਇਹ ਆ ਵੀ 20 ਨੂੰ ਪੈ ਜਾਣਗੀਆਂ, ਥੋੜੇ ਜਿਹਾ ਹੋਰ 6 ਦਿਨ ਥੋੜਾ ਜਿਹਾ ਧੜਕੂ ਜਿਹਾ ਜਿਹੜਾ ਲੱਗਣਾ ਸੀ ਉਹ ਥੋੜਾ ਜਿਹਾ ਘਟ ਗਿਆ। ਈਵੀਐਮ ਮਸ਼ੀਨਾਂ ਦੀ ਚੌਕੀਦਾਰੀ ਕਰਨੀ ਥੋੜੇ ਜਿਹੇ ਦਿਨ ਘਟ ਗਏ, ਥੋੜੇ ਜਿਹੇ ਦਿਨ ਘਟ ਗਿਆ। ਨਹੀਂ ਤੇ ਉਹਦੀ ਪਿਛਲੀ ਵਾਰ ਜਦੋਂ ਤੰਬੂ ਲੱਗੇ ਸੀ ਐਤਕੀ ਵੀ ਤੇ ਲੱਗਣੀ ਆ ਜੀ, ਕਿਉਂਕਿ ਕਈਆਂ ਵੈਸੇ ਐਤਕੀ ਬੜੀ ਹੈਰਾਨੀ ਵਾਲੀ ਗੱਲ ਆ ਵੀ ਇਹ ਚਰਚਾ ਜੇ ਚੱਲੀ ਨਹੀਂ ਬਹੁਤੀ, ਨਹੀਂ ਤੇ ਵੋਟਾਂ ਦੇ ਇੰਨੇ ਕੁ ਦਿਨ ਰਹਿੰਦੇ ਆ ਪਹਿਲਾਂ ਚੱਲਣ ਲੱਗ ਪੈਂਦੇ ਹੁੰਦੇ, ਸਾਨੂੰ ਯਕੀਨ ਨਹੀਂ ਹੈਗਾ, ਆਹ ਦੇਖੋ ਫਲਾਣੇ ਥਾਂ ਦੇ ਉੱਪਰ RTI ਪਾਈ ਸੀ, ਇੰਨੇ ਲੱਖ ਮਸ਼ੀਨਾਂ ਦਾ ਹਿਸਾਬ ਨਹੀਂ ਰਲਦਾ, ਇੰਨੇ ਲੱਖ ਮਸ਼ੀਨਾਂ ਦਾ ਬਿੱਲ ਨਹੀਂ ਰਲਦਾ। ਐਤਕੀ ਕਿਸੇ ਨੇ ਗੱਲ ਕੀਤੀ ਨਹੀਂ। ਦੇਖੋ ਸੰਧਾਲੀਆ ਜੀ, ਗੱਲ ਇਹ ਆ ਕਿ ਇਹ ਨਹੀਂ ਪਤਾ ਕਿ ਕਿਹਨੂੰ ਕਿਹੜੀ ਮਸ਼ੀਨ ਤੇ ਯਕੀਨ ਹੈਗਾ ਕਿ ਨਹੀਂ ਹੈਗਾ, ਪਰ ਐਤਕੀ ਬਹੁਤੇ ਲੀਡਰਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਨੂੰ ਉਹਨਾਂ ਤੇ ਯਕੀਨ ਘੱਟ ਹੀ ਕਿਉਂਕਿ ਮਸ਼ੀਨਾਂ ਵਾਲੀ ਗੱਲ ਤਾਂ ਦੂਸਰੇ ਸਟੈਪ 'ਚ ਆਉਂਦੀ ਆ ਨਾ, ਕਿਉਂਕਿ ਜੋ ਹਾਲਾਤ ਐਤਕੀ ਲੀਡਰਸ਼ਿਪ ਦੇ ਹੋ ਰਹੇ ਆ, ਜਿੱਦਾਂ ਲੋਕ ਸਵਾਲ ਪੁੱਛ ਰਹੇ ਆ। ਮੈਂ ਥੋੜ੍ਹੀ ਜਿਹੀ ਗੱਲ ਪਿੱਛੇ ਜੋੜ ਕੇ ਕਰਦਾ ਕਿ ਜਿਸ ਤਰੀਕੇ ਬਨਾਰਸ ਦੇ ਨਾਲ ਜੋੜ ਕੇ ਇਲੈਕਸ਼ਨ ਅੱਗੇ ਪਾਈ ਗਈ ਹੈ, ਮੈਨੂੰ ਕਿਰਤ ਦਾ ਚੇਤਾ ਆ ਗਿਆ, ਕਿਉਂਕਿ ਕਿਰਤ ਦੇ ਨਾਲ ਜਿੰਨਾ ਵੱਡਾ ਸੰਬੰਧ ਉਹਨਾਂ ਦਾ ਹੈ ਉਨਾ ਤਾਂ ਕਿਸੇ ਦਾ ਵੀ ਨਹੀਂ ਹੋਣਾ। ਹੁਣ ਕਿਰਤ ਦੇ ਨਾਲ ਹੀ ਖੇਤੀ ਜੁੜਦੀ ਹੈ, ਕਿਰਤ ਦੇ ਨਾਲ ਹੀ ਖੇਤ ਮਜ਼ਦੂਰ ਜੁੜਦਾ ਹੈ। ਪੰਜਾਬ ਦੇ ਵਿੱਚੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਹਰ ਇੱਕ ਸਿਆਸੀ ਪਾਰਟੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਮਜ਼ਦੂਰਾਂ ਦੇ ਨਾਲ ਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿੰਨਾ ਹੋ ਹੱਲਾ ਕੀਤਾ, ਅਗਲਿਆਂ ਨੇ ਨੇੜੇ ਨਹੀਂ ਲੱਗਣ ਦਿੱਤੇ ਸੀ। ਪਰ ਯੂਪੀ ਜਿੱਥੇ ਕਿ ਕਿਸਾਨ ਅੰਦੋਲਨ ਬਾਅਦ 'ਚ ਸ਼ੁਰੂ ਹੋਇਆ, ਉੱਥੋਂ ਦੀ ਇੱਕ ਸਿਆਸੀ ਪਾਰਟੀ ਸਮਾਜਵਾਦੀ ਪਾਰਟੀ ਨੇ ਕਹਿ ਦਿੱਤਾ ਕਿ ਯੂਪੀ ਦੇ ਲੋਕੋ ਸਾਡੀ ਸਰਕਾਰ ਬਣਾਓ, ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਹਰ ਇੱਕ ਫਸਲ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ MSP ਦਿਆਂਗੇ। ਦੇਣਗੇ ਨਹੀਂ ਦੇਣਗੇ, ਵਾਅਦਾ ਖਿਲਾਫੀ ਕਰਨਗੇ, ਉਹ ਬਾਅਦ ਦੀਆਂ ਗੱਲਾਂ ਨੇ। ਘੱਟੋ ਘੱਟ ਇੱਕ ਧਿਰ ਨੇ ਇਹ ਤਾਂ ਕੀਤਾ, ਪੰਜਾਬ ਦੀ ਇੱਕ ਵੀ ਸਿਆਸੀ ਧਿਰ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਅਸੀਂ ਸਾਰੀਆਂ ਫਸਲਾਂ ਦੇ ਉੱਤੇ MSP ਦੇਵਾਂਗੇ। ਹਾਂ, ਇਹ ਜ਼ਰੂਰ ਸੁਣਦੇ ਆ, ਸੂਬਾ ਕਿੱਥੋਂ ਦੇ ਸਕਦਾ ਜੀ, ਸੂਬੇ ਦਾ ਤਾਂ ਫਿਰ ਬਹੁਤ ਔਖਾ ਜੀ। ਯੂਪੀ 'ਚੋਂ ਤਾਂ NRI ਵੀ ਨਹੀਂ ਬਹੁਤੇ ਬਾਹਰ ਗਏ, ਉਹ ਜਿਨ੍ਹਾਂ ਨੂੰ ਉਹ ਕਹਿ ਸਕਣ ਕਿ ਆਓ ਭਾਈ ਸਾਡੇ ਸੂਬੇ ਦੇ ਵਿੱਚ ਤੁਸੀਂ ਨਿਵੇਸ਼ ਕਰੋ। ਪੰਜਾਬ ਕੋਲ ਤਾਂ ਸੁੱਖ ਨਾਲ ਪ੍ਰਵਾਸੀਆਂ ਦੀ ਗਿਣਤੀ ਬਥੇਰੀ ਹੈ, ਜੇ ਇਹ ਚੰਗੇ ਤਰੀਕੇ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਕਰਾ ਸਕਣ ਕਿ ਥੋੜ੍ਹਾ ਜਿਹਾ ਪਾਓ ਤੁਸੀਂ ਵੀ ਆਓ। ਜਾਣੀ ਕਿ ਜਿੱਥੇ ਪੰਜਾਬ ਦੇ ਨਾਲੋਂ ਬਹੁਤ ਘੱਟ ਆ, ਉੱਥੋਂ ਦੀ ਇੱਕ ਸਿਆਸੀ ਪਾਰਟੀ ਅੱਗੇ ਆ ਗਈ ਆ, ਦੇਖਾ ਦੇਖੀ ਬਾਕੀ ਵੀ ਆ ਜਾਣਗੀਆਂ। ਸਾਡਿਆਂ ਨੇ ਜੇ ਤੋੜ ਕੇ ਡੱਖਾ ਦੋਰਾ ਨਹੀਂ ਕੀਤਾ। ਨਹੀਂ, ਚਲੋ ਇੱਕ ਗੱਲ ਤੇ ਹੈਗੀ ਆ ਵੀ ਜਿਹੜੀ ਚੀਜ਼ ਦਾ ਆਪਾਂ ਜ਼ਿਕਰ ਕਰਦੇ ਸੀ ਵੀ ਇਹ ਕਿਸਾਨ ਅੰਦੋਲਨ ਚੱਲਿਆ, ਕਿਸਾਨ ਅਜੇ ਵੀ ਕਹਿੰਦੇ ਵਿੱਚ ਕੁਝ ਪਾਰਟੀਆਂ ਜਿਹੜੀਆਂ ਨਹੀਂ ਸਹਿਮਤ, ਕੁਝ ਕਹਿੰਦੇ ਵੀ ਅਸੀਂ ਇਲੈਕਸ਼ਨ ਲੜਨੀ ਆ, ਉਹਨਾਂ ਦਾ ਕਰਕੇ ਐਟਲੀਸਟ ਇੱਕ ਹੁੰਦਾ ਨਾ ਵੀ ਉਹ ਬੁਖਾਰ ਤੇ ਹੁਣ ਲੈ ਗਿਆ, ਪਰ ਜਿਹੜੀ ਲੱਤਾਂ ਦੀ ਭਾਂਜੀ ਆ ਉਹ ਤੇ ਹੈਗੇ ਨੇ ਲੀਡਰਾਂ ਦੇ ਜੀ, ਉਹਦਾ ਘੱਟੋ ਘੱਟ ਅਸਰ ਹੈਗਾ। ਸੋ ਮੈਨੂੰ ਲੱਗਦਾ ਵੀ ਇਹ ਚੀਜ਼ ਵਧੀਆ, ਇੰਨੇ ਨਾਲ ਲੋਕਾਂ ਨੂੰ ਚੇਤਾ ਰਹੂ। ਪਰ ਇੱਕ ਚੀਜ਼ ਦਾ ਮੈਨੂੰ ਸ਼ੱਕ ਹੈਗਾ, ਹੋ ਸਕਦਾ ਵੀ ਉਸੇ ਤਰ੍ਹਾਂ ਹੋਵੇ, ਕਿਉਂਕਿ ਪਿਛਲੀ ਵਾਰ ਕਾਂਗਰਸ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਮੈਨੀਫੈਸਟੋ 'ਚ ਕਿਹਾ ਸੀ ਲੈ ਵੀ ਸਾਰੇ ਕਰਜ਼ੇ ਤੇ ਲੀਕ। ਹਾਂ, ਨਾ ਕੋਈ ਸਰਕਾਰੀ ਬੈਂਕ ਦਾ, ਨਾ ਪ੍ਰਾਈਵੇਟ ਦਾ, ਨਾ ਆੜ੍ਹਤੀਏ ਦਾ, ਕਿਸੇ ਦਾ ਕੋਈ ਦੇਣਾ ਹੀ ਨਹੀਂ, ਤੁਹਾਡਾ ਕੋਈ ਲੈਣਾ ਦੇਣਾ ਨਹੀਂ ਕਰਜ਼ੇ ਨਾਲ, ਬਸ ਅਸੀਂ ਦੇ ਦੇਣਾ ਕਰਜ਼ਾ। ਉਹ ਜਿਹੜਾ ਕਰਜ਼ਾ ਸੀਗਾ ਉਹ ਕਿੰਨਾ ਕੁ ਮਾਫ ਹੋਇਆ ਸਾਰਿਆਂ ਦੇ ਸਾਹਮਣੇ। ਇਹ ਨਾ ਹੋਵੇ ਕਿ ਵੀ ਐਤਕੀ ਫੇਰ, ਕਿਉਂਕਿ ਚਰਚਾ ਜਿੱਦਾਂ ਚੱਲਦੀ ਹੈ, ਕੁਝ ਪੋਲੀਟੀਕਲ ਪਾਰਟੀ ਕਹਿੰਦੇ ਸਬਜ਼ੀਆਂ ਤੇ MSP, ਕੁਝ ਕਹਿੰਦੇ ਨੇ ਦਾਲਾਂ ਤੇ ਤੇਲ ਬੀਜਾਂ ਤੇ MSP, ਕੁਝ ਕਹਿੰਦੇ ਨਹੀਂ ਆਪਾਂ ਵੱਧ ਤੋਂ ਵੱਧ MSP ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨਿਆਂ ਦੇ ਦੇ ਸਕੇ। ਹੁਣ ਚਰਚਾ ਚੱਲਦੀ ਆ ਤੇ ਹੋ ਸਕਦਾ ਕੱਲ੍ਹ ਨੂੰ ਮੈਨੀਫੈਸਟੋ 'ਚ ਵੇਖਾ ਵੇਖੀ 2-4 ਪਾਰਟੀਆਂ ਪਾ ਵੀ ਲੈਣ ਗੱਲ ਵੀ ਇਹਦੇ ਤੇ MSP ਪੱਕੀ ਦੇਵਾਂਗੇ ਜੀ। ਹੁਣ ਸਵਾਲ ਆ ਵੀ ਉਹ ਕਹਿ ਕੇ ਉਹਨਾਂ ਦੇ ਵਿੱਚੋਂ ਕੋਈ ਇੱਕ ਪਾਰਟੀ ਜਿੱਤ ਜਾਵੇ ਤੇ ਜੇ ਮੰਨ ਲਓ 10 ਮਾਰਚ ਨੂੰ ਰਿਜ਼ਲਟ ਆਉਣਾ, ਕਰਦਿਆਂ ਕਰਾਉਂਦਿਆਂ ਕੁਰਸੀਆਂ 20, 21, 22, 25 ਤੱਕ ਮੱਲ ਕੇ ਬਹਿ ਜਾਣ, 1 ਅਪ੍ਰੈਲ ਨੂੰ ਕੋਈ ਪੁੱਛੇ ਵੀ ਮਹਾਰਾਜ ਵਾਢੀ ਹੋਣ ਵਾਲੀ ਹੈ ਕਣਕ ਦੀ ਤੇ ਮਹਾਰਾਜ ਵਿਸਾਖੀ ਆਉਣ ਵਾਲੀ ਹੈ, ਕਿੱਦਾਂ ਫਿਰ ਪ੍ਰੋਗਰਾਮ? ਕੋਈ ਨਹੀਂ, ਕਰਦੇ ਆ ਜੇ ਕਾਲੇ ਗੋਬਿੰਦ ਨੇ ਤੁਸੀਂ ਅਜੇ ਤੇ 5 ਸਾਲ ਪਏ ਆ। ਮਤਲਬ ਜੇ 27 ਤੱਕ ਹੀ MSP ਮੁੜ ਕੇ ਆਉਣੀ ਹੈ ਕਰਜ਼ੇ ਮਾਫੀਆਂ ਨੂੰ, ਤੇ ਉਹ ਗੱਲ ਮਾੜੀ। ਉਹਦਾ ਕੋਈ ਨਾ ਕੋਈ ਕਾਗਜ਼ ਜ਼ਰੂਰ ਲਿਖਾ ਲੈਣਾ ਚਾਹੀਦਾ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਨੂੰ ਐਤਕੀ ਲੱਗਦਾ ਕਿ ਜਿੱਦਾਂ ਲੋਕ ਸਿੱਧੇ ਜਿਹਾ ਹੋਏ ਪਏ ਨਾ, ਕਾਗਜ਼ ਲਿਖਣ ਦੀ ਲੋੜ ਘੱਟ ਪੈਣੀ ਹੈ। ਮੈਂ ਇੱਕ ਉਦਾਹਰਣ ਦਿੰਦਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਨੂੰ ਚੇਤਾ ਜਦੋਂ 2017 ਦੇ ਜਨਵਰੀ ਦਾ ਮਹੀਨਾ ਸੀ ਤੇ ਆਹੀ ਇੱਕ ਦਿਨ ਚੱਲਦੇ ਸੀ ਤੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਜਿਹੜੇ ਕਿ ਅੱਜ ਕੱਲ੍ਹ ਪੰਜਾਬ ਲੋਕ ਕਾਂਗਰਸ ਦੇ ਵਿੱਚੋਂ ਪਤਾ ਕਹਿੰਦੇ ਹੁੰਦੇ, ਥੋੜ੍ਹੇ ਦਿਨ ਰੁਕ ਜਾਓ, ਆਤਮ ਹੱਤਿਆ ਨਾ ਕੋ ਕਰ ਲਿਓ, ਥੋੜ੍ਹੇ ਦਿਨ ਰੁਕ ਜਾਓ, ਆਪਣੀ ਸਰਕਾਰ ਆ ਜਾਣੀ ਹੈ, ਕਰਜ਼ੇ ਦੇ ਕਰਕੇ ਨਾ ਕੋ ਫਾਹ ਲੈ ਲਿਓ, ਨਹਿਰਾਂ 'ਚ ਛਾਲ ਛੂਲ ਮਾਰਨ ਦੀ ਲੋੜ ਨਹੀਂ, ਬੈਠਾ ਸਰਕਾਰ ਬਣ ਜਾਣੀ ਆ, ਕਰਜ਼ੇ ਮਾਫ ਹੋ ਜਾਣੇ ਆ, ਉਹ ਗੱਲ ਖਤਮ ਹੋ ਜਾਣੀ। ਕੈਪਟਨ ਸਾਹਿਬ ਮੁੱਖ ਮੰਤਰੀ ਬਣ ਗਿਆ, ਬੈਂਕਾਂ ਵਾਲਿਆਂ ਨੇ ਪਿੰਡਾਂ 'ਚ ਲੋਕਾਂ ਦੇ ਘਰੀਂ ਜਾਣਾ, ਉਹਨਾਂ ਨੇ ਮੂਹਰੇ ਕਹਿਣਾ ਹਾਂ ਬਈ ਸਾਡਾ ਹੁਣ ਕੈਪਟਨ ਮੁੱਖ ਮੰਤਰੀ ਹੈ।
ਕਿੱਧਰਲੇ ਪਾਸੇ ਨੂੰ ਕਰਜ਼ੇ ਤਾਂ ਸਾਰੇ ਮਾਫ ਹੋ ਜਾਣੇ ਆ। ਪਰ ਬਾਅਦ ਵਿੱਚ ਹੋਇਆ ਕਿ ਉਹ ਤੁਹਾਡੀ ਗੱਲ ਦੀ ਤਾਈਦ ਕਰਦਾ ਹੈ ਕਿ ਇਦਾਂ ਹੀ ਆ। ਨਹੀਂ ਨਹੀਂ ਬਿਲਕੁਲ ਇਦਾਂ, ਪਰ ਕੈਪਟਨ ਸਾਹਿਬ ਤੇ ਹੁਣ ਵੀ ਪੁੱਛ ਲਓ ਆ ਕੇ। ਹੁਣ ਮੈਂ ਤੇ ਉਦੋਂ ਕਹਿੰਦਾ ਬੈਠਾ, ਅੱਜ ਵੀ ਮੈਂ ਬੈਠੇ ਆ। ਪਰ ਜਿਹੜਾ ਯੂਪੀ ਵਾਲਾ ਤੇ ਪੰਜਾਬ ਵਾਲਾ ਐਤਕੀ ਦਾ ਮਸਲਾ ਹੈ, ਸੰਧਾਲੀਆ ਸਾਹਿਬ ਪਿਛਲੇ 1.5 ਸਾਲ ਦੇ ਵਿੱਚ ਰਾਜਨੀਤਿਕ ਲੀਡਰਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਭਾਈ ਅਗਲੇ ਫਿਰ ਘਰੋਂ ਨਹੀਂ ਨਿਕਲਣ ਦਿੰਦੇ, ਅਗਲੇ ਫਿਰ ਪਿੰਡਾਂ ਦੀ ਬੈਠਕ 'ਚ ਨਹੀਂ ਜਾਣ ਦਿੰਦੇ, ਹੋਰ ਤਾਂ ਹੋਰ ਉਹ ਕਹਿੰਦੇ ਕਿ ਅਗਲੇ ਫਿਰ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਯਾਨੀ ਆਪਾਂ ਕਿਸੇ ਸਿਆਸੀ ਪਾਰਟੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਨਹੀਂ ਕਰਦੇ, ਪਰ ਲੋਕ ਹੁਣ ਸੋਸ਼ਲ ਮੀਡੀਆ ਤੋਂ ਚੀਜ਼ਾਂ ਲੱਭਦੇ ਆ, ਵੀਡੀਓ ਸੇਵ ਕਰ ਲੈਂਦੇ ਆ, ਮੁੜ ਕੇ ਲੀਡਰ ਸਾਹਿਬ ਜਦੋਂ ਜਾਂਦੇ ਆ ਤਾਂ ਫਿਰ ਸਾਹਮਣੇ ਉਹ ਦਿਖਾ ਦਿੰਦੇ ਆ ਕਿ ਭਾਈ ਆਹ ਕੁਛ ਹੁੰਦਾ। ਤਾਂ ਜੇ ਕੋਈ ਨਿਆਣਾ ਸਵਾਲ ਪੁੱਛ ਲੈ, ਮੂਹਰੇ ਕੋਈ ਲੀਡਰ ਚਪੇੜ ਮਾਰ ਦੇਵੇ। ਪੰਜਾਬ 'ਚ ਪਠਾਨਕੋਟ ਵਾਲੇ ਨੇੜਲੇ ਇਲਾਕੇ ਦੇ ਵਿੱਚੋਂ ਇੱਕ ਬੰਦੇ ਨੇ ਚਪੇੜ ਮਾਰਤੀ ਸੀ, ਐਤਕੀ ਟਿਕਟ ਅਜੇ ਤੱਕ ਤਾਂ ਨਹੀਂ ਮਿਲੀ, ਕੱਲ ਦਾ ਪਤਾ ਨਹੀਂ ਉਹਨੇ ਚਪੇੜ ਮਾਰਤੀ ਸੀ। ਕਿ ਜਾਣੀ ਹੁਣ ਸਾਰਾ ਕੁਝ ਲੋਕਾਂ ਦੇ ਹੱਥਾਂ 'ਚ ਹੈ, ਲੋਕ ਹੁਣ ਸਵਾਲ ਪੁੱਛਦੇ ਆ, ਤੇ ਜੇ ਵਾਅਦਾ ਖਿਲਾਫੀ ਕਿਸੇ ਨੇ ਕੀਤੀ ਫੇਰ ਨਾ ਕਿ ਉਹ ਭਾਈ ਟਰਾਲੀ ਲੈ ਕੇ ਚਲ ਗਿਆ। ਨਹੀਂ ਟਰਾਲੀ ਵੀ ਅੱਜ ਕੱਲ੍ਹ ਤਾਂ ਕਹਿੰਦੇ ਰੈਂਚ ਲੈ ਲਿਆ ਇਹ ਪੰਜਾਬ ਵਾਲਿਆਂ ਨੇ, ਰੈਂਚ ਲੈ ਲਿਆ। ਉਹ ਆਪਣੇ ਸਾਰ ਜਿਹਦੀ ਚੂੜੀ ਵੱਡੀ ਨਿੱਕੀ ਜਿੱਦਾਂ ਦੀ ਹੋਏ ਨਾ ਉੱਦਾਂ ਦਾ ਰੈਂਚ ਦਾ ਸਾਈਜ਼ ਕਰਕੇ ਟਾਈਟ ਕਰਨੀ ਸ਼ੁਰੂ ਕਰ ਦਿੰਦੇ। ਚਲੋ ਇਹ ਜ਼ਰੂਰ ਹੈ, ਸਾਡੀ ਬੇਨਤੀ ਆ ਵੀ ਜਿਹੜਾ ਵੀ ਕੋਈ ਬੰਦਾ ਇਸ ਵਕਤ, ਕਿਉਂਕਿ ਮੈਨੀਫੈਸਟੋ ਅੱਧੇ ਪਚੱਧੇ ਤੇ ਲਿਖੇ ਹੀ ਗਏ ਹੋਣੇ ਲਗਭਗ, ਹੋ ਸਕਦਾ ਕਿ ਫਾਈਨਲ ਮੋਹਰਾਂ ਮਾਰਾਂ ਲੱਗਦੀਆਂ ਹੋਣ। ਕਿਸੇ ਵੇਲੇ ਇਹ ਵੀ ਹੁੰਦਾ ਨਾ ਵੀ ਮਤਲਬ ਪੇਪਰ ਜਾਂ ਕਰ ਲਿਆ ਹੁੰਦਾ ਤੇ ਲਾਗ ਲੈ ਵੀ 5 ਨੰਬਰ ਸਵਾਲ ਤੇ ਉਹਨੇ ਭਲਾ ਕੀ ਜਵਾਬ ਲਿਖਿਆ, ਆਪਾਂ ਫਿਰ ਉਸ ਹਿਸਾਬ ਨਾਲ ਚੇਂਜ ਕਰ ਦਈਏ। ਉਹਦੇ ਤੇ ਜ਼ਰੂਰ ਮੇਰੇ ਖਿਆਲ ਨਾਲ ਕੋਈ ਨਾ ਕੋਈ ਵੱਡਾ ਅਰਥ ਸ਼ਾਸਤਰੀ ਕੋਈ ਇੱਧਰੋਂ ਉੱਧਰੋਂ ਬਿਠਾ ਕੇ ਉਨੀ ਕੁ ਗੱਲ ਕਰ ਲੈਣ ਵੀ ਯਾਰ ਜੇ MSP ਜਾਂ ਉਹਨਾਂ ਫਸਲਾਂ 'ਤੇ ਜੇ ਆਪਾਂ ਪਾਣੀ ਸੰਭਾਲਣਾ, ਜੇ ਆਪਾਂ ਕਿਸਾਨ ਸੰਭਾਲਣੇ ਆ, ਖੇਤੀ ਸੰਭਾਲਣੀ ਆ, ਤੇ ਕੁਝ ਇਹੋ ਜਿਹਾ ਰਾਹ ਰਸਤਾ ਜਾਂ ਕੱਢ ਕੇ ਉਹ ਵਾਲਾ ਮੈਨੀਫੈਸਟੋ ਲਿਆਂਦਾ ਜਾਵੇ ਕਿ ਵੀ ਆਹ ਵਾਲੀ ਵਿਸਾਖੀ ਜਦੋਂ ਆਉਣੀ ਆ ਉਦੋਂ ਇਹ ਨਾ ਕਹਿਣਾ ਪਵੇ ਵੀ ਕੋਈ ਨਹੀਂ ਕਰ ਦਾਂਗੇ, ਅਜੇ ਕਿਹੜਾ ਕਾਲੀ ਆ ਕੋਈ 2027 'ਚ ਚੋਣਾ, ਇੱਦਾਂ ਨਾ ਕਰੇ। ਇੱਦਾਂ ਬਿਲਕੁਲ ਨਾ ਭਾਈ ਇਸ ਦੀਵਾਲੀ ਤੇ ਦੇ ਦਿਆਂਗੇ, ਇੱਦਾਂ ਨਾ ਕਹਿਣਾ ਪਵੇ ਨਾ ਵੀ ਯਾਨੀ ਜਦੋਂ ਦੇਣਾ ਪਹਿਲਾਂ ਹੀ ਦੱਸ ਦਿਓ, ਲੋਕ ਮੰਨ ਜਾਣਗੇ, ਸਾਲ ਖੰਡ ਕੱਢ ਲੈਣਗੇ ਇੱਦਾਂ ਹੀ। ਬਾਕੀ 4 ਦੀਵਾਲੀਆਂ ਨਿਕਲ ਕੇ ਮੁੜ ਕੇ ਦਿਵਾਲਾ ਨਿਕਲ ਜਾਂਦਾ ਲੋਕਾਂ ਦਾ ਉਹਨਾਂ ਨੂੰ। ਹੁਣ ਦੇਖੋ ਸੰਧਾਲੀਆ ਸਭ ਕਹਾਣੀ ਕੀ ਖੜੀ ਆਪਾਂ ਨਾ, ਮੈਨੂੰ ਐ ਲੱਗਦਾ ਸੀ ਕਿ ਦੋ ਕੁ ਗੱਲਾਂ, ਜੇ ਖੇਤੀਬਾੜੀ ਵਾਲੀ ਗੱਲ ਤੁਰੀ ਹੈ ਕਿਉਂਕਿ ਉਹ ਮੈਨੀਫੈਸਟੋ ਦੇ ਵਿੱਚ ਹੈਗੀਆਂ ਆ ਗੱਲਾਂ, ਪਰ ਤੁਸੀਂ ਜੇ ਕੋਈ ਪ੍ਰੈਸ ਕਾਨਫਰੰਸ ਸੁਣੋ, ਜਿਹੜੀਆਂ ਰੈਲੀਆਂ ਹੋਈਆਂ ਹੁਣ ਤਾਂ ਹੁੰਦੀਆਂ ਨਹੀਂ, ਉਹਦੇ ਵਿੱਚ ਭਾਸ਼ਣ ਸੁਣੋ, ਸੋਸ਼ਲ ਮੀਡੀਆ ਦੀਆਂ ਤਕਰੀਰਾਂ ਸੁਣੋ, ਖੇਤੀ ਮੁੱਦਾ ਨਹੀਂ ਹੈ ਲੀਡਰਾਂ ਦਾ। ਪਰ ਦੋ ਤਰੀਕੇ ਦੇ ਨਾਲ ਇਹਨੂੰ ਨਜਿੱਠ ਲੈਣ ਤਾਂ ਚੰਗਾ। ਇੱਕ ਤਾਂ ਹੈਗੀ ਹੈ ਕਿ ਪੈਦਾ ਹੋ ਚੁੱਕੀ ਫਸਲ ਵਿਕਣੀ ਕਿੱਥੇ ਹੈ, ਉਹਦੀ MSP ਇਹਨਾਂ ਨਾਲ ਕਿ ਰੁਲੇ ਨਾ। ਦੂਸਰਾ ਮਸਲਾ ਕਿ ਜਦੋਂ ਫਸਲ ਬੀਜੀ ਜਾਣੀ ਹੈ ਉਹਨੂੰ ਪਾਲਿਆ ਜਾਣਾ ਹੈ ਤੇ ਉਹਦੇ ਵੱਢਣ ਤੱਕ ਸਹੀ ਖਾਦ ਆਵੇ, ਸਹੀ ਬੀਜ ਆਵੇ, ਸਹੀ ਦਵਾਈਆਂ ਆਉਣ, ਸਹੀ ਮਾਤਰਾ ਦੇ ਵਿੱਚ ਪਾਈਆਂ ਜਾਣ, ਉਹ ਕੋਈ ਜਾਲੀ ਫਾਲੀ ਨਾ ਆਉਣ। ਪਹਿਲੀ ਗੱਲ ਤਾਂ ਇਹ ਹੈ। ਤੇ ਦੂਸਰੀ ਗੱਲ ਹੈ ਕਿ ਭਾਈ ਤੁਸੀਂ ਉਹਨਾਂ ਨੂੰ ਕੋਈ ਸੰਦ ਸਵੇੜਾ ਜਿਹੜਾ ਖੇਤੀਬਾੜੀ ਵਾਲਾ, ਤੁਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਮਜ਼ਬੂਤ ਕਰ ਦਿਓ। ਹਰ ਇੱਕ ਬੰਦੇ ਨੂੰ ਟਰੈਕਟਰ ਲੈਣ ਦੀ ਲੋੜ ਹੀ ਨਾ ਹੋਵੇ। ਜੇ ਪਿੰਡ ਦੇ ਵਿੱਚ ਕੋਆਪਰੇਟਿਵ ਸੁਸਾਇਟੀ 2-3 ਟਰੈਕਟਰ ਖੜੇ ਆ ਤੇ ਚੱਲਦੀ ਹਾਲਤ ਦੇ ਵਿੱਚ ਹੈ, ਚਾਹੇ ਪਿਛਲੀ ਵਾਰ ਜਦੋਂ ਕੋਆਪਰੇਟਿਵ ਸੁਸਾਇਟੀਆਂ ਦਾ ਪੱਠਾ ਬੈਠਾ, ਲੋਕਾਂ ਦਾ ਵੀ ਵਿੱਚ ਹੱਥ ਹੋਊਗਾ, ਲੋਕਾਂ ਨੇ ਵੀ ਚੰਗੇ ਤਰੀਕੇ ਸੰਦ ਸਵੇੜਾ ਉਹ ਸਾਂਭਿਆ ਨਹੀਂ, ਪਰ ਕਿਤੇ ਨਾ ਕਿਤੇ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਆਪਣੀ ਪਾਲਿਸੀ ਦੇਣ। ਇੱਕ ਪੈਦਾ ਹੋ ਚੁੱਕੀ ਫਸਲ ਨੂੰ ਵੇਚਣਾ ਕਿੱਥੇ ਆ, ਉਹਦਾ ਪੂਰਾ ਮੁੱਲ ਕਿੱਥੋਂ ਮਿਲਣਾ। ਦੂਸਰਾ ਖੇਤੀਬਾੜੀ ਦੀ ਲਾਗਤ ਘਟਾਉਣ ਦੇ ਲਈ ਚਾਹੇ ਉਹ ਕੋਆਪਰੇਟਿਵ ਸੁਸਾਇਟੀਆਂ ਨੇ, ਚਾਹੇ ਸਹੀ ਬੀਜ ਹੈ, ਚਾਹੇ ਸਹੀ ਖਾਦਾਂ ਤੇ ਦਵਾਈਆਂ, ਦੋ ਹਿੱਸਿਆਂ 'ਚ ਵੰਡ ਕੇ ਪਾਲਿਸੀ ਦੇ ਦੇਣ ਪੰਜਾਬ ਦੇ ਲੋਕਾਂ ਨੂੰ, ਯੂਪੀ ਦੇ ਲੋਕਾਂ ਨੂੰ ਚੰਗਾ ਰਹਿਣਗੇ। ਵਧੀਆ ਗੱਲ ਹੈ। ਮੈਂ ਤਾਂ ਇੱਕ ਗੱਲ ਇਹ ਸੋਚਦਾ ਵੀ ਜਦੋਂ ਆਪਾਂ ਕੇਂਦਰ ਦੇ ਵਿੱਚ ਸਰਕਾਰ ਨੂੰ ਦੇਖਦੇ ਹਾਂ ਨਾ, ਉੱਥੇ ਬੈਠੇ ਅਫਸਰਾਨ ਉਹ ਹਮੇਸ਼ਾ ਗੱਲ ਕਰਦੇ ਆ ਵੀ ਸਰਕਾਰ ਦਾ ਕੰਮ ਹੈ ਜੀ ਸਰਕਾਰ ਚਲਾਉਣੀ, ਨਾ ਕਿ ਵਪਾਰ ਕਰਨਾ ਜਾਂ ਕਾਰੋਬਾਰ ਕਰਨਾ। ਇਸ ਕਰਕੇ ਆਪਾਂ ਦੇਖਿਆ ਪਿਛਲੇ ਸਮੇਂ 'ਚ ਜਿਉਂ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਚੋਕਿਆਂ ਗੰਢ ਬੰਨ੍ਹ ਕੇ ਤੇ ਅਗਲੇ ਦੇ ਮੱਥੇ ਮਾਰਦੇ ਵੀ ਚਾਕੂ ਲੈ ਜਾਓ ਪਈ ਹੋਈ। ਹੁਣ ਤਾਂ ਜਹਾਜ਼ ਕੰਪਨੀ ਵੀ ਹੈ ਨਹੀਂ ਮੇਰੇ ਖਿਆਲ ਨਾਲ ਇੰਡੀਆ ਦੀ, ਉਹ ਵੀ ਐਤਕੀ ਵੇਖ ਗਈ। ਹੁਣ ਗੱਲ ਇਹ ਵੀ ਜੇ ਆਪਾਂ ਉਧਰਲੇ ਪਾਸੇ ਇਹ ਸੋਚ ਸਕਦੇ ਹਾਂ ਕਿ ਵੀ ਆਹ ਫਲਾਨਾ ਕੰਮ ਦਿਓ ਕੰਪਨੀ ਨੂੰ, ਫਲਾਨਾ ਕੰਮ ਦਿਓ ਕੰਪਨੀ ਨੂੰ, ਤੇ ਜਦੋਂ ਆਹ ਖੇਤੀ ਕਾਨੂੰਨ ਵੀ ਤਾਂ ਇਹਦੇ 'ਚੋਂ ਨਿਕਲੇ ਸੀ ਵੀ ਓਕੇ ਜੀ ਖੇਤੀ 'ਚ ਨਿਵੇਸ਼ ਚਾਹੀਦਾ, ਵੀ ਨਿਵੇਸ਼ ਤੁਸੀਂ ਲੋਕਾਂ ਦੀਆਂ ਜ਼ਮੀਨਾਂ 'ਚ ਜ਼ਰੂਰ ਕਰਾਉਣਾ, ਹੋਰ ਕਿਹੜਾ ਲੋਕਾਂ ਨੂੰ ਲੋੜ। ਮੰਨ ਲਓ ਆਹ ਸੁਸਾਇਟੀ ਹੈ ਵੀ ਤੁਸੀਂ ਸੁਸਾਇਟੀ ਵਾਲਾ ਕੋਈ ਬਣਾ ਲਓ ਵੀ ਹਾਂ ਵੀ ਲਿਆਓ ਵੀ ਕੰਪਨੀ ਜਿਹੜੀ ਕੋਈ ਟਰੈਕਟਰ ਬਣਾਉਂਦੀ ਆ ਵੀ ਪਿੰਡਾਂ 'ਚ ਤੁਸੀਂ ਆਪਣੇ ਆਪਣੇ ਬਣਾ ਲਓ ਟਰੈਕਟਰ, ਆਹ ਤੁਹਾਨੂੰ ਜਗ੍ਹਾ ਦਿੱਤੀ ਤੁਸੀਂ ਕਿਰਾਏ 'ਤੇ ਦੇ ਦਿਓ, ਰੇਟ ਤੁਹਾਡਾ ਅਸੀਂ ਤੈਅ ਕਰ ਦਿੰਦੇ ਵੀ ਇੰਨੇ ਦਾ ਜੇ ਪੈਲੀ ਵਾਹੁਣੀ ਤਾਂ ਇੰਨਾ, ਜੇ ਵਢਾਉਣੀ ਇੰਨਾ, ਜੇ ਦੂਜਾ ਤੀਜਾ ਕੋਈ ਕੰਮ ਕਰਾਉਣਾ ਤਾਂ ਉਹਦੇ ਲਈ ਆਹ ਰੇਟ ਹੈ। ਉਹ ਜਾਣੇ ਲੋਕਾਂ ਨੂੰ ਇੰਨਾ ਕੁ ਆਸਰਾ ਹੋ ਜਾਏ ਵੀ ਯਾਰ ਸਾਨੂੰ ਆਪਣਾ ਟਰੈਕਟਰ ਲੈਣ ਦੀ ਲੋੜ ਹੈ ਨਹੀਂ, ਉੱਥੇ ਕੰਪਨੀ ਵਾਲਾ ਦਾ ਕੰਮ ਹੈ। ਜਿੱਦਾਂ ਆਪਾਂ ਮੋਬਾਈਲ ਦਾ ਸਿਮ ਲੈ ਲੈਂਦੇ ਜਿਹੜਾ ਫੋਨ ਵਾਲਾ, ਵੀ ਉਹਦੇ ਕੋਲ ਕੰਮ ਕਰਾਇਆ ਤੇ ਨਾਲੇ ਤੇ 2-4 ਕੰਪਨੀਆਂ ਇਕੱਠੀਆਂ ਵਾੜੋ। ਅਗਲਾ ਆ ਕੇ ਸਾਡੇ ਕੋਲੇ ਜੌਨ ਡੀਅਰ ਆ ਵੀ ਲੈ ਜੌਨ ਡੀਅਰ ਨਾਲ ਥੋੜ੍ਹਾ ਇੱਧਰ ਫਲਾਨੀ ਕੰਪਨੀ ਨਾਲ ਫੋੜ ਕਰ ਲਿਆ, ਆਪਾਂ ਇਹਦੇ ਕੋਲ ਪਾਉਣੀ। ਘੱਟੋ ਘੱਟ ਕੰਪੀਟੀਸ਼ਨ ਚੱਲੇ ਹੋ ਜਾਣੇ, ਜਿਹੜੇ ਕੰਪਨੀ ਵਾਲੇ ਉਹਨਾਂ ਨੂੰ ਪਤਾ ਲੱਗੇ ਵੀਰੇ ਉੱਥੇ ਕੰਮ ਕਿੱਦਾਂ ਚੱਲਦਾ ਥੱਲੇ, ਨਾਲੇ ਲੋਕਾਂ ਦੀ ਜਾਨ ਸੌਖੀ। ਨਹੀਂ ਜ਼ਰੂਰੀ ਆ। ਜੇ ਤਾਂ ਦੇਖੋ ਇਹ ਤਾਂ ਮਨਸ਼ਾ ਤਾਂ ਹੀ ਆ ਨਾ, ਜੇ ਮਨਸ਼ਾ ਹੋਵੇ, ਜੇ ਉਧਰਲੇ ਪਾਸੇ ਨੂੰ ਤੁਰਨਾ, ਕਿਉਂਕਿ ਤੁਰਨਾ ਤਾਂ ਆਪਾਂ
ਬੀਬੀਆਂ ਨੂੰ 1000 ਦੇ ਦਿਓ, ਬੀਬੀਆਂ ਨੂੰ 2000 ਦੇ ਦਿਓ, ਬਕਾਇਆ ਬੁਕਾਇਆ ਮਾਫ ਕਰ ਦਿਓ। ਜਾਣੀ ਤੁਹਾਡੀ ਜੇਬ 'ਚ ਨਹੀਂ ਕੁਛ ਚਾਹੀਦਾ, ਬਾਹਰੋਂ ਬਾਹਰ ਹੀ ਸਰਕਾਰ ਕਹੇ ਜੀ ਤੁਹਾਡਾ ਮਾਫ ਕਰ ਦਿੱਤਾ, ਤੁਸੀਂ ਸਾਡੇ ਅਧੀਨ ਹੋ, ਤੁਸੀਂ ਮੰਗ ਖਾਣੇ ਹੋ, ਠੂਠਾ ਫੜਿਆ ਹੋਇਆ ਤੁਹਾਡੇ ਹੱਥ ਦੇ ਵਿੱਚ। ਜਾਣੀ ਸਾਰੀ ਦੀ ਸਾਰੀ ਸਥਿਤੀ ਉਧਰਲੇ ਪਾਸੇ ਕੇਂਦਰਿਤ ਹੈ। ਭਲਕ ਨੂੰ ਕੋਈ ਚੰਗਾ ਮੈਨੀਫੈਸਟੋ ਦੇ ਦੇ, ਉਹ ਇੱਕ ਵੱਖਰੀ ਗੱਲ ਹੈ। ਸੰਧਾਲੀਆ ਸਾਹਿਬ ਇੱਕ ਸੱਜਣ ਨੇ ਕਮਾਲ ਦਾ ਇੱਕ ਮੈਸੇਜ ਲਿਖ ਕੇ ਭੇਜਿਆ। ਉਹ ਕਹਿੰਦੇ ਜੀ ਮੇਰੇ ਮਨ 'ਚ ਕਹਿੰਦੇ ਇੱਕ ਸਵਾਲ ਹੀ ਹੈ ਕਿ ਜੇ ਪਟਵਾਰਖਾਨੇ ਚਲੇ ਜਾਓ ਤਾਂ ਉੱਥੇ 40 ਪਟਵਾਰੀ ਚਾਹੀਦੇ ਹੁੰਦੇ, 27 ਕੰਮ ਕਰਦੇ ਆ। ਸਕੂਲ 'ਚ ਚਲੇ ਜਾਓ 40 ਅਸਾਮੀਆਂ ਹੁੰਦੀਆਂ, 22 ਕੰਮ ਕਰਦੇ ਆ। ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਖਾਲੀ ਅਸਾਮੀਆਂ ਹੁੰਦੀਆਂ। ਫਿਰ ਉਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਬੰਦੇ ਕੰਮ ਵੀ ਕਰਦੇ ਆ, ਕੋਈ ਕੱਚਾ ਰੱਖਿਆ ਅੱਧੀ ਤਨਖਾਹ ਤੇ, ਕੋਈ ਇਸ ਤਨਖਾਹ ਤੇ, ਕੋਈ ਉਸ ਤਨਖਾਹ ਤੇ। ਉਹ ਕਹਿੰਦੇ ਕੰਮ ਘਟ ਜਾਂਦਾ ਤੇ ਨਾਲ ਤਨਖਾਹ ਘਟ ਜਾਂਦੀ ਆ। ਕਹਿੰਦੇ ਕਿਉਂ ਨਾ, ਜੇ ਵਿਧਾਨ ਸਭਾ ਦੇ ਸੈਸ਼ਨ ਛੋਟੇ ਹੋ ਗਏ, ਜੇ ਪਹਿਲਾਂ 100 ਦਿਨ ਸੈਸ਼ਨ ਹੁੰਦਾ ਸੀ, ਅੱਜ 40 ਦਿਨ ਮਸੀਂ ਹੁੰਦਾ, ਕਿਉਂ ਨਾ ਐਮਐਲਏ ਸਾਹਿਬਾਨਾਂ ਦੀ ਤਨਖਾਹ ਵੀ ਆਪਾਂ 40% ਕਰ ਦਈਏ। ਵੀ ਜੇ ਉਹਨਾਂ ਤੋਂ ਕੰਮ ਹੀ ਘਟ ਗਿਆ, ਜੇ ਵਿਆਹ ਭੋਗ ਦੇ ਵਿੱਚ ਹੀ ਜਾਣਾ ਹੈ, ਜੇ ਸੈਸ਼ਨ 'ਚ ਜਾ ਕੇ ਬਹਿਣਾ ਹੀ ਨਹੀਂ, ਸਵਾਲ ਪੁੱਛਣਾ ਹੀ ਨਹੀਂ, ਤਾਂ ਫਿਰ ਪੂਰੀ ਤਨਖਾਹ ਦੇ ਹੱਕਦਾਰ ਹੀ ਨਹੀਂ। ਦੂਸਰਾ ਉਹ ਕਹਿੰਦੇ ਜੇ ਸਕੂਲ 'ਚ ਥੋੜ੍ਹੇ ਮਾਸਟਰਾਂ ਨਾਲ ਕੰਮ ਚੱਲ ਸਕਦਾ, ਹਸਪਤਾਲ ਦੇ ਵਿੱਚ ਥੋੜ੍ਹੇ ਡਾਕਟਰਾਂ ਨਾਲ ਕੰਮ ਚੱਲ ਸਕਦਾ, ਪਟਵਾਰਖਾਨੇ 'ਚ ਥੋੜ੍ਹੇ ਪਟਵਾਰੀਆਂ ਨਾਲ ਕੰਮ ਚੱਲ ਸਕਦਾ, ਆਪਾਂ 117 ਵਿਧਾਇਕ ਰਗੜ ਕੇ ਗੋਡੇ ਤੇ ਲਾਉਣੇ, 40 ਕਰ ਦਿਓ। ਯਾਨੀ ਜੇ ਬਾਕੀ ਸਾਰੇ ਪਾਸੇ ਕੰਮ ਚੱਲ ਸਕਦਾ, ਤੁਹਾਡਾ ਵੀ ਤਾਂ ਕਹਿੰਦੇ ਚੱਲ ਨਹੀਂ ਸਕਦਾ। ਆਹੋ ਉਧਰਲੇ ਪਾਸੇ ਤੇ ਵਧਾਉਣ ਦੀਆਂ ਗੱਲਾਂ ਚੱਲਦੀਆਂ। ਇਹਦੇ ਨਾਲੋਂ ਵੀ ਇੱਕ ਸੁਜੈਸ਼ਨ ਮੇਰੇ ਦਿਮਾਗ 'ਚ ਹੋਰ ਆਉਂਦਾ, ਉਹਦੇ ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ। ਦੇਖੋ ਅੱਜ ਦੀ ਡੇਟ 'ਚ ਆਪਾਂ ਪਿਛਲੇ ਸਮੇਂ 'ਚ ਦੇਖਿਆ ਜੀ ਫਲਾਨਾ 10 ਸਾਲਾਂ ਤੋਂ ਜੀ ਕੱਚਾ ਸੀ, ਉਹਨੂੰ ਪੱਕਾ ਕੀਤਾ। ਸ਼ਰਤ ਪਤਾ ਕੀ, ਵੀ ਤੂੰ ਵੀ 2 ਸਾਲ ਹੋਰ ਅਡੌਕ ਕੇ ਪ੍ਰੋਬੇਸ਼ਨਲ ਥੋੜੀ ਤਨਖਾਹ ਦੇ ਰਹਿਣਾ ਹੈ ਨਾ, ਵੀ ਤੈਨੂੰ 2 ਸਾਲ ਹੋਰ ਅਸੀਂ ਚੈੱਕ ਕਰਾਂਗੇ, ਜੇ ਤੂੰ ਠੀਕ ਹੋਇਆ ਪੱਕਾ, ਨਹੀਂ ਤੇ ਫਿਰ ਕੱਚਾ। ਮੈਂ ਕਹਿੰਦਾ ਹੁਣ ਆਪਾਂ ਜਦੋਂ ਮੈਂ ਹੁਣ ਜ਼ਿਕਰ ਕੀਤਾ ਵੀ ਜਿਹੜੀ ਵਿਸਾਖੀ ਆਉਣੀ ਉਦੋਂ ਤੱਕ ਸਾਰਿਆਂ ਦਾ ਕੰਮ ਸੈੱਟ ਹੋ ਜਾਣਾ, ਫੇਰ ਕਿਸੇ ਨੇ 27 ਤੱਕ ਪਛਾਣਨਾ ਨਹੀਂ। ਕਿਉਂ ਨਾ ਐਮਐਲਏ ਵੀ 2 ਸਾਲ ਦੇ ਪ੍ਰੋਬੇਸ਼ਨ ਤੇ ਹੋਣ, ਹੈ ਨਾ। ਵੀ ਵੀਰ ਮੇਰਾ 22 'ਚ ਵੋਟਾਂ ਨੇ, 24 ਜਿਹੜੀ ਹੋਣੀ ਆ 2024 ਦੀ ਮਾਰਚ ਮਹੀਨੇ 'ਚ ਜਾ ਕੇ ਅਸੀਂ ਦੇਖਾਂਗੇ ਵੀ ਸਾਡੇ ਵਾਲਾ ਐਮਐਲਏ 2 ਸਾਲ ਠੀਕ ਚੱਲਿਆ, ਇਹਨੂੰ ਅਗਲੇ 3 ਚਾਹੀਦੇ ਕਿ ਨਹੀਂ ਚਾਹੀਦੇ। ਉਹ ਜਾਣੇ ਪਹਿਲੇ 2 ਸਾਲ ਵੀ ਕੰਮ ਹੋ ਜਾਵੇ, ਉਦੋਂ ਬਾਅਦ ਸਾਲ ਖੰਡ ਭਾਵੇਂ ਅਗਲਾ ਨਾ ਕਰ ਲੇ, ਮਗਰਲਾ 1.5 ਸਾਲ ਤੇ ਫੇਰ ਕਰਦੇ ਹੀ ਹੁੰਦੇ ਆ ਵੀ ਇਲੈਕਸ਼ਨ ਆਉਣ ਵਾਲੀਆਂ ਨੇ। ਇਹ ਵਿਚਾਲੜੀ ਮੇਰੇ ਖਿਆਲ ਨਾਲ ਬ੍ਰੇਕ ਜੀ ਪਾ ਲੈਣੀ ਚਾਹੀਦੀ। ਹਾਂ ਇਹ ਗੱਲ ਪੱਕੀ ਹੈ ਵੀ ਜਿਨ੍ਹਾਂ ਨੇ ਪਾਉਣੀ ਉਹਨਾਂ ਪਾਉਣ ਨਹੀਂ ਦੇਣੀ। ਨਹੀਂ ਉਹ ਤਾਂ ਹੁੰਦਾ ਨਾ, ਕਈ ਵਾਰੀ ਹੁੰਦਾ ਕਿ ਪਾਓ ਵੀ ਸੰਗੋ, ਕਹਿੰਦੇ ਮੈਂ ਨਹੀਂ ਪਾਉਣ ਦੇਣਾ, ਬਸ ਉਹ ਔਖਾ ਹੋ ਜਾਣਾ। ਹੁਣ ਆਪਾਂ ਆਮ ਆਦਮੀ ਪਾਰਟੀ ਵੱਲ ਚੱਲਦੇ ਹਾਂ, 2 ਖੱਟੀਆਂ ਤੇ 2 ਮਿੱਠੀਆਂ। ਚਲੋ ਪਹਿਲਾਂ ਤੁਸੀਂ ਖੱਟੀਆਂ ਕਰ ਲਓ, ਮਿੱਠੀ ਤਾਂ ਆਉਣੀ ਹੈ ਜੇ ਬਾਅਦ 'ਚ। ਨਹੀਂ ਇੱਦਾਂ ਨਹੀਂ। ਦੇਖੋ ਤੁਸੀਂ, ਮੈਨੂੰ ਭਗਵੰਤ ਮਾਨ ਹੋਰਾਂ ਦੀ ਇੱਕ ਗੱਲ ਚੇਤੇ ਆ ਗਈ। ਉਹ ਕਹਿੰਦੇ ਵੀ ਸਾਡੇ ਵਾਲੇ ਤਾਂ ਨਾ ਕੰਮ ਔਖਾ ਜਿਹਾ ਹੋਇਆ ਪਿਆ ਪੰਜਾਬ ਦੀ ਸਿਆਸਤ ਦਾ। ਪੁੱਛਿਆ ਕੀ ਹੋਇਆ, ਉਹ ਕਹਿੰਦੇ ਅੱਗੇ ਹੁੰਦਾ ਸੀ ਕਿ ਲੀਡਰ ਸਿਆਸੀ ਪਾਰਟੀਆਂ ਕੋ ਜਾਂਦੇ ਹੁੰਦੇ ਸੀ ਜੀ ਮੈਨੂੰ ਇਸ ਹਲਕੇ ਤੋਂ ਟਿਕਟ ਦੇ ਦਿਓ, ਉੱਥੋਂ ਦੇ ਲੋਕ ਮੈਨੂੰ ਜਾਣਦੇ ਆ। ਹੁਣ ਕਹਿੰਦੇ ਰਵਾਇਤੀ ਪਾਰਟੀਆਂ 'ਚ ਇਹ ਹੋਇਆ ਪਿਆ ਜੀ ਉਸ ਹਲਕੇ ਤੋਂ ਟਿਕਟ ਨਾ ਦਿਓ। ਕਹਿੰਦੇ ਕੀ ਹੋਇਆ, ਉੱਥੋਂ ਦੇ ਲੋਕ ਹੁਣ ਮੈਨੂੰ ਜਾਣਦੇ ਆ, ਮੈਨੂੰ ਕਿਤੇ ਹੋਰ ਦੇ ਦਿਓ ਜਿੱਥੇ ਮੈਨੂੰ ਲੋਕ ਜਾਣਦੇ। ਯਾਨੀ ਉਹ ਸਟਾਇਰ ਕਰਦੇ ਆ, ਵੱਖਰੇ ਤਰੀਕੇ ਦੀ ਉਹਨਾਂ ਦੀ ਗੱਲ ਹੈ। ਪਰ ਹੁਣ ਭਗਵੰਤ ਮਾਨ ਹੋਰਾਂ ਦੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ, ਚਲੋ ਮਹਾਰਾਜ ਸੁੱਖ ਰੱਖੇ, ਵਧੀਆ ਕੰਮ ਕਰਨ, ਉਹਨਾਂ ਨੂੰ ਦੇਖਾ ਦੇਖੀ ਸਾਰੇ ਵਧੀਆ ਕੰਮ ਕਰਨ, ਪੰਜਾਬ ਥੋੜ੍ਹਾ ਬਹੁਤ ਕਿਤੇ ਪੈਰਾਂ ਸਿਰ ਹੋਵੇ। ਜੇ ਉਹਨਾਂ ਦੀ ਪਾਰਟੀ ਨੇ ਦਿੱਲੀ 'ਚ ਚੰਗੇ ਕੰਮ ਕੀਤੇ ਆ, ਪੰਜਾਬ ਦੇ ਵਿੱਚ ਵੀ ਚੰਗੇ ਕੰਮ ਹੋਣ ਲੱਗ ਜਾਣ, ਅਸੀਂ ਤਾਂ ਇਹੀ ਚਾਹਾਂਗੇ। ਪਰ ਹੁਣ ਜਿੱਦਾਂ ਦੀਆਂ ਕਹਾਣੀਆਂ ਆਈ ਜਾਂਦੀਆਂ ਕਿ ਇੱਕ ਤਾਂ ਅੱਜ ਦੁਪਹਿਰੇ 12 ਕੁ ਵਜੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਮੁਹਾਲੀ ਇਕੱਠੇ ਹੋਣਾ, ਉਹਨਾਂ ਨੇ ਕਹਿੰਦੇ ਜੀ 22 ਲੱਖ ਟੈਲੀਫੋਨ ਆਏ ਆ, ਤੇ ਉਹਨਾਂ ਟੈਲੀਫੋਨਾਂ ਦਾ ਅੱਜ ਉਹ ਫਿਰ ਖੁਲਾਸਾ ਕਰਨਗੇ ਕਿ ਕਿਹੜੇ ਬੰਦੇ ਨੂੰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਚਾਹੁੰਦੇ ਆ। ਉਹਦਾ ਐਲਾਨ ਖੁਦ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਆ ਕੇ ਕਰਨਗੇ, ਤੇ ਉਹ ਕਲੀਅਰ ਕਰਤੀ ਗੱਲ। ਬਾਕੀ ਆਪਾਂ ਬਾਅਦ ਚੱਲਦੇ ਹਾਂ। ਇਹ ਤਾਂ ਗੱਲ ਹੈਗੀ ਆ। ਦੇਖੋ ਇੱਕ ਚੱਕਰ ਹੈ, ਇਹਦੇ ਨਾਲ ਵਿਰੋਧੀ ਧਿਰਾਂ ਨੇ ਵੀ ਆਪਣੇ ਤੌਰ ਦੇ ਉੱਪਰ ਸਵਾਲ ਖੜੇ ਕੀਤੇ ਆ। ਉਹ ਕਹਿੰਦੇ ਵੀ ਜਿੰਨੀ ਤਰੀਕ ਤੋਂ ਲੈ ਕੇ ਜਿੰਨੀ ਤਰੀਕ ਤੱਕ ਇਹਨਾਂ ਨੇ ਸਮਾਂ ਦਿੱਤਾ ਸੀ, ਵੀ ਜੇ 24 ਘੰਟੇ ਵੀ ਉਹ ਚੱਲੀ ਜਾਵੇ ਕੰਮ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ, ਤੇ ਉਨੇ ਸ਼ਾਇਦ ਮਿੰਟ ਸਕਿੰਟ ਵੀ ਨਹੀਂ ਬਣਦੇ ਜਿੰਨੀਆਂ ਕਾਲਾਂ, ਜਿੰਨੇ ਮੈਸੇਜ, ਜਿੰਨੇ ਵਟਸਐਪ ਮੈਸੇਜ, ਜਿੰਨੇ ਵੋਇਸ ਮੈਸੇਜ ਆ ਗਏ ਨੇ। ਤੇ ਐਸਾ ਕਿਹੜਾ ਸਿਸਟਮ ਹੈ ਜਿਹਦੇ ਨਾਲ ਇਹ ਸਾਰਾ ਕੁਝ ਪਤਾ ਲਾ ਲਿਆ। ਇਹ ਹੁਣ ਦੇਖੋ ਅਗਲੇ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਕਰਨਾ। ਹੁਣ ਅੱਜ ਹੋ ਸਕਦਾ ਜਦੋਂ ਕੇਜਰੀਵਾਲ ਸਾਹਿਬ ਇਹ ਸਾਰਾ ਖੁਲਾਸਾ ਕਰਨ ਤੇ ਉਦੋਂ ਡਿਟੇਲ 'ਚ ਦੱਸ ਦੇਣ ਵੀ ਇਸ ਤਰ੍ਹਾਂ ਆਇਆ ਸੀ, ਇਸ ਮੈਕੈਨਿਜ਼ਮ ਦੇ ਜ਼ਰੀਏ ਅਸੀਂ ਆਹ ਚੀਜ਼ਾਂ ਕੱਢ ਲਈਆਂ, ਪਹਿਲਾ ਨਾਮ ਆਹ ਸੀ, ਕੁਛ ਲੋਕਾਂ ਨੇ ਆਹ ਨਾਮ ਵੀ ਲਿਖ ਦਿੱਤਾ, ਆਹ ਤਾਂ ਬਣਦਾ ਹੀ ਨਹੀਂ ਸੀ ਪਰ ਚਲੋ ਲਿਖ ਦਿੱਤਾ, ਤੇ ਉਹਦੇ ਹਿਸਾਬ ਨਾਲ ਅਸੀਂ ਫਲਾਨਿਆਂ ਨੂੰ ਅੱਜ ਮਤਲਬ ਅਨਾਊਂਸ ਕਰਦੇ। ਆਹ ਤਾਂ ਕਿਹਾ ਵੀ ਸੀ ਨਾ ਲਿਖਿਓ, ਲੋਕਾਂ ਤਾਂ ਵੀ ਲਿਖ ਦਿੱਤਾ। ਇੱਕ ਪਤਾ ਨਹੀਂ ਉਹ ਖਬਰ ਸੱਚੀ ਝੂਠੀ ਕੀ ਆ, ਬਣਾ ਕੇ ਅਗਲੇ ਚਲਾਤੀ ਆ। ਉਹ ਕਹਿੰਦੇ ਸਭ ਤੋਂ ਵੱਧ ਕਾਲਾਂ ਤੇ ਸਭ ਤੋਂ ਵੱਧ ਨਾਂ ਇਹ ਕੇਜਰੀਵਾਲ ਦੇ ਨਾਂ ਤੇ, ਉਹਨੂੰ ਬਣਾਓ ਜੀ ਮੁੱਖ ਮੰਤਰੀ। ਉਹ 1-2 ਬੰਦਿਆਂ ਨੇ ਨਾਲ ਲਿਖਿਆ ਭਾਜੀ ਇਹ ਖਬਰ ਸੱਚੀ ਹੈ। ਉਹ ਮਤਲਬ ਗੱਲ ਤੇ ਇਹ ਆ ਵੀ ਉਹ ਜਿਹੜੇ ਬੰਦਿਆਂ ਨੇ ਪ੍ਰੈਸ ਕਾਨਫਰੰਸ ਦੱਸੀ ਹੈ, ਜਾਂ ਸ਼ਾਮੀ ਮੇਰੇ ਖਿਆਲ ਨਾਲ ਰਾਤੀ
ਉਹ ਚੀਮਾ ਸਾਹਿਬ ਦੱਸ ਕੇ ਹਟੇ ਵੀ ਉਹ 21,69,000 ਵਾਲੀ ਗੱਲਬਾਤ, ਉਹ ਤਾਂ ਕਹਿੰਦੇ ਵੀ ਨਾ 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 ਜੀ ਅਜੇ ਤਾਂ ਅਸੀਂ ਹਿਸਾਬ ਲਾਈ ਜਾਂਦੇ ਹਾਂ ਜੀ। ਹੁਣ ਜਿਹੜੇ ਬੰਦੇ ਨੇ ਬਣਾ ਕੇ ਟਕਾ ਕੇ ਖਬਰ ਵੀ ਦੱਸ ਦਿੱਤੀ ਵੀ ਫਲਾਣੇ ਨੂੰ ਆ ਗਏ, ਉਹ ਤੁਸੀਂ ਆਪ ਹੀ ਸਮਝ ਲਓ ਵੀ ਕਿੱਧਰੋਂ ਆਈ ਹੋਊਗੀ। ਹਾਂ ਵੀ ਕਿੰਨੀ ਠੀਕ ਹੋਊ ਤੇ ਕਿੰਨੀ ਗਲਤ ਹੋਊ, ਆਪਾਂ ਉਡੀਕ ਲੈਂਦੇ ਹਾਂ ਅੱਜ। ਬਾਕੀ ਸੰਧਾਲੀਆ ਸਾਹਿਬ ਕਈ ਗੱਲਾਂ ਜਿਹੜੀਆਂ ਨੇ ਨਾ ਬੜੀਆਂ ਅਜੀਬੋ ਗਰੀਬ ਨੇ। ਚਲੋ ਠੀਕ ਹੈ, ਆਮ ਆਦਮੀ ਪਾਰਟੀ ਉਹਨਾਂ ਦਾ ਆਪਣਾ ਅੰਦਰੂਨੀ ਮਸਲਾ ਹੈ। ਹੁਣ ਕਈ ਜਗ੍ਹਾ ਦੇ ਉੱਤੇ ਟਿਕਟਾਂ ਉਹਨਾਂ ਨੇ ਐਸੇ ਲੋਕਾਂ ਨੂੰ ਵੀ ਦਿੱਤੀਆਂ ਸ਼ਾਇਦ ਜਿਨ੍ਹਾਂ ਨੂੰ ਕਦੇ ਰਵਾਇਤੀ ਪਾਰਟੀਆਂ ਟਿਕਟਾਂ ਨਹੀਂ ਦਿੰਦੀਆਂ, ਉੱਥੇ ਲੋਕ ਉਹਨਾਂ ਦੀ ਪਿੱਠ ਵੀ ਥਾਪੜਦੇ ਆ ਕਿ ਭਾਈ ਆਮ ਆਦਮੀ ਪਾਰਟੀ ਨੇ ਵਧੀਆ ਕੀਤਾ ਹੈ। ਦੂਸਰੇ ਪਾਸੇ ਕਈ ਟਿਕਟਾਂ ਐਸੀਆਂ ਵੰਡ ਦਿੱਤੀਆਂ ਜਿਨ੍ਹਾਂ ਦੇ ਉੱਤੇ ਰੌਲਾ ਬਹੁਤ ਹੈ। ਹੁਣ ਤੁਸੀਂ ਦੇਖੋ ਕਿ 65 ਅਹੁਦੇਦਾਰ ਜਲੰਧਰ ਉੱਤਰੀ ਵਿਧਾਨ ਸਭਾ ਹਲਕਾ ਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਜਿਹੜੇ ਹੈ ਉਹ ਅਸਤੀਫਾ ਦੇ ਗਏ ਆਮ ਆਦਮੀ ਪਾਰਟੀ ਦੇ ਕਿ ਭਾਈ ਸਿਰਫ 2 ਹਲਕਿਆਂ ਦੇ 65 ਬੰਦੇ ਕਿ ਇਹਨਾਂ ਨੇ ਟਿਕਟਾਂ ਠੀਕ ਨਹੀਂ ਦਿੱਤੀਆਂ, ਜਿਹੜੇ ਬੰਦੇ ਡਿਜ਼ਰਵ ਕਰਦੇ ਸੀ ਉਹਨਾਂ ਨੂੰ ਦਿੱਤੀਆਂ ਨਹੀਂ, ਜਿਹੜੇ ਬੰਦੇ ਅਜੇ ਕੱਲ੍ਹ ਪਾਰਟੀ 'ਚ ਆਏ ਉਹਨਾਂ ਨੂੰ ਟਿਕਟਾਂ ਦਿੱਤੀਆਂ। ਦੂਸਰਾ ਹੁਣ ਉਧਰਲੇ ਪਾਸੇ ਫਿਰੋਜ਼ਪੁਰ ਦਿਹਾਤੀ ਚੱਲਦੇ ਆ ਆਸ਼ੂ ਸਾਹਿਬ, ਉਹਨਾਂ ਨੇ ਤਾਂ ਕਮਾਲ ਹੀ ਕਰਤੀ। ਨਹੀਂ ਵੈਸੇ ਆਮ ਆਦਮੀ ਪਾਰਟੀ ਵਿੱਚ ਇੱਕ ਗੱਲ ਤਾਂ ਹੈਗੀ ਆ, ਮੈਨੂੰ ਨਹੀਂ ਪਤਾ ਵੀ ਕੇਜਰੀਵਾਲ ਸਾਹਿਬ ਦਾ ਬੀਪੀ ਵਾਧਾ ਘਟਦਾ ਕਿ ਨਹੀਂ, ਪਰ ਵਧਣ ਘਟਣ ਲੱਗ ਜਾਣਾ ਇਹਨਾਂ ਤੋਂ ਬਾਅਦ। ਹੁਣ ਦੇਖੋ ਨਾ, ਇੱਕ ਪਾਸੇ ਤੇ 65 ਉਮੀਦਵਾਰ ਦੇ ਵਿਰੋਧ ਦੇ ਵਿੱਚ ਅਹੁਦੇਦਾਰ ਅਸਤੀਫਾ ਦੇ ਜਾਂਦੇ ਆ ਵੀ ਯਾਰ ਬੰਦਾ ਠੀਕ ਨਹੀਂ। ਦੂਜੇ ਪਾਸੇ ਆਸ਼ੂ ਬੰਗੜ ਹੋਰਾਂ ਨੂੰ ਜਦੋਂ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦਿੱਤੀ ਹੈ, ਉਦੋਂ ਬਾਅਦ ਕਹਿੰਦੇ ਪ੍ਰਚਾਰ ਵੀ ਚੱਲਦਾ ਰਿਹਾ, ਨਾ ਕਿਸੇ ਨੇ ਵਿਰੋਧ ਕੀਤਾ, ਕਹਿੰਦੇ ਠੀਕ ਬਿਲਕੁਲ ਸਹੀ ਬੰਦੇ ਨੂੰ ਟਿਕਟ ਦਿੱਤੀ ਹੈ। ਹੁਣ ਬੰਦਾ ਟਿਕਟ ਲੈ ਕੇ ਉਮੀਦਵਾਰ ਆਖੇ ਵੀ ਨਹੀਂ 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 ਮੈਂ ਨਹੀਂ ਇਸ ਪਾਰਟੀ 'ਚ ਰਹਿਣਾ, ਮੈਂ ਕਿਤੇ ਹੋਰ ਚੱਲਣਾ, ਇੱਕ ਨਾ ਬੀਪੀ ਵਧਣ ਵਾਲੀ ਤਾਂ ਗੱਲ ਹੈਗੀ ਹੈ। ਨਹੀਂ ਕਹਿੰਦੇ ਪ੍ਰੈਸ਼ਰ ਹੀ ਬਹੁਤ ਸੀ, ਪਰ ਉਹਦੇ ਵਿੱਚੋਂ ਨਾ ਆਸ਼ੂ ਬੰਗੜ ਹੋਰਾਂ ਦੀ ਆਪਣੀ ਗੱਲ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਉਹ ਕਾਂਗਰਸ 'ਚ ਆ ਗਏ, ਉਹ ਇੱਕ ਵੱਖਰਾ ਵਿਸ਼ਾ ਹੈ। ਆਪਾਂ ਇਹਦੇ ਤੋਂ ਬਾਅਦ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹਦੇ ਤੇ ਜਾਂਦੇ ਆ। ਇੱਕ ਪਾਸੇ ਤਾਂ ਆਪਾਂ ਕਹਿੰਦੇ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਦੀ ਗੱਲ ਸੁਣੀ ਜਾਵੇ, ਵਾਤਾਵਰਣ ਦੇ ਮੁੱਦੇ ਤੇ ਗੱਲ ਹੋਵੇ, ਪਰ ਇਦਾਂ ਨਹੀਂ। ਸਤਿਕਾਰਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਖੁਦ ਆਸ਼ੂ ਬੰਗੜ ਹੋਰਾਂ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਲਈ ਲੈ ਕੇ ਆਏ। ਉਹਨਾਂ ਸੰਕੇਤ ਵੀ ਦਿੱਤਾ ਕਿ ਦਿਆਂਗੇ ਟਿਟਕ ਵੀ, ਉਹਨਾਂ ਨੇ ਸੰਕੇਤ ਦਿੱਤਾ। ਪਹਿਲੀ ਗੱਲ ਕਿ ਆਸ਼ੂ ਬੰਗੜ ਹੋਰੀ ਬਹੁਤ ਵਧੀਆ ਬੰਦੇ ਹੋਣਗੇ, ਅਸੀਂ ਨਹੀਂ ਕਹਿੰਦੇ ਮਾੜੇ ਆ, ਪਰ ਮੰਨ ਲਓ ਜੇ 3 ਦਿਨਾਂ ਬਾਅਦ ਕਾਂਗਰਸ ਪਾਰਟੀ ਉਹਨਾਂ ਨੂੰ ਟਿਕਟ ਦੇ ਦਿੰਦੀ ਹੈ, ਕੀ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਕਾਂਗਰਸੀ ਵਰਕਰ ਐਸਾ ਲੱਭਾ ਨਹੀਂ ਜਿਹੜਾ ਕਾਂਗਰਸ ਪਾਰਟੀ ਦੁਆਰਾ ਕੀਤੇ ਗਏ ਅਥਾਹ ਵਿਕਾਸ ਕਾਰਜਾਂ ਦੇ ਸਿਰ ਦੇ ਉੱਤੇ ਚੋਣ ਜਿੱਤ ਸਕੇ ਕਿ ਭਾਈ ਤੁਹਾਨੂੰ ਆਸ਼ੂ ਬੰਗੜ ਨੂੰ ਟਿਕਟ ਦੇਣੀ ਪਊਗੀ। ਯਾਨੀ ਉਹਨੇ 3 ਦਿਨਾਂ ਦੇ ਵਿੱਚ 4 ਜਾਂ 5 ਦਿਨਾਂ ਜੇ ਉਹਨੂੰ ਟਿਕਟ ਦਿੱਤੀ ਜਾਂਦੀ ਹੈ, ਉਹ ਕਿਹੜਾ ਤੀਰ ਮਾਰ ਲਊਗਾ ਕੱਦੂ ਦੇ ਵਿੱਚ ਕਿ ਉਹ ਬਾਕੀ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰਾਂ ਤੋਂ ਅੱਗੇ ਨਿਕਲ ਜਾਊ। ਦੂਸਰੀ ਗੱਲ, ਚੰਨੀ ਸਾਹਿਬ ਕਹਿੰਦੇ ਕਿ ਦੇਖੋ ਜੀ ਗੱਲ ਇਹ ਹੈ ਕਿ ਹੌਸਲਾ ਕੀਤਾ ਹੈ, ਹਿੰਮਤ ਕੀਤੀ ਹੈ ਬੰਦੇ ਬਹੁਤ ਸਾਰੇ ਨੇ, ਹੌਸਲਾ ਸਾਰਿਆਂ 'ਚ ਨਹੀਂ ਹੁੰਦਾ। ਇਹਨੇ ਹੌਸਲਾ ਕੀਤਾ, ਭਰਾ ਨੇ ਆ ਗਿਆ ਤੇ ਵਿੱਚ ਫਿਰ ਬੱਚੇ ਦੇ ਜਨਮ ਦੀਆਂ ਚਰਚਾਵਾਂ ਚੱਲੀਆਂ, ਕਹਿੰਦੇ ਉਹ ਵੀ ਹੁਣ ਕਾਂਗਰਸੀ ਹੋਵੇਗਾ। ਰੌਲਾ ਇਹ ਨਹੀਂ ਹੈ। ਚੰਨੀ ਸਾਹਿਬ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋ। ਅੱਜ ਪੰਜਾਬ ਦੇ ਵਿੱਚ ਜਿਹੜਾ ਵੀ ਬੱਚਾ ਜਨਮ ਲਵੇ, ਚਾਹੇ ਉਹ ਅਕਾਲੀਆਂ ਦੇ ਘਰੇ, ਕਾਂਗਰਸੀਆਂ ਦੇ ਘਰੇ, ਆਪ ਵਾਲਿਆਂ ਦੇ, ਭਾਜਪਾ ਵਾਲਿਆਂ ਦੇ, ਕਿਸੇ ਦੇ ਵੀ ਘਰੇ, ਚਾਹੇ ਕਿਸਾਨ ਦੇ ਚਾਹੇ ਮਜ਼ਦੂਰ ਦੇ, ਉਹ ਕਰਜ਼ਾਈ ਜੰਮਦਾ। ਉਹਨੇ ਪੜ੍ਹਨਾ ਕਿੱਥੇ ਹੈ, ਉਹਨੇ ਕਿਹੜੇ ਪਾਰਕ 'ਚ ਖੇਲਣਾ ਹੈ, ਉਹਨੇ ਕਿਹੜੀ ਲਾਇਬ੍ਰੇਰੀ ਦੇ ਵਿੱਚੋਂ ਕਿਤਾਬ ਕਢਾਉਣੀ ਹੈ, ਕਿਹੜੀ ਲੈਬੋਰਟਰੀ ਦੇ ਵਿੱਚ ਜਾ ਕੇ ਪ੍ਰੀਖਣ ਕਰਨੇ ਹੈ। ਮਸਲਾ ਇਹ ਹੈ, ਇਹ ਮਸਲਾ ਨਹੀਂ ਕਿ ਉਹ ਕਿਹੜਾ ਸਰਟੀਫਿਕੇਟ ਲੈ ਕੇ ਜੰਮਦਾ ਕਿ ਉਹ ਅਕਾਲੀਆਂ ਦੇ ਜੰਮੇ ਆ ਕਿ ਕਾਂਗਰਸੀਆਂ ਦੇ ਜੰਮੇ ਆ। ਤੇ ਜਦੋਂ ਤੁਸੀਂ ਚੁਣੇ ਹੋਏ ਮੁੱਖ ਮੰਤਰੀ ਹੋ, ਤੁਸੀਂ ਇਸੇ ਗੱਲ ਦੇ ਉੱਤੇ ਜਾ ਕੇ ਹਾਸਾ ਠੱਠਾ ਕਰੋ ਤੇ ਇਹ ਕਹੋ ਕਿ ਹਿੰਮਤ ਕੀਤੀ। ਹਿੰਮਤ ਇਹ ਨਹੀਂ, ਪੰਜਾਬ 'ਚ ਹਿੰਮਤਾਂ ਹੋਰ ਬਹੁਤ ਕਰਨ ਵਾਲੀਆਂ। ਤੇ ਦੂਜੇ ਪਾਸੇ ਹਰਪਾਲ ਸਿੰਘ ਚੀਮਾ ਸਾਹਿਬ ਨੇ ਜਮਾਂ ਹੀ ਸਿਰਾ ਲਾਤਾ। ਡਰਪੋਕ ਬੰਦਾ ਕਹਿੰਦੇ ਆਸ਼ੂ, ਬਹੁਤ ਹੀ ਡਰਪੋਕ ਬੰਦਾ। ਸਾਨੂੰ ਪਤਾ ਨਹੀਂ ਲੱਗਿਆ, ਕਹਿੰਦੇ ਮੋਗਿਆਂ ਦਾ ਕੋਈ ਹਸਪਤਾਲ ਬੰਦ ਪਿਆ 2-3 ਮਹੀਨਿਆਂ ਦਾ। ਇੱਦਾਂ ਹੋਰ ਵੀ ਕਈ ਸਾਡੇ ਬੰਦਿਆਂ ਨੂੰ ਕਹਿੰਦੇ ਲਾਲਚ ਦਿੰਦੇ ਆ, ਇਹ ਡਰਪੋਕ ਨਿਕਲਿਆ, ਬਾਕੀ ਬੰਦੇ ਠੀਕ ਨੇ। ਭਾਈ ਜੇ ਹਸਪਤਾਲ ਬੰਦ ਪਿਆ ਉਹਨੂੰ ਚਾਲੂ ਕਰਾਉਣਾ ਪਹਿਲਾਂ ਦੇਖਦੇ, ਕਿਉਂਕਿ ਤੁਸੀਂ ਟਿਕਟ ਦਿੱਤੀ ਹੈ, ਚਾਹੇ ਡਰਪੋਕ ਨੂੰ ਦਿੱਤੀ ਹੈ ਚਾਹੇ ਹੌਸਲੇ ਵਾਲੇ ਨੂੰ ਦਿੱਤੀ ਹੈ। ਇਹ 'ਚ ਪੰਜਾਬ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਇਹਦੇ ਵਿੱਚ ਜੇ ਗਲਤ ਬੰਦੇ ਨੂੰ ਟਿਕਟ ਦਿੱਤੀ ਤਾਂ ਵੀ ਤੁਹਾਡਾ ਕਸੂਰ, ਜੇ ਬੰਦਾ ਸਾਂਭ ਨਹੀਂ ਸਕੇ ਤਾਂ ਵੀ ਤੁਹਾਡਾ ਕਸੂਰ। ਯਾਨੀ ਇੱਕੋ ਹੀ ਮਿੰਟ ਦੇ ਵਿੱਚ ਆਪਾਂ ਉਹਨੂੰ ਡਰਪੋਕ ਕਹਿਤਾ, ਉਹਦਾ ਹਸਪਤਾਲ ਵਾਲਾ ਮਸਲਾ ਵੀ ਕੱਢ ਕੇ ਸਾਹਮਣੇ ਲੈ ਆਂਦਾ। ਪਰ ਉੱਥੋਂ ਤਾਂ ਬਹੁਤ ਸਾਰੇ ਬੰਦੇ ਚਾਹੁੰਦੇ ਹੋਣੇ ਆ ਕਿ ਭਾਈ ਸਾਨੂੰ ਟਿਕਟ ਮਿਲੇ। ਇਹਦਾ ਮਤਲਬ ਕਿਤੇ ਨਾ ਕਿਤੇ ਸਕਰੀਨਿੰਗ ਦੇ ਵਿੱਚ ਜਿਹੜੀ ਹੈ ਮਾੜੀ ਮੋਟੀ ਉੱਪਰ ਥੱਲੇ ਗੱਲ ਹੋ ਗਈ ਹੋਣੀ ਹੈ। ਇਹ ਹੋ ਗਈ ਆ, ਪਰ ਦੇਖੋ ਇੱਥੇ ਵਿਰੋਧੀ ਕਿਹੜਾ ਟਲਦੇ ਆ। ਇੱਕ ਮੈਂ ਬਿਆਨ ਸੁਣ ਰਿਹਾ ਸੀ ਇਹਨਾਂ ਦੇ ਵਿਰੋਧੀਆਂ ਦਾ, ਸ਼ਾਇਦ ਅਕਾਲੀ ਦਲ ਵਾਲੇ ਪਾਸਿਓਂ ਲੀਡਰ ਸੀਗੇ, ਉਹ ਕਹਿੰਦੇ ਆਹ ਤੇ ਕਮਾਲ ਹੋ ਗਈ ਨਾ। ਕਹਿੰਦੇ ਆਸ਼ੂ ਬੰਗੜ ਸਾਹਿਬ ਨੂੰ ਲੈਣ ਕੌਣ ਆਇਆ? ਕਹਿੰਦੇ ਮੁੱਖ ਮੰਤਰੀ ਚੰਨੀ ਸਾਹਿਬ। ਕਹਿੰਦੇ ਵੀ ਉਹਨਾਂ ਨੇ ਕੀ ਹੌਸਲਾ ਦਿੱਤਾ? ਉਹ ਕਹਿੰਦੇ ਟਿਕਟ ਦਵਾਵਾਂਗੇ। ਕਹਿੰਦੇ ਜੀ ਆਸ਼ੂ ਬੰਗੜ ਸਾਹਿਬ ਉਹਨਾਂ 'ਤੇ ਯਕੀਨ ਕਰੀ ਜਾਂਦੇ ਜਿਹੜੇ ਆਪਣੇ ਭਰਾ ਨੂੰ ਟਿਕਟ ਨਹੀਂ ਦਵਾ ਸਕੇ। ਮਤਲਬ ਚੁਟਕਲੇ ਹੀ ਬਣ ਗਏ। ਭਰਾ ਦੇ ਕੁੜਮ ਨੂੰ ਕਿਹੜਾ ਦਵਾ ਸਕੇ ਆ? ਨਹੀਂ ਮਤਲਬ ਇਹ ਵੀ ਗੱਲ ਹੈ। ਆਓ ਵੀ ਹੁਣ ਦੇਖੋ ਅਗਲਿਆਂ ਤੇ ਕਹਿਣਾ,
ਹੁਣ ਪਰ ਇੱਕ ਗੱਲ ਹੈ ਵੀ ਜਿਵੇਂ ਜਿਵੇਂ ਗੱਲ ਚੱਲਦੀ ਆ ਵੀ ਅੱਜ ਕੱਲ੍ਹ ਮੈਂ ਵੇਖਿਆ ਵੀ ਸਿਆਸੀ ਬਿਆਨ ਪਹਿਲਾਂ ਆਉਂਦੇ ਬਹੁਤ ਲੰਮੇ ਚੌੜੇ ਵੀ ਇੱਥੋਂ ਗੱਲ ਸ਼ੁਰੂ ਕੀਤੀ ਕਿਤੇ ਪਹੁੰਚਾਈ। ਅੱਜ ਕੱਲ੍ਹ 2-2 3-3 ਲਾਈਨਾਂ ਦੇ ਸਟਾਇਰ ਹੀ ਚੱਲਦੇ ਆ ਬਸ। ਉਹ ਕਹਿੰਦੇ ਆਹ ਦੇਖ ਲਓ ਮਹਾਰਾਜ। ਹੁਣ ਹੋ ਸਕਦਾ ਜੇ ਆਸ਼ੂ ਬੰਗੜ ਸਾਹਿਬ ਤੱਕ ਵੀ ਗੱਲ ਪਹੁੰਚੀ ਹੋਈ ਵੀ ਯਾਰ ਗੱਲ ਤਾਂ ਸਹੀ ਹੈ ਵੀ ਮੁੱਖ ਮੰਤਰੀ ਸਾਹਿਬ ਦੇ ਭਰਾਤਾਂ ਨੂੰ ਟਿਕਟ ਨਹੀਂ ਮਿਲੀ ਅਤੇ ਮੈਂ ਇੱਧਰੋਂ ਮਿਲੀ ਟਿਕਟ ਛੱਡ ਕੇ ਅਸਤੀਫਾ ਦੇ ਕੇ ਦੂਜੇ ਪਾਸੇ ਜਾਣ ਡਿਆ। ਇਹ ਨਾ ਹੋਵੇ ਵੀ ਮਤਲਬ ਦੋਵੇਂ ਹੀ ਰਹਿ ਜਾਣਗੇ। ਤੇ ਹਾਂ ਨਹੀਂ ਕੁਛ ਵੀ ਹੋ ਸਕਦਾ। ਤੇ ਨਾਲ ਇੱਕ ਗੱਲ ਵੈਸੇ ਹੀ ਹੋਰ ਚਰਚਾ ਦੇ ਵਿੱਚ ਹੈ ਕਿ ਜਦੋਂ ਆਮ ਆਦਮੀ ਪਾਰਟੀ ਆਈ ਸੀ ਤੇ ਉਦੋਂ ਪਰਿਵਰਤਨ ਦਾ ਇੱਕ ਨਾਅਰਾ ਸੀ ਕਿ ਨਵੇਂ ਬੰਦਿਆਂ ਨੂੰ ਟਿਕਟਾਂ ਦੇਣੀਆਂ। ਪਹਿਲੀਆਂ ਲਿਸਟਾਂ ਜਿਹੜੀਆਂ ਆਈਆਂ ਨਾ ਉਹਦੇ ਵਿੱਚ ਕੁਛ ਹੱਦ ਤੱਕ ਕੀਤਾ ਵੀ ਗਿਆ। ਪਰ ਹੁਣ ਆਖਰੀ 4 ਉਮੀਦਵਾਰ ਨੇ। ਇੱਕ ਤਾਂ ਆਸ਼ੂ ਬੰਗੜ ਦੀ ਥਾਂ ਦੇ ਉੱਤੇ ਐਲਾਨ ਦਿੱਤੇ ਆਪਾਂ ਉਹਨੂੰ ਛੱਡ ਲੈਂਦੇ ਹਾਂ। ਉਹਦੇ ਤੋਂ ਪਹਿਲਾਂ 3 ਟਿਕਟਾਂ ਦਿੱਤੀਆਂ ਤੇ ਤਿੰਨੋਂ ਹੀ ਕਮਾਲ ਦੀਆਂ ਟਿਕਟਾਂ ਨੇ। ਅਸੀਂ ਨਹੀਂ ਕਹਿੰਦੇ ਤਿੰਨੋਂ ਹੀ ਬੰਦੇ ਬਹੁਤ ਵਧੀਆ ਹੋਣੇ ਆ, ਅਸੀਂ ਕਿਸੇ ਨੂੰ ਨਿੱਜੀ ਤੌਰ ਦੇ ਉੱਤੇ ਮਾੜਾ ਚੰਗਾ ਨਹੀਂ ਕਹਿੰਦੇ। ਪਰ ਗੱਲ ਇਹ ਹੈ ਕਿ ਹੁਣ ਫਗਵਾੜੇ ਤੋਂ ਜੋਗਿੰਦਰ ਸਿੰਘ ਮਾਨ ਹੋਰੀ 24 ਘੰਟੇ ਦੇ ਵਿੱਚ ਕੈਂਡੀਡੇਟ ਬਣਾਤੇ। ਉਹਨਾਂ ਨੇ ਕਾਂਗਰਸ ਛੱਡੀ, ਆਮ ਆਦਮੀ ਪਾਰਟੀ 'ਚ ਆਏ। ਅਰਵਿੰਦ ਕੇਜਰੀਵਾਲ ਸਾਹਿਬ ਨਾਲ ਫੋਟੋ ਖਿੱਚ ਹੋਈ। ਸਾਬਕਾ ਮੰਤਰੀ ਨੇ 3 ਵਾਰ ਦੇ ਵਿਧਾਇਕ ਰਹਿ ਚੁੱਕੇ ਨੇ, ਉਹਨਾਂ ਨੂੰ ਫਗਵਾੜੇ ਤੋਂ ਕੈਂਡੀਡੇਟ ਬਣਾਤਾ। ਹੁਣ ਸਵਾਲ ਤਾਂ ਉੱਥੇ ਹੀ ਖਲੋਤਾ ਨਾ ਕਿ ਠੀਕ ਹੈ ਬਣਾ ਦਿੱਤਾ ਕੋਈ ਗੱਲ ਨਹੀਂ, ਪਰ 48 ਘੰਟਿਆਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲਈ ਕਿਹੜਾ ਕੰਮ ਕਰ ਲਿਆ? ਇਸੇ ਤਰੀਕੇ ਅਜੀਤਪਾਲ ਸਿੰਘ ਕੋਹਲੀ ਨੇ, ਉੱਥੇ ਕੁੰਦਨ ਗੋਗੀਆ ਹੋਰੀ ਪੁਰਾਣੇ ਬੰਦੇ ਨੇ, ਉਹ ਨਾਲ ਤੁਰ ਪੈਣਗੇ। ਮੈਨੂੰ ਲੱਗਦਾ ਕਿ ਉਹਨਾਂ ਨੇ ਬਗਾਵਤ ਨਹੀਂ ਕਰਨੀ, ਨਾਲ ਉਹਨਾਂ ਨੇ ਤੁਰ ਪੈਣਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਕਿ ਕਿਹੜਾ ਉਹ ਫਾਰਮੂਲਾ, ਕਿਹੜਾ ਚੌਕਟਾ ਕਿਹੜਾ ਆ ਜਿਹਦੇ ਵਿੱਚ ਕੱਲ੍ਹ ਆਏ ਬੰਦੇ ਝੱਟ ਫਿੱਟ ਹੋ ਜਾਂਦੇ ਆ। ਇਸੇ ਤਰੀਕੇ ਗੁਰਪ੍ਰੀਤ ਸਿੰਘ ਗੋਗੀ ਨੇ, ਉਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਟਿਕਟ ਦੇ ਤੇ ਹਫ਼ਤਾ ਉਹਨਾਂ ਨੂੰ ਨਹੀਂ ਹੋਇਆ ਆਇਆ ਨੂੰ ਅਜੇ। ਜਾਣੀ ਕਿ ਉਹ ਸਾਰੇ ਵਰਕਰ ਕੋਈ 2013 ਦਾ ਲੱਗਾ ਹੋਊਗਾ, ਕੋਈ 14 ਦਾ ਲੱਗਾ ਹੋਊਗਾ, ਕੋਈ 16 ਦਾ ਲੱਗਾ ਹੋਊਗਾ, ਕੋਈ 17 ਦਾ ਲੱਗਾ ਹੋਊਗਾ, ਕੋਈ 2 ਸਾਲ ਪਹਿਲਾਂ ਦਾ ਲੱਗਾ ਹੋਊਗਾ। ਉਹਨਾਂ ਦੇ ਉੱਤੇ 48 ਘੰਟੇ 24 ਘੰਟੇ ਤੇ 7 ਦਿਨ ਜਿਹੜੇ ਉਹ ਭਾਰੂ ਪੈ ਜਾਂਦੇ ਆ। ਇਹ ਪੈਂਦੇ ਕਰਕੇ ਤੇ ਭਾਈ ਸਾਹਿਬ ਇਹ ਤਾਂ ਜੀ ਇਹਨਾਂ ਦੀ ਗੱਲ ਚੱਲੀ ਹੈ ਨਾ। ਇੱਕ ਅਜੇ ਗਠੜੀ ਹੋਰ ਖੋਲ੍ਹ ਲੈਣ ਦੇ ਉੱਤੇ ਉਸ ਗਠੜੀ ਦੇ ਬਾਰ-ਬਾਰ ਬਣਿਆ ਕਮਲ ਦਾ ਫੁੱਲ ਤੇ ਬੀਜੇਪੀ ਵਾਲਿਆਂ ਦੀ ਗਠੜੀ ਆ। ਉਹ ਜਿਸ ਹਿਸਾਬ ਨਾਲ ਉਹ ਹੁੰਦਾ ਨਾ ਵੀ ਉਹ ਇੱਕ ਹੁੰਦਾ ਵੀ ਪੰਡ ਪਹਿਲਾਂ ਚੀਜ਼ਾਂ ਪਾਉਣੀਆਂ ਫੇਰ ਬੰਨਣੀ। ਉਹਨਾਂ ਦਾ ਕੰਮ ਤੇ ਹੋ ਗਿਆ ਵੀ ਪੰਡ ਪਹਿਲਾਂ ਬੰਨੀ ਆ ਫਿਰ ਇਧਰੋਂ ਟੇਢਾ ਜਿਹਾ ਕਰਕੇ ਵਿੱਚ ਚੀਜ਼ਾਂ ਫਸਾਉਣ ਵਾਲੇ ਕੰਮ ਪਾਸ ਜਾਣੇ ਹੁੰਦੇ ਵਿੱਚ। ਉਹ ਜਿਹੜਾ ਕਿਹੜਾ ਆਉਂਦਾ ਅੱਛਾ ਬੀਜੇਪੀ ਆਓ ਮਹਾਰਾਜ ਤੇ ਥੋੜ੍ਹੀ ਜਗ੍ਹਾ ਹੈਗੀ ਆ। ਉਹ ਜਿਸ ਹਿਸਾਬ ਨਾਲ ਇਸ ਵਕਤ ਉਹਨਾਂ ਨੇ ਗੰਢ ਬੰਨੀ ਆ, ਐ ਮੈਨੂੰ ਲੱਗਦਾ ਵੀ ਗੰਢ ਵੀ ਇਹ ਖੁੱਲ੍ਹਣ ਵਾਲੀ ਆ। ਅੱਜ ਲਿਸਟ ਆ ਜੇ, ਕੱਲ੍ਹ ਨੂੰ ਆ ਜੇ, ਪਰਸੋਂ ਆ ਜੇ, ਜਿੱਦਣ ਲਿਸਟ ਆਈ ਖਲਾਰਾ ਉੱਧਰ ਵੀ ਪੈਣਾ, ਕਿਉਂਕਿ ਉਹਦੇ ਵਿੱਚ ਵੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਧੁਖਣ ਡੀਆਂ ਨਾ। ਕਿਉਂਕਿ ਜਿਹੜੇ ਪਹਿਲਾਂ ਦੇ ਬੰਦੇ ਫਸੇ ਆ ਉਹ ਕਹਿੰਦੇ ਵੀ ਯਾਰ ਜਦੋਂ ਦਾ ਬੀਜੇਪੀ ਨੂੰ ਪੁੱਛਦਾ ਕੋਈ ਨਹੀਂ ਸੀ, ਜਦੋਂ ਤਾਂ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਸੀ ਤੇ ਅਸੀਂ ਉੱਥੇ ਜਾ ਕੇ ਕਿਤੇ ਸਰਕਾਰੀ ਦਰਬਾਰੇ ਵੀ ਪਹੁੰਚ ਕਰਦੇ ਹੋ ਕਹਿੰਦੇ ਯਾਰ ਤੁਸੀਂ ਕੌਣ? ਅਸੀਂ ਜੀ ਭਾਈਵਾਲ ਨੇ। ਕਹਿੰਦਾ ਭਾਈਵਾਲ ਹੀ ਆ ਨਾ, ਤੁਹਾਡੀ ਕੋਈ ਸਰਕਾਰ ਥੋੜ੍ਹਾ ਪਿੱਛੇ ਉਦੋਂ ਹੀ ਹੈ ਨਾ। ਮਤਲਬ ਉਦੋਂ ਕਹਿੰਦੇ ਵੀ ਅਸੀਂ ਜੁੱਤੀਆਂ ਘਸਾਉਂਦੇ ਰਹਿ ਗਏ ਤੇ ਹੁਣ ਜਦੋਂ ਮੌਕਾ ਆਇਆ ਵੀ ਬੀਜੇਪੀ ਕਹਿੰਦੀ ਵੀ ਅਸੀਂ ਫੁੱਲ ਫਲੈਜ ਲੜਨਾ, ਉਦੋਂ ਤੁਸੀਂ ਡਰਾਈਵਰ ਹੋਰ ਨਾ ਥਾਂ ਚੁੱਕੀ ਲਿਆਉਂਦੇ ਹੋ। ਇਹ ਸੰਧਾਲੀਆ ਸਾਹਿਬ ਬਹੁਤ ਵੱਡਾ ਇਸ਼ੂ ਆ। ਹਾਲਾਂਕਿ ਇੱਧਰਲੇ ਪਾਸੇ ਨੂੰ ਕੋਈ ਗੱਲ ਨਹੀਂ ਕਰਦਾ। ਮੈਨੂੰ ਯਾਦ ਆਉਂਦਾ ਪੱਛਮੀ ਬੰਗਾਲ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ 'ਚ ਮਮਤਾ ਬੈਨਰਜੀ ਦਾ ਮੁਕਾਬਲਾ ਕਰਨਾ ਸੀ, ਭਾਜਪਾ ਨੇ ਕਿਹੜਾ ਉਦਣ ਹੀ ਜਨਮ ਲਿਆ ਸੀ। ਪੱਛਮੀ ਬੜੇ ਬੰਦੇ ਸੀ, ਭਾਵੇਂ ਜਿੱਤਦੇ ਸੀ ਭਾਵੇਂ ਨਹੀਂ ਸੀ ਜਿੱਤਦੇ, ਉਹ ਭਾਜਪਾ ਦੇ ਲਈ ਪੱਛਮੀ ਬੰਗਾਲ 'ਚ ਕੰਮ ਕਰਦੇ ਸੀ। ਪਰ ਜਿੱਦਾਂ ਹੀ ਮਮਤਾ ਬੈਨਰਜੀ ਦਾ ਨੇੜਲਾ ਸਾਥੀ ਸ਼ੁਭਿੰਦਰੂ ਅਧਿਕਾਰੀ ਲਿਆਂਦਾ, ਉਹਦੇ ਤੋਂ ਬਾਅਦ ਉਹ ਹਰ ਸਟੇਜ ਦੇ ਉੱਤੇ ਨਾਲ ਬਹਿੰਦਾ ਸੀ। ਜਿਹੜੇ ਭਾਜਪਾ ਦੇ ਪੁਰਾਣੇ ਬੰਦੇ ਸੀ ਉਹ ਪਿੱਛੇ ਹੋ ਜਾਂਦੇ ਸੀ। ਫਿਰ ਉਹਦੇ ਤੋਂ ਬਾਅਦ ਕਿੰਨੀਆਂ ਹੀ ਟਿਕਟਾਂ, ਦਰਜਨਾਂ ਬੰਦੇ, ਕੋਈ ਤ੍ਰਿਣਮੂਲ ਕਾਂਗਰਸ 'ਚੋਂ ਲਿਆਂਦਾ, ਕੋਈ ਕਾਮਰੇਡਾਂ 'ਚੋਂ, ਕੋਈ ਕਾਂਗਰਸ ਦੇ ਵਿੱਚੋਂ ਲਿਆਂਦਾ, ਉਹ ਭਾਜਪਾ ਸ਼ਾਮਲ ਹੋਏ, ਥੋਕ ਦੇ ਵਿੱਚ ਟਿਕਟਾਂ ਵੰਡਤੀਆਂ। ਹੁਣ ਜਿਹੜੇ 60 70 80 ਹਲਕਿਆਂ ਦੇ ਵਿੱਚ ਉਹ ਟਿਕਟਾਂ ਦਿੱਤੀਆਂ, ਉੱਥੇ ਬੀਜੇਪੀ ਦੇ ਵਰਕਰ ਵੀ ਹੋਣੇ ਆ। ਉਹਨਾਂ 'ਚੋਂ ਕਿੰਨੇ ਕੁ ਘਰ ਬਹਿ ਗਏ, ਕਿੰਨੇ ਕੁ ਹੋਰ ਪਾਰਟੀ ਚਲੇ ਗਏ, ਕਿੰਨੇ ਕੁ ਸਰਗਰਮ ਰਹੇ, ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਪੰਜਾਬ ਦੇ ਵਿੱਚ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਸਟੇਜ ਦੇਖੋਗੇ, ਉਹਦੇ ਵਿੱਚ ਜਾਂ ਤਾਂ ਗਜਿੰਦਰ ਸਿੰਘ ਸ਼ੇਖਾਵਤ ਹੁੰਦੇ ਆ, ਬੀਬੀ ਮੀਨਾਕਸ਼ੀ ਲੇਖੀ ਹੁੰਦੇ ਆ, ਹਰਦੀਪ ਸਿੰਘ ਪੁਰੀ ਸਾਹਿਬ ਵੀ ਹੁੰਦੇ ਆ, ਨਾਲ ਹੁੰਦੇ ਆ ਮਨਜਿੰਦਰ ਸਿੰਘ ਸਿਰਸਾ ਸਾਹਿਬ। ਹੁਣ ਮਨਜਿੰਦਰ ਸਿੰਘ ਸਿਰਸਾ ਵੀ ਥੋੜੇ ਦਿਨ ਪਹਿਲਾਂ ਆਏ ਆ। ਨਾਲ ਹੁੰਦੇ ਆ ਇੱਕ ਉਹ ਸੱਜਣ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਥੋੜੇ ਦਿਨਾਂ ਦੇ ਲਈ ਕਾਂਗਰਸ ਪਾਰਟੀ 'ਚ ਗਏ ਤਾਂ ਫਿਰ ਹੁਣ ਭਾਰਤੀ ਜਨਤਾ ਪਾਰਟੀ 'ਚ ਆਏ ਆ। ਉਹ ਵੀ ਹੁਣ ਕੰਮ ਕਰਦੇ ਆ, ਪਰਮਿੰਦਰ ਸਿੰਘ ਬਰਾੜ ਸਾਹਿਬ। ਪਰਮਿੰਦਰ ਬਰਾੜ ਤੋਂ ਸੋਢੀ ਸਾਹਿਬ ਦੇ ਨਾਲ ਸਾਰੀ ਉਮਰ ਕਾਂਗਰਸ। ਹਾਂ, ਉਹ ਹੁਣ ਰਾਣਾ ਸੋਢੀ, ਫਤਿਹ ਬਾਜਵਾ ਸਾਹਿਬ ਵੀ ਹੁਣ ਨੇੜੇ ਹੁੰਦੇ ਆ। ਤੇ ਜਦੋਂ ਉਹ ਸਾਰੇ ਬੰਦੇ ਨੇੜੇ ਹੁੰਦੇ ਆ ਤਾਂ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਉਹ ਵਿਰੋਧ ਸੀ ਕਿਸੇ 'ਚ ਸੀ। ਜਿਨ੍ਹਾਂ ਬੰਦਿਆਂ ਨੇ ਲੋਕਾਂ ਤੋਂ ਸਭ ਤੋਂ ਵੱਧ ਗੱਲਾਂ ਸੁਣੀਆਂ, ਜਿਹੜੇ ਉਦੋਂ ਵੀ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਛੱਡ ਕੇ ਗਏ, ਚੰਗੇ ਸੀ ਮਾੜੇ ਸੀ, ਅੱਜ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਸਟੇਜ ਦੇ ਉੱਤੇ ਕਿਤੇ ਲੱਭਦੇ ਨਹੀਂ। ਹਿਰਖ ਤਾਂ ਮਾੜਾ ਮੋਟਾ ਕਰਦੇ ਹੀ ਹੋਣਗੇ ਨਾ। ਨਹੀਂ ਕਰਦੇ ਹੋਣਗੇ। ਆਪਾਂ ਚਲੋ ਐਡਵਾਂਸ ਦੇ ਵਿੱਚ ਹੀ ਜ਼ਿਕਰ ਕਰ ਦਿੰਦੇ ਹਾਂ, ਕਿਸੇ ਵੇਲੇ ਹੁੰਦਾ ਨਾ ਵੀ ਧੁਖਦੀ ਹੁੰਦੀ ਆ, ਪਹੁੰਚਦੀ ਨਹੀਂ ਹੁੰਦੀ। ਇਸ ਕਰਕੇ ਆਪਾਂ ਜ਼ਰੂਰ ਬੇਨਤੀ ਕਰ ਦਈਏ ਬੀਜੇਪੀ ਵਾਲਿਆਂ ਨੂੰ ਵੀ ਉਹ ਇਹ ਨਾ ਹੋਵੇ ਵੀ ਜਿਹੜੇ ਬੰਦੇ ਤਾਂ ਤੁਹਾਡੇ ਪੁਰਾਣੇ ਸੀ, ਪੱਕੇ ਸੀ, ਖੜੇ ਸੀ, ਜਿਨ੍ਹਾਂ ਦੇ ਪੈਰ ਲੱਗੇ ਵੀ ਅਗਲਾ ਕਹਿੰਦਾ ਯਾਰ ਮੀਂਹ ਜਾਵੇ, ਹਨੇਰੀ ਜਾਵੇ, ਆਪਾਂ ਪਾਰਟੀ ਨਾਲ ਆ।
ਇਹ ਨਾ ਹੋਵੇ ਵੀ ਹੁਣ ਉਹਨਾਂ ਬੰਦਿਆਂ ਨੂੰ ਨਾਰਾਜ਼ ਕਰ ਲਓ ਤੇ ਜਿਹੜੇ ਆਪਾਂ ਫਸਲੀ ਵਟੇਰੇ ਇੱਧਰੋਂ ਚੁੱਕ ਕੇ ਲਿਆਉਂਦੇ ਆ। ਤੁਸੀਂ ਪੱਛਮੀ ਬੰਗਾਲ ਦਾ ਜ਼ਿਕਰ ਕੀਤਾ, ਜਦੋਂ ਰਿਜ਼ਲਟ ਆਇਆ ਸੀ ਉਦੋਂ ਬਾਅਦ ਉਸੇ ਤਰ੍ਹਾਂ ਹੀ ਜਿੱਦਾਂ ਪੰਡ 'ਚ ਤੁੰਨੇ ਸੀ ਉੱਦਾਂ ਨਿਕਲ ਕੇ ਵਾਪਸ ਚਲੇ ਗਏ। ਨਹੀਂ ਆਪੋ ਆਪਣੇ ਕਹਿੰਦੇ ਬਾਹਰੋਂ ਕਈ ਵਾਰੀ ਹੁੰਦਾ ਨਾ ਕਿ ਕਾਰਡ ਬੰਦਾ ਰਾਸ਼ਨ ਕਾਰਡ ਰੱਖ ਕੇ ਜਾਂਦਾ ਜੀ ਖੰਡ ਲੈਣੀ, ਅਗਲੇ ਕਹਿੰਦੇ ਆਏ ਨਹੀਂ ਯਾਰ ਠੇਕੇਦਾਰ ਲਿਆਓ ਯਾਰ ਮੇਰਾ ਕਾਰਡ ਦੇ ਦਿਓ। ਅੱਜ ਕੱਲ੍ਹ ਟਾਈਮ ਨਹੀਂ ਨਾ ਲੱਗਦਾ ਬਹੁਤਾ। ਇਹ ਨਾ ਹੋਵੇ ਵੀ ਜਿਹੜੇ ਬੰਦੇ ਇਸ ਵਕਤ ਵੱਖ-ਵੱਖ ਪਾਰਟੀਆਂ ਤੋਂ ਬੀਜੇਪੀ ਲਿਆ ਰਹੀ ਹੈ, ਜਦੋਂ ਨਤੀਜਾ ਆਵੇ 10 ਮਾਰਚ ਨੂੰ ਚੰਗਾ ਹੋਵੇ ਮਾੜਾ ਹੋਵੇ ਆਪਾਂ ਉਹਦੇ 'ਚ ਪੈਂਦੇ ਨਹੀਂ, ਉਦੋਂ ਬਾਅਦ ਉਹੀ ਬੰਦੇ ਲੱਭਣ ਵੀ ਯਾਰ ਉਹ ਫੋਨ ਤੇ ਕਰੋ, ਉਹਨਾਂ ਦਾ ਫੋਨ ਲੱਗ ਨਹੀਂ ਰਿਹਾ ਸਰ, ਉਹ ਤਾਂ ਕਹਿੰਦੇ ਸਿਮ ਬਾਹਰ ਰੱਖ ਗਏ ਹੁਣ। ਸੰਧਾਲੀਆ ਸਾਹਿਬ, ਹੁਣ ਇਹਨਾਂ ਤੋਂ ਬਾਅਦ ਆਪਾਂ ਸਿੱਧੇ ਜਾਣਾ ਇਸ ਵੇਲੇ ਢੀਂਡਸਾ ਸਾਹਿਬ, ਉਹਨਾਂ ਦੇ ਨਾਲ ਵੀ ਕੋਈ ਜੁੜਿਆ ਹੈ ਕਿਉਂਕਿ ਪਿਛਲੇ 20 ਕੁ ਦਿਨਾਂ ਤੋਂ ਤਾਂ ਬੰਦੇ ਗਏ ਹੀ ਨੇ, ਜੁੜੇ ਨਹੀਂ। ਪਰ ਹੁਣ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ ਵੀ ਕਿਹਾ ਕਿ ਆ ਦੇਖੋ ਜੀ ਪੁਰਾਣੇ ਬੰਦੇ ਨੇ, ਕਈ ਵਾਰ ਦੇ MLA ਨੇ, ਕੈਬਨਿਟ ਮਿਨਿਸਟਰ ਰਹੇ ਨੇ, ਅਸੀਂ ਅਕਾਲੀ ਦਲ ਦੇ ਵਿੱਚ ਇਕੱਠਿਆਂ ਬਹੁਤ ਸਾਰਾ ਕੰਮ ਕੀਤਾ ਹੈ ਤੇ ਮੈਂ ਫਿਰ ਇੱਧਰ ਆ ਗਿਆ ਸੀ, ਇਹ ਕਾਂਗਰਸ ਚਲੇ ਗਿਆ ਸੀ। ਸਰਵਣ ਸਿੰਘ ਫਲੋਰ, ਉਹਨਾਂ ਦਾ ਬੇਟਾ ਦਮਨਵੀਰ ਸਿੰਘ ਫਲੋਰ, ਤੇ ਉਹ ਕਿਉਂਕਿ ਫਲੋਰ ਤੋਂ ਟਿਕਟ ਮੰਗਦੇ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਚੌਧਰੀ ਸੰਤੋਖ ਸਿੰਘ ਹੋਰੀ ਤਾਂ MP ਨੇ ਜਲੰਧਰੋਂ, ਕਿ ਉਹਨਾਂ ਦੇ ਬੇਟੇ ਨੂੰ ਫਲੋਰ ਤੋਂ ਟਿਕਟ ਨਾ ਦਿਓ, ਸਾਡਾ ਪੁਰਾਣਾ ਹਲਕਾ ਸਾਨੂੰ ਦਿਓ, ਅਸੀਂ ਜਿੱਤ ਕੇ ਦਿਖਾਵਾਂਗੇ। ਚੌਧਰੀ ਬਿਕਰਮ ਪਿਛਲੇ ਵਾਰ ਹਾਰ ਗਿਆ ਸੀ, ਕਾਂਗਰਸ ਨੇ ਫਿਰ ਟਿਕਟ ਨਹੀਂ ਦਿੱਤੀ, ਚੌਧਰੀ ਬਿਕਰਮ ਹੋਰਾਂ ਨੂੰ ਹੀ ਦੇ ਦਿੱਤੀ, ਪਿਤਾ ਜੀ ਉਹਨਾਂ ਦੇ MP ਨੇ। ਇਹ ਫਿਰ ਇੱਕ ਦਿਨ ਸੋਚਿਆ ਤੇ ਫਿਰ ਦੂਸਰੇ ਦਿਨ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅਕਾਲੀ ਦਲ ਸੰਯੁਕਤ ਦੇ ਵਿੱਚ ਆ ਗਿਆ ਤੇ ਆਉਂਦਿਆਂ ਫਿਰ ਫਲੋਰ ਸਾਹਿਬ ਨੇ ਕਿਹਾ ਵੀ ਮਾੜਾ ਹਾਲ ਹੈ ਕਹਿੰਦੇ ਪਾਰਟੀਆਂ ਦਾ, ਬਹੁਤ ਮਾੜੇ ਕੰਮ ਹੋ ਰਹੇ ਨੇ, ਲੋਕਾਂ ਨੂੰ ਲੁੱਟਿਆ ਕੁੱਟਿਆ ਜਾ ਰਿਹਾ। ਕਈ ਵਾਰੀ ਹਾਈ ਕਮਾਂਡ ਨੂੰ ਵੀ ਜਾ ਕੇ ਕਿਹਾ ਪਰ ਉਹ ਕਹਿੰਦੇ ਜੀ ਸਾਡੇ ਹੱਥ ਖੜੇ, ਕਹਿੰਦੇ ਰਾਹੁਲ ਗਾਂਧੀ ਹੋਰਾਂ ਨੇ ਵੀ ਕਿਹਾ ਸੀ। ਹਾਂ ਨਹੀਂ ਇਹ ਤਾਂ ਹੈ। ਨਾਲ ਦੇਖੋ ਇੱਕ ਗੱਲ ਇਹ ਵੀ ਹੈ, ਜਦੋਂ ਪੁੱਛਿਆ ਨਾ ਵੀ ਮੋਦੀ ਸਾਹਿਬ ਦੇ ਨਾਲ ਗੱਠ ਜੋੜ ਹੈ, ਇੱਦਾਂ ਕਿੱਦਾਂ ਸਰ ਜੂਗਾ ਕਿਉਂਕਿ ਇਹ ਤਾਂ ਗੱਲ ਬਣਨੀ ਨਹੀਂ ਕਿਤੇ। ਉਹਨਾਂ ਨੇ ਨਹੀਂ, ਵਿਰੋਧ ਸੀਗਾ, ਹੁਣ ਥੋੜ੍ਹਾ ਹੈਗਾ, ਕਹਿੰਦੇ ਹੁਣ ਕਿਉਂ ਨਹੀਂ ਹੈਗਾ। ਦੇਖੋ ਜੀ ਉਹ ਪ੍ਰਧਾਨ ਮੰਤਰੀ ਨੇ ਜਦੋਂ ਮਾफ़ੀ ਮੰਗ ਲਈ, ਕਹਿੰਦੇ ਹੋ ਗਈ ਗਲਤੀ, ਗੱਲ ਨਹੀਂ ਬਣੀ, ਉਹਨਾਂ ਨੇ ਵੇਖਿਆ ਵੀ ਯਾਰ ਗਲਤੀ ਹੋ ਗਈ, ਉਹਨਾਂ ਨੇ ਮਾफ़ੀ ਮੰਗੀ, ਇਹਦੇ ਤੋਂ ਵੱਡਾਪਣ ਕੀ ਹੋ ਸਕਦਾ। ਵੀਰਬਾਲ ਦਿਵਸ ਕਹਿੰਦੇ ਉਹਨਾਂ ਨੇ ਮਨਾਇਆ। ਇਸ ਤੋਂ ਇਲਾਵਾ ਕਹਿੰਦੇ ਢੀਂਡਸਾ ਸਾਹਿਬ ਖੁਦ ਕਹਿ ਕੇ ਆਏ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ, ਉਹੋ ਜਿਹੇ ਮਸਲੇ ਜਦੋਂ ਹੱਲ ਹੋਣੇ ਆ ਤੇ ਤੁਸੀਂ ਆਪ ਅੰਦਾਜ਼ਾ ਲਾਓ ਵੀ ਉਹ ਪਾਰਟੀ ਚੰਗੀ ਹੈ ਕਿ ਮਾੜੀ ਹੈ। ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਇਹਦਾ ਮਤਲਬ ਪਤਾ ਕੀ ਨਿਕਲਦਾ, ਹੁਣ ਫਲੋਰ ਤੋਂ ਜੇ ਸਰਵਣ ਸਿੰਘ ਫਲੋਰ ਜਾਂ ਦਮਨਵੀਰ ਸਿੰਘ ਫਲੋਰ ਚੋਣ ਲੜਦੇ ਆ, ਉਧਰੋਂ ਚੌਧਰੀ ਬਿਕਰਮ ਸਿੰਘ ਹੋਰੀ ਹੋਣਗੇ, ਉਧਰੋਂ ਫਿਰ ਫਲੋਰ ਤੋਂ ਅਕਾਲੀਆਂ ਦੇ ਤਾਂ ਜਿਹੜੇ ਹੈਗੇ ਆ ਸੱਜਣ ਪੁਰਾਣੇ ਹੈਗੇ ਹੀ ਆ, ਉਧਰੋਂ ਫਿਰ ਅਜੇ ਇੱਕ ਹੋਰ ਸੱਜਣ ਆਉਣੇ ਆ, ਉਹਨਾਂ ਦੇ ਜਾਣੀ ਵੀ ਜਿਹੜੇ ਹੈਗੇ ਨੇ ਸਿੱਧੇ ਤੌਰ ਤੇ ਕਿਸਾਨਾਂ ਦੇ ਬੰਦੇ, ਉਹ ਕਿਹੜੇ ਹੋਣਗੇ। ਜਿੱਦਾਂ ਮੋਗੇ ਦੇ ਵਿੱਚ 5 ਕੋਣਾ ਮੁਕਾਬਲਾ ਹੋਣਾ, ਕੰਮ ਇੱਧਰਲੇ ਪਾਸੇ ਵੀ ਦੰਦਿਆਂ 'ਚ ਫਸ ਜਾਣਾ। ਨਹੀਂ ਫਸਣਾ, ਪਰ ਚਲੋ ਕਾਰਨ ਇਹ ਆ ਨਾ ਸਿਆਸਤ ਆ, ਬਾਟ ਦਰਿਆ ਦੇ ਕੰਢੇ ਕੰਢੇ ਆ। ਮੈਂ ਤਾਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਵੀ ਐਤਕੀਆਂ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਉਹਦੇ 'ਚ ਇਹ ਨਜ਼ਾਰਾ ਵੀ ਭਾਈ ਸਾਹਿਬ ਜੇ ਇੱਧਰੋਂ ਟਿਕਟ ਨਹੀਂ ਮਿਲੀ ਤੇ ਮਗਰਲੀ ਨਵੀਂ ਨਕੋਰ ਬੱਸ 'ਚ ਬਹਿ ਜਾਊ, ਉਹਦੇ 'ਚ ਵੀ ਜਗ੍ਹਾ ਨਹੀਂ ਮਿਲਦੀ ਵੀ ਮੈਂ ਸ਼ੀਸ਼ੇ ਵਾਲੀ ਬਾਰੀ ਦੇ ਨਾਲ ਹੀ ਬਹਿਣਾ, ਸੀਟ ਉਹੀ ਲੈਣੀ ਆ, ਉਦੋਂ ਪਿਛਲੀ 'ਚ ਚੜ੍ਹ ਜਾਊ, ਕੋਈ ਫਰਕ ਨਹੀਂ ਪੈਂਦਾ। ਇੱਥੇ ਤਾਂ ਇਹ ਵੀ ਕੰਮ ਚੱਲਣ ਡਿਆ ਨਾ, ਹੁਣ ਦੇ ਆਸ਼ੂ ਬੰਗੜੋਂ ਵਾਲੇ ਕੇਸ ਦੇ ਵਿੱਚ ਤੇ ਇਹ ਹੋ ਗਿਆ ਵੀ ਇਹ ਬੰਦੇ ਨੂੰ ਸ਼ੀਸ਼ੇ ਵਾਲੀ 20 ਸੀਟ ਮਿਲੀ, ਇੱਥੇ ਬੈਠੋ ਸਰ ਕਹਿੰਦਾ, ਉੱਤਰ ਕੇ ਆ ਕੇ ਬਾਅਦ ਨਾ 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 ਮੈਂ ਨਹੀਂ ਇਹਦੇ 'ਚ ਬਹਿਣਾ, ਮੈਂ ਉਹਦੇ 'ਚ ਬਹਿਣਾ ਹੀ। ਇਹਦੇ ਤੋਂ ਵਧੀਆ ਆਫਰ ਕੀ ਹੋ ਸਕਦਾ ਦੱਸੋ। ਤੁਸੀਂ ਦੇਖੋ ਅੱਗੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਨਾ, ਅਸੀਂ ਉਹਦੇ ਤੋਂ ਵੀ ਅੱਗੇ ਲੰਘ ਗਏ ਆ। ਮੈਂ ਤਾਂ ਸਵੇਰ ਵਾਲੇ ਪ੍ਰੋਗਰਾਮ 'ਚ ਕਹਿੰਦਾ ਸੀ ਕਿ ਫਿਲਮ ਵਾਲਿਆਂ ਦਾ ਮੰਦਾ ਲੱਗ ਗਿਆ ਹੋਣਾ ਕਿਉਂਕਿ ਬਹੁਤੀਆਂ ਕਮੇਡੀ ਫਿਲਮਾਂ ਚੱਲਦੀਆਂ ਪੰਜਾਬੀ, ਤੇ ਅੱਜ ਕੱਲ੍ਹ ਕਮੇਡੀ ਸਿਆਸਤ 'ਚ ਬੜੀ ਹੁੰਦੀ ਹੈ। ਅੱਗੇ ਚਰਚਾ ਚੱਲਦੀ ਸੀ ਕਿ ਸ਼੍ਰੀ ਹਰਗੋਬਿੰਦਪੁਰ ਵਾਲੇ ਲਾਡੀ ਸਾਹਿਬ ਗਏ ਤਾਂ 7 ਦਿਨਾਂ 'ਚ ਮੁੜਿਆ ਏ। ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਦੇ 4 ਵਾਰੀ ਦੇ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਵੀ ਜ਼ਿਲ੍ਹਾ ਪ੍ਰਧਾਨ ਜਿਹੜੇ ਭਗਵੰਤਪਾਲ ਸਿੰਘ ਸੱਚਰ ਸਾਹਿਬ ਮੌਜੂਦਾ ਜ਼ਿਲ੍ਹਾ ਪ੍ਰਧਾਨ ਮਜੀਠੀਓਂ ਟਿਕਟ ਮੰਗਦੇ ਸੀ, ਸਰਗਰਮੀਆਂ ਵੀ ਸ਼ੁਰੂ ਕੀਤੀਆਂ ਸੀ। ਲਾਲੀ ਮਜੀਠੀਆ ਸਾਹਿਬ ਕਾਂਗਰਸ ਛੱਡ ਕੇ ਚਲੇ ਗਏ, ਉਹਨਾਂ ਦੇ ਸਕੇ ਭਾਈ ਸਾਹਿਬ ਜੱਗਾ ਮਜੀਠੀਆ ਸਾਹਿਬ ਨੂੰ ਅਗਲੇ ਨੇ ਟਿਕਟ ਦਿੱਤੀ। 24 ਘੰਟਿਆਂ ਦੇ ਵਿੱਚ ਵਿੱਚ ਹੀ ਸੱਚਰ ਸਾਹਿਬ ਕਹਿੰਦੇ ਹੋਊਗਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਾ, ਭਾਰਤੀ ਜਨਤਾ ਪਾਰਟੀ ਤੋਂ ਵਧੀਆ ਪਾਰਟੀ ਕੋਈ ਗੱਲ ਨਹੀਂ। ਉਧਰ ਚਲੇ ਗਿਆ, ਤਸਵੀਰਾਂ ਆਈਆਂ, 4 ਬੰਦੇ ਬੀਜੇਪੀ ਦੇ ਇੱਧਰ ਖੜੇ, 3 ਬੰਦੇ ਇੱਧਰ ਖੜੇ, ਗੁਲਦਸਤਾ ਫੜਾਇਆ, ਗਲ ਦੇ ਵਿੱਚ ਉਹਨਾਂ ਵਾਲਾ ਪਰਨਾ ਪਾਇਆ ਸਪੈਸ਼ਲ ਜਿਹੜਾ ਕਮਲ ਦੇ ਫੁੱਲ ਵਾਲਾ, ਤੇ ਉਧਰ ਚਲੇ ਗਏ। ਜਾਣੀ ਲਾਡੀ ਸਾਹਿਬ ਨੂੰ ਤਾਂ 7 ਦਿਨ ਫਿਰ ਵੀ ਲੱਗ ਗਿਆ ਸੀ। ਇਹ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਘਰੇ ਕਾਂਗਰਸ ਦੀ ਮਾਝਾ ਬ੍ਰਿਗੇਡ ਗਈ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕੈਬਨਿਟ ਮਿਨਿਸਟਰ, ਤਿੰਨੋਂ ਬੰਦੇ ਗਏ ਤੇ ਜਾ ਕੇ ਸੱਚਰ ਸਾਹਿਬ ਆਹ ਕੀ ਕੀਤਾ। ਉਹਨਾਂ ਨੂੰ ਫਿਰ ਕਿਹਾ ਗੱਲ ਕਿਹੜੀ ਆ, ਟਿਕਟ ਦਾ ਰੌਲਾ, ਆਪਾਂ ਕੱਲ੍ਹ ਨੂੰ ਪੁਨਰ ਵਿਚਾਰ ਕਰ ਲੈਂਦੇ ਆ, ਜੱਗਾ ਮਜੀਠੀਆ ਸਾਹਿਬ ਵੀ ਆਪਣੇ, ਤੁਸੀਂ ਵੀ ਆਪਣੇ, ਤੇ ਉੱਥੇ ਨਹੀਂ ਮੰਨੇ, ਉਹ ਦਿੱਲੀ ਕਰਾਓ ਗੱਲ। ਫਿਰ ਸੱਚਰ ਸਾਹਿਬ ਦੀ ਦਿੱਲੀ ਗੱਲ ਕਰਾਈ। ਸੱਚਰ ਸਾਹਿਬ ਕਹਿੰਦੇ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਟਿਕਟ ਉੱਧਰ ਦੇ ਦਿੱਤੀ ਸੀ, ਮੈਂ ਤਾਂ ਫਿਰ ਹਲੂਣਿਆ ਗਿਆ, ਮੈਨੂੰ ਮੇਰੇ ਕੁਝ ਇੱਕ ਸਾਥੀਆਂ ਨੇ ਉਦੋਂ ਕਿਹਾ ਕਿ ਆਪਾਂ ਉੱਧਰ ਜਾਣਾ, ਮੈਂ ਚਲੇ ਗਿਆ। ਮੈਂ ਜਿੱਦਾਂ ਹੀ ਗਿਆ ਹਲਕੇ 'ਚੋਂ ਫੋਨ ਆਉਣ ਲੱਗ ਪਿਆ ਕਿ ਸੱਚਰ ਸਾਹਿਬ ਆਹ ਕੀ ਕੀਤਾ।
ਨਾਲ ਹੀ ਉਪ ਮੁੱਖ ਮੰਤਰੀ ਸਾਹਿਬ ਆ ਗਿਆ, ਭਰਾ ਨੇ ਮੇਰੇ ਵੱਡੇ। ਹੁਣ ਚੱਲੇ ਆ ਦਿੱਲੀ ਤੇ ਮੈਨੂੰ ਕੱਲ ਸ਼ਾਮ 5 ਵਜੇ, ਅੱਜ ਸ਼ਾਮ 5 ਵਜੇ ਤੱਕ ਦਾ ਉਹਨਾਂ ਨੇ ਕਿਹਾ ਕਿ ਟਿਕਟ ਦਾ ਫੈਸਲਾ ਕਰਦੇ ਆ, ਕੋਈ ਗੱਲ ਨਹੀਂ ਬਦਲ ਜਾਣੀ। 24 ਘੰਟਿਆਂ ਦੇ ਵਿੱਚ ਜੇ ਇਸ ਤਰੀਕੇ ਇੰਨੀ ਛੇਤੀ ਦਾ ਖੋਟਾ ਪੈਸਾ ਵੀ ਨਹੀਂ ਮੁੜਦਾ। ਨਹੀਂ ਵੈਸੇ ਆਸ ਪੂਰੀ ਆ ਵੀ ਉਹ ਜਿਹੜੀ ਮਜੀਠੀ ਹਲਕੀ ਵਾਲੀ ਜਿਹੜੀ ਟਿਕਟ ਆ ਸ਼ਾਇਦ ਉਹ ਬਦਲੀ ਜਾਵੇ, ਕਿਉਂਕਿ ਜੱਗਾ ਮਜੀਠੀ ਹੋਰੀ ਵੈਸੇ ਵੀ ਕਹਿੰਦੇ ਸਿਆਸਤ 'ਚ ਆ ਕੇ ਬੰਦਾ ਰਾਜ਼ੀ ਨਹੀਂ। ਪਹਿਲਾਂ ਵੀ ਆਪਣੇ ਭਰਾ ਨੂੰ ਲੜਾਉਂਦੇ ਰਹੇ ਨੇ ਉਹ, ਤੇ ਉਹਨਾਂ ਨੂੰ ਆਖਿਆ ਵੀ ਐਤਕੀ ਹੈ ਨਹੀਂ, ਤੇ ਉਹਨਾਂ ਆਖਿਆ ਵੀ ਚੱਲ ਜਗ੍ਹਾ ਹੋ ਜੀ ਤੁਸੀਂ, ਉਹ ਕਹਿੰਦੇ ਕੋਈ ਨਹੀਂ ਫਿਰ ਮੈਂ ਹੀ ਸਹੀ। ਤੇ ਹੁਣ ਜਦੋਂ ਕਿ ਨਹੀਂ ਯਾਰ ਉਹ ਸੱਚ ਨੂੰ ਨਹੀਂ ਗੁੱਸਾ ਕਰਦੇ, ਚਲੋ ਫਿਰ ਕੋਈ ਗੱਲ ਨਹੀਂ ਇਹਨੂੰ ਲੜਾ ਲਓ, ਕੀ ਫਰਕ ਕਿਹੜੀ ਗੱਲ ਆ। ਪਰ ਇੱਕ ਗੱਲ ਹੈ, ਇਹ ਨਾ ਹੋਵੇ ਵੀ ਮਜੀਠੀ ਹਲਕੀ ਵਾਲੀ ਲੜਾਈ ਨਜਿੱਠਦੇ ਇੱਕ ਹੁੰਦਾ ਨਾ ਕਿਸੇ ਵੇਲੇ ਯਾਰ ਇੱਥੋਂ ਬਹੁਤ ਰੁੱਡ ਪੈਂਦੀ, ਬਹੁਤ ਪਾਣੀ ਨਿਕਲਦਾ, ਕੀ ਕਹਾਂ 2 ਟੱਪ ਮਿੱਟੀ ਦੇ ਰੱਖ ਤੋਂ ਲੈ ਹੁਣ ਠੀਕ ਆ, ਉਧਰੋਂ ਅਜੇ ਪਾਣੀ ਬੰਦ ਕਰਨ ਦੀ ਗੱਲ ਚੱਲਦੀ ਵੀ ਵੱਟ ਹੋਰ ਪਾਸੇ ਰੁੜ ਜਾਣੀ। ਕਿਉਂਕਿ ਗੱਲ ਹੈ ਨਾ ਵੀ ਜੇ ਇਹ ਪਿਰਤ ਪੈ ਗਈ ਵੀ ਇੱਕ ਥਾਂ ਤੋਂ ਦਿੱਤੀ ਹੋਈ ਟਿਕਟ ਬਦਲੀ ਜਾ ਸਕਦੀ ਹੈ, ਤੇ ਫਿਰ ਬੜੇ ਬੰਦੇ ਨੇ ਜਿਹੜੇ ਅਹਿਸਾਸ 'ਚ ਬੈਠੇ ਆ ਵੀ ਟਿਕਟ ਬਦਲੀ ਜਾਣੀ ਚਾਹੀਦੀ ਹੈ। ਹੋਰ ਕੁਛ ਨਹੀਂ, ਭਰਾਤਾ ਨੇ ਚੰਨੀ ਸਾਹਿਬ ਦੇ, ਉਹ ਤੇ ਖੁਦ ਕਹਿੰਦੇ ਵੀ ਆਜ਼ਾਦ ਲੜਾਂਗਾ, ਹਲਕੇ 'ਚ ਕੰਮ ਕੀਤਾ ਹੈ। ਉਹ ਗੱਲ ਵੱਖਰੀ, ਚੰਨੀ ਸਾਹਿਬ ਕਹਿੰਦੇ ਮੈਂ ਭਰਾ ਨੂੰ ਸਮਝਾ ਲੈਣਾ। ਇਹਦੇ ਹੁਣ ਟਾਈਮ ਦੱਸੋ ਵੀ ਕੌਣ ਕਿਹਨੂੰ ਸਮਝਾਉਂਦਾ। ਨਹੀਂ ਉੱਥੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜੀ ਬਦਲੀ ਕਰਾਤੀ ਸੀ, ਵਿਧਾਇਕ ਵੀ ਕਹਿੰਦੇ ਜੀਪੀ ਸਾਹਿਬ ਵੀ ਆਪਣੇ ਹੀ ਨੇ, ਉਹ ਵੀ ਭਰਾ ਨੇ, ਇਹ ਵੀ ਭਰਾ ਨੇ, ਇਹਨਾਂ ਨੇ ਕੰਮ ਬੜਾ ਕੀਤਾ। ਲੋਕ ਆਂਦੇ ਸੀ ਕਹਿੰਦੇ ਭਰਾ ਥੋੜੀ ਆਂਦਾ ਸੀ ਚੋਣ ਲੜਨੀ, ਮੈਂ ਫਿਰ ਵੀ ਮਨਾ ਲਾਂਗਾ। ਪਰ ਤੁਸੀਂ ਉਧਰ ਦੇਖੋ, ਆਹ ਕਪੂਰਥਲਾ, ਆਹ ਸੁਲਤਾਨਪੁਰ ਲੋਧੀ, ਇੱਥੋਂ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਉਮੀਦਵਾਰ, ਤੇ ਇੱਥੋਂ ਹੀ ਉਹਨਾਂ ਦੇ ਬੇਟੇ ਉਹ ਕਹਿੰਦੇ ਕਿ ਦੇਖੋ ਇੰਦਰ ਪ੍ਰਤਾਪ ਸਿੰਘ, ਰਾਣਾ ਇੰਦਰ ਪ੍ਰਤਾਪ ਸਿੰਘ, ਉਹ ਕਹਿੰਦੇ ਜੀ ਦੇਖੋ ਮੈਂ ਤਾਂ ਚਕੰਦਰ ਦੀ ਇੱਥੇ ਕਾਸ਼ਤ ਕਰਾਈ ਦੀ ਆਪਾਂ ਸੁਲਤਾਨਪੁਰ ਲੋਧੀ, ਮੈਂ ਇੰਨੇ ਮਹੀਨੇ ਪਹਿਲਾਂ ਇੱਥੇ ਆਇਆ ਤੇ ਲੋਕਾਂ ਨੇ ਦੱਸਿਆ ਕੰਮ ਬੜਾ ਖਰਾਬ ਹੈ, ਕਹਿੰਦੇ ਮੈਂ ਆਜ਼ਾਦ ਲੜਨਾ ਹੈ, ਸੀਟ ਜਿੱਤਣੀ ਹੈ, ਕਾਂਗਰਸ ਦੀ ਝੋਲੀ ਪਾਉਂਗਾ। ਜਦੋਂ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਪੁੱਛਿਆ ਕਿ ਤੁਹਾਡਾ ਬੇਟਾ ਤਾਂ ਬਾਗੀ ਹੋ ਗਿਆ ਕਾਂਗਰਸ ਤੋਂ, ਕਹਿੰਦੇ ਬਾਗੀ ਨਹੀਂ, ਲੋਕ ਕਹਿੰਦੇ ਬੇਟਾ ਜਿੱਤੇਗਾ, ਸੀਟ ਕਾਂਗਰਸ ਦੀ ਝੋਲੀ ਪਾਏਗਾ, ਕਾਂਗਰਸ ਤੋਂ ਬਾਗੀ ਨਹੀਂ ਹੈ, ਬੰਦਾ ਗਲਤ ਹੈ ਉੱਥੇ। ਹੁਣ ਰਾਣਾ ਇੰਦਰ ਪ੍ਰਤਾਪ ਨੇ ਦੋਸ਼ ਕੀ ਲਾਏ, ਉਹ ਕਹਿੰਦੇ ਜਦੋਂ ਮੈਂ ਹਲਕੇ 'ਚ ਵਿਚਰਿਆ ਤਾਂ ਨਿਕਲ ਗਈਆਂ, ਕਹਿੰਦੇ ਬਜ਼ੁਰਗ ਮਾਈਆਂ ਦੇ ਉੱਤੇ ਨਸ਼ੇ ਦੇ ਕੇਸ, ਜਿਹੜਾ ਬੰਦਾ ਦਿਹਾੜੀ ਕਰਦਾ 300 ਰੁਪਈਆ ਕਮਾਉਂਦਾ, ਉਹਨਾਂ ਤੇ ਨਸ਼ੇ ਦੇ ਕੇਸ ਪਾ ਕੇ ਉਹਨਾਂ ਨੇ MLA ਦਾ ਨਾਂ ਲਿਆ ਨਵਤੇਜ ਚੀਮਾ ਸਾਹਿਬ ਦਾ, ਕਹਿੰਦੇ 5-5 ਲੱਖ ਰੁਪਈਆ ਲਿਆ। ਤੇ ਜਦੋਂ ਪੁੱਛਿਆ ਜੀ ਤੁਸੀਂ ਇਦਾਂ ਕਿਉਂ ਕਰਦੇ ਹੋ, ਕਹਿੰਦੇ MLA ਸਾਹਿਬ ਨੇ ਬਾਬੇ ਨਾਨਕ ਦੇ ਨਾਂ ਤੇ ਪੈਸੇ ਖਾਦੇ ਆ। ਯਾਨੀ ਸਿੱਧੇ ਤੌਰ ਤੇ ਮੌਜੂਦਾ ਕੈਬਨਿਟ ਮੰਤਰੀ ਦਾ ਬੇਟਾ ਰਾਣਾ ਇੰਦਰ ਪ੍ਰਤਾਪ ਮੌਜੂਦਾ ਉਸੇ ਹੀ ਪਾਰਟੀ ਦੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਸਾਹਿਬ ਦੇ ਉੱਤੇ ਆਹ ਦੋਸ਼ ਲਾਉਂਦਾ ਹੈ। ਤੇ ਜੇ ਹੁਣ ਇੱਥੇ ਵੀ ਰੌਲਾ ਪੈ ਗਿਆ, ਉਧਰਲੇ ਪਾਸੇ ਬੱਸੀ ਪਠਾਣਾ ਵਾਲੀ ਸੀਟ ਦੇ ਉੱਤੇ ਚੰਨੀ ਸਾਹਿਬ ਦੇ ਭਰਾ ਦਾ ਰੌਲਾ ਪੈ ਗਿਆ, ਮਜੀਠੇ ਵਾਲਾ ਰੌਲਾ ਪੈ ਗਿਆ, ਤੇ ਅਸੀਂ ਇੱਕ ਹਲਕਾ ਬਿਲਕੁਲ ਨਹੀਂ ਭੁੱਲ ਸਕਦੇ, ਉਹਨੂੰ ਗੜਸ਼ੰਕਰ ਕਹਿੰਦੇ ਆ। 3 ਬੰਦੇ ਟਿਕਟ ਮੰਗਦੇ ਸੀ, ਅਮਰਪ੍ਰੀਤ ਸਿੰਘ ਲਾਲੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਪੰਜਾਬ ਦੇ, ਜਾਖੜ ਸਾਹਿਬ ਉਹਨਾਂ ਦੀ ਪਿੱਠ ਤੇ ਸੀ, ਉਹਨਾਂ ਨੂੰ ਟਿਕਟ ਦੇ ਦਿੱਤੀ। ਸਭ ਤੋਂ ਪਹਿਲਾਂ ਨਿਮਿਸ਼ਾ ਮਹਿਤਾ ਹੋਰੀ ਉੱਥੋਂ ਕਾਂਗਰਸ ਪਾਰਟੀ ਦੇ ਸਰਗਰਮ ਲੀਡਰ, ਉਹ ਕਹਿੰਦੇ ਜੀ ਚੰਗਾ ਸਤਿ ਸ੍ਰੀ ਅਕਾਲ, ਕਮਲ ਦਾ ਫੁੱਲ ਸਾਡੇ ਹੱਥ 'ਚੋਂ ਭੱਜ ਚਲੇ ਗਏ। ਇੱਕ ਦਿਨ ਲੱਗਾ, ਉਸੇ ਹਲਕੇ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਉਹ ਵੀ ਟਿਕਟ ਮੰਗਦੇ ਸੀ, ਨਹੀਂ ਮਿਲੀ। ਉਹ ਕਹਿੰਦੇ ਗੱਲ ਕਿਹੜੀ ਹੈ, ਤੁਸੀਂ ਭਾਜਪਾ 'ਚ ਤੇ ਮੈਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ। ਮੈਂ ਸੋਚਦਾ ਸੀ ਕਿ ਚਲੇ ਗਏ ਉਹ ਦੋਨੇ ਜਣੇ, ਹੁਣ ਹਲਕਾ ਤਾਂ ਕੈਪਟਨ ਸਾਹਿਬ ਜਾਂ ਭਾਜਪਾ 'ਚੋਂ ਇੱਕ ਨੂੰ ਹੀ ਮਿਲਣਾ। ਯਾਨੀ ਪਹਿਲਾਂ ਕਾਂਗਰਸ ਦੇ ਵਿੱਚ ਟਿਕਟ ਨੂੰ ਲੜਦੇ ਸੀ, ਹੁਣ ਬੀਬੀ ਨਿਮਿਸ਼ਾ ਮਹਿਤਾ ਤੇ ਲਵ ਕੁਮਾਰ ਗੋਲਡੀ ਹੁਣ ਦੋਨਾਂ ਵੱਖੋ ਵੱਖਰੀ ਪਾਰਟੀਆਂ ਤੋਂ ਹਲਕੇ ਨੂੰ ਲੜਨ ਲੱਪਣਗੇ। ਦੇਖੋ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ, 6 ਦਿਨ ਵੱਧ ਗਏ ਨੇ ਹੋਰ, ਇਹ ਲੜਾਈਆਂ ਸੈਟਲ ਹੋ ਜਾਣੀਆਂ। ਮੈਨੂੰ ਲੱਗਦਾ ਲਾਲ ਸਿੰਘ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ ਨਹੀਂ, ਕਿਉਂਕਿ ਬੰਦੇ ਦੋ ਵੀ ਇਕੱਠੇ ਕਰੀ ਫਿਰਦੇ। ਦੇਖੋ ਉਹ ਵੀ ਰੌਲਾ, ਉਹ ਵੀ ਸੁਲਤਾਨਪੁਰ ਲੋਧੀ ਵਾਲਾ ਤੇ ਕਪੂਰਥਲੇ ਵਾਲਾ ਹੀ ਆ। ਆਹੋ, ਉਹਨਾਂ ਦੇ ਬੇਟੇ ਨੂੰ ਟਿਕਟ ਦੇ ਦਿੱਤੀ ਰਜਿੰਦਰ ਸਿੰਘ ਹੋਰਾਂ ਨੂੰ, ਤੇ ਡੈਡੀ ਜੀ ਹੋਰਾਂ ਨੂੰ ਲਾਲ ਸਿੰਘ ਹੋਰਾਂ ਨੂੰ ਦਿੱਤੀ ਨਾ। ਉਹ ਬੇਟਾ ਸਾਹਿਬ ਕਹਿੰਦੇ ਜੀ ਇਕੱਠੇ, ਕਾਕਾ ਰਜਿੰਦਰ ਸਿੰਘ ਹੋਰੀ ਘਰੇ ਬੰਦੇ ਇਕੱਠੇ ਸੀ, ਉਹ ਕਹਿੰਦੇ ਜੀ ਗੱਲ ਇੱਕ ਹੈ, ਜੋ ਆਜ਼ਾਦੀ ਮਿਲੀ ਹੈ ਉਹ ਹਲਕਾ ਜੇ ਕਾਂਗਰਸ ਪਾਰਟੀ ਵੱਲੋਂ ਕਿਸੇ ਨੇ ਜਿੱਤਿਆ ਤੇ ਉਹ ਲਾਲ ਸਿੰਘ ਹੋਰਾਂ ਨੇ ਜਿੱਤਿਆ, ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਵੱਲੋਂ, ਹੋਰ ਕਿਸੇ ਨੇ ਨਹੀਂ ਜਿੱਤਿਆ ਅੱਜ ਤੱਕ, ਤੇ ਨਾ ਹੀ ਕਹਿੰਦੇ ਕਿਸੇ ਤੋਂ ਜਿੱਤਿਆ ਜਾਣਾ। ਕਹਿੰਦੇ ਟਿਕਟ ਮਿਲ ਗਈ, ਖੁਸ਼ੀ ਕੋਈ ਨਹੀਂ, ਮੇਰੇ ਤੋਂ ਵੀ ਪਹਿਲਾਂ ਟਿਕਟ ਉਹਨਾਂ ਦੀ ਬਣਦੀ ਸੀ, ਕਹਿੰਦੇ ਅਜੇ ਵੀ ਦੇਖ ਲੈਣ, ਨਹੀਂ ਤਾਂ ਸੀਟ ਗਈ ਹੈ। ਨਹੀਂ ਪੂਰੀ ਗੱਲਬਾਤ ਆ। ਹੁਣ ਦੇਖੋ ਇਹ ਸਾਰੇ ਕੁਝ ਦੇ ਵਿੱਚ ਇੱਕ ਵੱਖਰਾ ਬਿਆਨ, ਵੱਖਰੀ ਤਰ੍ਹਾਂ ਦੀ ਚੀਜ਼ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਪੇਸ਼ ਕੀਤੀ। ਲਿਆਓ, ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਮੈਂ ਤੇ ਇਸ ਗੱਲ 'ਚ ਪੈਂਦਾ ਹੀ ਨਹੀਂ ਵੀ ਕੌਣ ਕਿੱਥੋਂ ਲੜਦਾ, ਕੌਣ ਕਿੱਥੋਂ ਨਹੀਂ ਲੜਦਾ। ਕਹਿੰਦੇ ਮੈਂ ਤੇ ਹੱਥ ਜੋੜ ਦਿੰਦਾ, ਮੈਨੂੰ ਕੋਈ ਬੰਦਾ ਤੋਂ ਫੋਨ ਕਰਨਾ, ਪ੍ਰਧਾਨ ਜੀ ਆ ਕੀ ਕਰਤਾ, ਮੈਂ ਨਾਲ ਹੀ ਹੱਥ ਜੋੜਨਾ, ਛੋਟੇ ਵੀਰ ਕੀ ਗੱਲ ਹੋ ਗਈ, ਗਲਤੀ ਹੋ ਗਈ, ਲੜਨਾ ਨਹੀਂ ਆਪਾਂ ਇੱਕ ਨਾ ਪਾਰਟੀ ਨੂੰ ਮਜ਼ਬੂਤ ਕਰਨਾ। ਫਿਰ ਉਹ ਪਾਰਟੀ ਦੁਆਲੇ ਹੋ ਜਾਂਦੇ ਆ, ਕਹਿੰਦੇ ਕਰੀਏ ਕਿ ਉਹ 5, 10, 15, 20 ਬੰਦਿਆਂ ਦੇ ਹੱਥ 'ਚ ਪਾਵਰ ਦਿੱਤੀ। ਮੈਂ ਚਾਹੁੰਦਾ ਵੀ ਜਿਹੜਾ ਬੰਦਾ ਐਂਡ 'ਚ ਖਲੋਤਾ ਲੈਣ 'ਚ ਉਹਦੇ ਤੱਕ ਪਾਵਰ ਜਾਵੇ। ਹੁਣ ਜਦੋਂ ਇੱਦਾਂ ਦੀ ਬੰਦਾ ਵਰਕਰ ਅਗਲੇ ਬੰਨੇ ਗੱਲ ਸੁਣਾ, ਯਾਰ ਪ੍ਰਧਾਨ ਜੀ ਕਰਦੇ ਸਾਡੀ ਗੱਲ, ਬਾਕੀ ਨਹੀਂ ਸਾਡੀ ਕੋਈ ਵੀ ਸੁਣਦਾ,
ਹੁਣ ਇਹ ਨਹੀਂ ਮੈਨੂੰ ਪਤਾ ਵੀ ਇਹ ਉਹਨਾਂ ਦੀ ਸਿਆਸੀ ਦਵਾਈ ਸੀ ਵੀ ਅਗਲੇ ਦੀ ਢਿੱਡ ਪੀੜ ਕਿੱਦਾਂ ਦੂਰ ਕਰਨੀ ਆ, ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ, ਮੈਂ ਮਾਫੀ ਮੰਗ ਲੈਣਾ, ਆਪਾਂ ਜਾਣਾ ਨਹੀਂ ਕਿਤੇ, ਆਪਾਂ ਪਾਰਟੀ ਮਜ਼ਬੂਤ ਕਰਨੀ, ਜਾਂ ਫਿਰ ਉਹ ਸੱਚੀ ਸੋਚਦੇ ਆ ਵੀ ਆਪਾਂ ਯਾਰ ਘੱਟੋ ਘੱਟ ਜਿਹੜੇ ਆਮ ਵਰਕਰ ਨੇ, ਕੋਈ ਵਿਚਾਰਾ ਸਾਈਕਲ ਤੋਂ ਸ਼ੁਰੂ ਹੋਇਆ ਹੋਊ, ਕੋਈ ਦਰੀ ਤੋਂ ਸ਼ੁਰੂ ਹੋਇਆ ਹੋਊ, ਉਹਨੂੰ ਕੋਈ ਮਾੜੀ ਮੋੜ ਗੱਡੀ ਗੁੱਡੀ ਦਾ ਕੋਈ ਸੁਪਨਾ ਵਿਖਾਈਏ। ਹਾਂ ਨਹੀਂ, ਗੱਲ ਤਾਂ ਤੁਹਾਡੀ ਇਹ ਠੀਕ ਹੈ। ਉਹ ਸਿੱਧੂ ਸਾਹਿਬ ਤਾਂ ਕਹਿੰਦੇ ਤੁਸੀਂ ਇੱਕ ਵਾਰੀ ਸਰਕਾਰ ਬਣਾ ਲੈਣ ਦਿਓ, ਆ ਮਾਫੀਆ ਮੂਫੀਆ ਰਾਜ ਗਿਆ ਕਹਿੰਦੇ, ਕਰੀ 5 ਸਾਲ ਦਿਓ। ਹੁਣ ਸਿੱਧੂ ਸਾਹਿਬ ਦੀ ਗੱਲ, ਕਿਉਂਕਿ ਉਹਨਾਂ ਨੇ ਇਕੱਲੀਆਂ ਗੱਲਾਂ ਨਹੀਂ ਕੀਤੀਆਂ, ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀ ਨਾ, ਸਿੱਧੂ ਨਹੀਂ ਮੈਂ ਜਿੱਤਣ ਦਿੰਦਾ। ਸਿੱਧੂ ਸਾਹਿਬ ਨੇ ਮੈਨੂੰ ਲੱਗਦਾ ਉਸ ਮਸਲੇ ਤੇ ਜ਼ੁਬਾਨ ਨਾਲ ਜਵਾਬ ਤਾਂ ਨਹੀਂ ਦਿੱਤਾ, ਪਰ ਹੁਣ ਕਾਂਗਰਸ ਪਾਰਟੀ ਦੇ ਇੱਕ ਲੀਡਰ ਬਣ ਚੁੱਕੇ ਨੇ ਵਿਸ਼ਨੂੰ ਸ਼ਰਮਾ ਸਾਹਿਬ। ਹੁਣ ਉਹ ਮੇਅਰ ਰਹਿ, ਜਦੋਂ ਨਿਗਮ ਬਣਿਆ ਸੀ ਪਟਿਆਲਾ, ਤੇ ਪਹਿਲੇ ਮੇਅਰ ਸੀ ਪਟਿਆਲੇ ਦੇ, ਉਹਦੇ ਤੋਂ ਬਾਅਦ ਉਹ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਚਲੇ ਗਿਆ ਸੀ। ਉਹਨਾਂ ਨੂੰ ਹੁਣ ਕਾਂਗਰਸ ਦੇ ਵਿੱਚ ਲਿਆਂਦਾ। ਹੁਣ ਪਟਿਆਲੇ ਦਾ ਬੰਦਾ ਸਾਬਕਾ ਮੇਅਰ ਹੋਵੇ, ਉਹ ਹੁਣ ਕਾਂਗਰਸ ਪਾਰਟੀ ਦੇ ਵਿੱਚ ਆ ਜਾਵੇ, ਫਿਰ ਪਟਿਆਲਾ ਸ਼ਹਿਰ ਦੀ ਸੀਟ ਵੀ ਖਾਲੀ ਹੋਵੇ, ਬੰਦਾ ਸ਼ਹਿਰ 'ਚ ਹੀ ਰਹਿੰਦਾ ਹੋਵੇ, ਸਾਨੂੰ ਨਹੀਂ ਪਤਾ ਕਿ ਲੋਕ ਕਿੰਨੇ ਕੁ ਨਾਲ ਨੇ, ਪਰ ਇਹਦਾ ਮਤਲਬ ਹੈ ਕਿ ਜੇ ਬ੍ਰਹਮ ਮਹਿੰਦਰਾ ਸਾਹਿਬ ਤਿਆਰ ਨਾ ਹੋਏ ਤਾਂ ਫਿਰ ਵਿਸ਼ਨੂੰ ਸ਼ਰਮਾ ਸਾਹਿਬ ਨੂੰ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਕੈਪਟਨ ਸਾਹਿਬ ਦੇ ਖਿਲਾਫ ਥਾਪੀ ਤਾਂ ਦਿੱਤੀ ਜਾ ਸਕਦੀ ਹੈ ਨਾ। ਨਹੀਂ, ਉਹ ਫੋਟੋ ਜਿਹੜੀ ਆਈ ਏ, ਉਹ ਫੋਟੋ ਕੁੱਲ ਮਿਲਾ ਕੇ ਇਦਾਂ ਹੀ ਦੱਸਦੀ। ਦੇਖੋ, ਕਾਰਨ ਹੈ ਵੀ ਇਹ ਸੇਮ ਫੋਟੋ 2-4 ਦਿਨਾਂ ਨੂੰ ਦੁਬਾਰਾ ਵੀ ਪੇਸ਼ ਕੀਤੀ ਜਾ ਸਕਦੀ, ਬਸ ਥੱਲੇ ਵਾਲੀ ਕੈਪਸ਼ਨ ਹੀ ਬਦਲਣੀ ਹੈ ਵੀ ਕਾਂਗਰਸ ਨੇ ਇਸ ਹਲਕੇ ਤੋਂ ਵੀ ਉਮੀਦਵਾਰ ਐਲਾਨਿਆ ਹੈ ਨਾ। ਮੈਨੂੰ ਅਕਾਲੀ ਦਲ ਦਾ ਫਿਕਰ ਹੈ। ਉਹਨਾਂ ਦਾ ਕਾਹਦਾ ਫਿਕਰ? ਉਹ ਤਾਂ ਪਟਿਆਲੇ ਸ਼ਹਿਰੀ ਤੋਂ ਹੀ। ਅੱਛਾ ਅੱਛਾ। ਫਿਕਰ ਕਿਉਂ ਆ ਕਿ ਜਿਹੜੇ ਪਿਛਲੀ ਵਾਰੀ ਕੈਂਡੀਡੇਟ ਸੀ ਸਾਬਕਾ ਜਨਰਲ ਸਾਹਿਬ, ਉਹ ਚਲੇ ਗਏ ਦੋਸ਼ ਲਾਉਂਦੇ। ਫਿਰ ਜਿਹੜੇ ਕੋਹਲੀ ਸਾਹਿਬ, ਉਹ ਅਕਾਲੀ ਦਲ 'ਚੋਂ ਨਿਕਲ ਕੇ ਆਪ ਦੇ ਉਮੀਦਵਾਰ ਬਣ ਗਏ। ਇਹ ਵਿਸ਼ਨੂੰ ਸ਼ਰਮਾ ਸਾਹਿਬ ਇਹ ਵੀ ਅਕਾਲੀ ਦਲ 'ਚ ਹੁੰਦੇ ਸੀ, ਜੇ ਉਹ ਵੀ ਕਾਂਗਰਸ ਦੇ ਉਮੀਦਵਾਰ ਬਣ ਗਿਆ ਤਾਂ ਫਿਰ ਥੋੜ੍ਹਾ ਜਿਹਾ ਜਨੇਜਾ ਸਾਹਿਬ ਲਈ ਔਖਾ ਤਾਂ ਹੋ ਜਾਊਗਾ ਨਾ ਉੱਥੋਂ। ਨਹੀਂ, ਪੂਰਾ ਔਖਾ ਹੋਊਗਾ। ਮੈਂ ਤਾਂ ਇਹ ਨਾ ਵੀ ਇਹ ਨਾ ਹੋਵੇ ਇਲੈਕਸ਼ਨ ਦੇ ਲਾਗੇ ਬੰਨੇ ਜੇ ਸਿੱਧੂ ਸਾਹਿਬ ਫਿਰ ਉਹ 75-25 ਵਾਲਾ ਬਿਆਨ ਦਿੰਦੇ ਫਿਰਨਗੇ, ਹੈ ਨਾ? ਕਿਉਂ ਕਰਾਂਗਾ? ਆਹ ਦੇਖ ਲਓ, ਮੈਂ ਤੁਹਾਨੂੰ ਕਲੀਅਰ ਹੀ ਕਰਤੀ ਗੱਲਬਾਤ ਵੀ ਇੱਥੇ ਇਹਨਾਂ ਨੇ ਬੰਦਾ ਆਪਣਾ ਫੇਟ ਹੀ ਨਹੀਂ ਹੋਣ ਦਿੰਦਾ ਕੋਈ ਵੀ। ਕੀ ਬਾਤ। ਪਰ ਚਲੋ, ਇਹ ਉਹਨਾਂ ਦਾ ਸਮਾਂ, ਇਹ ਸਿਆਸਤ ਹੈ, ਉਹ ਆਪਣੇ ਹਿਸਾਬ ਨਾਲ ਨਜਿੱਠਣਾ। ਪਰ ਜਿਹੜੀ ਗੱਲ ਸਿੱਧੂ ਸਾਹਿਬ ਵਾਰ-ਵਾਰ ਕਰਦੇ ਆ, ਮੈਂ ਨਾ ਵੀ ਉਸ ਚੀਜ਼ ਨੂੰ ਮੈਨੀਫੈਸਟੋ 'ਚ ਜ਼ਰੂਰ ਪਵਾ ਲੈਣ। ਇਸ ਪ੍ਰੈਸ ਕਾਨਫਰੰਸ ਵੀ ਕੀਤਾ ਜ਼ਿਕਰ, ਉਹ ਕਹਿੰਦੇ ਵੀ ਦੇਖੋ, ਮੈਂ ਨਹੀਂ ਚਾਹੁੰਦਾ ਵੀ ਜਿਉਂ ਆਜ਼ਾਦੀ ਤੋਂ ਸ਼ੁਰੂ ਹੋ ਕੇ ਤੇ 300 ਵਾਲੀ ਕਣਕ ਹੁਣ 1700, 1800, 1900 ਨੂੰ ਤੁਰੀ ਫਿਰਦੀ, ਕਿਉਂ ਨਹੀਂ 7000 ਨੂੰ ਉਹ ਵੀ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ, ਕੋਈ ਅਦਰਕ ਲਾ ਲਓ, ਕੋਈ ਸਬਜ਼ੀਆਂ ਲਾ ਲਓ, ਹੋਰ ਚੀਜ਼ਾਂ ਲਾ ਲਓ, ਵੀ ਆਪਾਂ ਇੱਥੋਂ ਅੰਮ੍ਰਿਤਸਰ ਤੋਂ ਸਿੱਧੀਆਂ ਲਾਹੌਰ ਸੁੱਟੀਏ ਲਿਜਾ ਕੇ 22 ਕਿਲੋਮੀਟਰ ਤੇ 2200 ਕਿਲੋਮੀਟਰ ਦਾ ਹਿਸਾਬ ਦੱਸਿਆ। ਉਹ ਕਹਿੰਦੇ ਵੀ ਆਪਾਂ ਉਹ ਗੁਜਰਾਤ ਨੂੰ ਲੈ ਕੇ ਜਾਂਦੇ ਆ, ਉਹਨਾਂ ਹੀ ਵੱਡੇ ਬੰਦਿਆਂ ਦੀਆਂ ਬੰਦਰਗਾਹਾਂ ਤੇ, ਉਹ ਫਿਰ ਆਪਣੇ ਹਿਸਾਬ ਨਾਲ ਡੱਬੇ 'ਚ ਬੰਦ ਕਰਕੇ ਭੇਜਦੇ ਆ ਤੇ ਪੈਸੇ ਉਹਨਾਂ ਦੀ ਜੇਬ 'ਚ। ਇਹ ਕੀ ਗੱਲ, ਅੰਮ੍ਰਿਤਸਰੋਂ ਟਰਾਲੀ ਕਿਉਂ ਨਹੀਂ ਜਾਂਦੀ ਸਿੱਧੀ ਲਾਹੌਰ ਨੂੰ? ਮਤਲਬ ਇਹ ਗੱਲ ਪਹਿਲਾਂ ਵੀ ਕਰਦੇ ਰਹੇ ਨੇ, ਹੁਣ ਉਹਨਾਂ ਨੇ ਫਿਰ ਕੀਤੀ ਹੈ। ਪਰ ਗੱਲ ਇਹ ਆ ਵੀ ਗੱਲ ਅਸੀਂ ਵੀ ਕਰ ਦਿੰਦੇ ਹਾਂ, ਉਹ ਵੀ ਕਰ ਦਿੰਦੇ, ਗੱਲਾਂ ਨਾਲ ਤਾਂ ਕੋਈ ਫਾਇਦਾ ਨਹੀਂ ਨਾ। ਨਹੀਂ, ਇਹ ਦੇਖੋ ਮੈਨੀਫੈਸਟੋ ਦੇ ਵਿੱਚ ਸ਼ਾਮਲ, ਉਹ ਦਾਅਵਾ ਕਰਦੇ ਆ ਕਿ ਹੋਣਗੀਆਂ ਸ਼ਾਮਲ, ਤੇ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੇ ਮੈਨੀਫੈਸਟੋ 'ਚ, ਕਾਂਗਰਸੀਆਂ ਦੇ, ਅਕਾਲੀਆਂ ਦੇ, ਭਾਜਪਾ ਦੇ, ਆਪ ਦੇ, ਸਾਰਿਆਂ ਦੇ ਮੈਨੀਫੈਸਟੋ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਹੋਣ। ਤੇ ਨਾਲ ਦੀ ਨਾਲ ਚੰਗਾ ਹੋਵੇ ਜੇ ਜੂਝਦਾ ਪੰਜਾਬ ਜਿਹੜਾ ਹੈ, ਉਹ ਕੈਫੀਡੈਵਿਟ ਜਿਹਾ ਦਿੰਦੇ, ਡਰਾਫਟ ਜਿਹਾ ਬਣਾ ਕੇ ਕਿ ਭਾਈ ਆ ਜਿਹੜੇ ਵਾਅਦੇ ਕਰੋਗੇ ਲਿਖ ਕੇ ਦਿਓ ਸਾਨੂੰ, ਕਿ ਜੇ 2 ਸਾਲਾਂ 'ਚ ਪੂਰੇ ਨਾ ਹੋਏ ਤਾਂ ਅਸਤੀਫਾ ਦਿਓਗੇ। ਜੇ ਇਮਾਨਦਾਰ ਨੇ ਸਾਰੇ ਜਾਣੇ ਤਾਂ ਉਹ ਲਿਖ ਕੇ ਦੇ ਦੇਣ ਕਿ ਭਾਈ, ਕਿਉਂਕਿ ਸਮਾਂ-ਬੱਧ ਤਾਂ ਗੱਲ ਇਹੀ ਹੈ ਨਾ, ਉੱਦਾਂ ਤੁਸੀਂ ਉਹਨੂੰ ਹੀ ਕਰਕੇ ਹਟਿਓ ਕਿ ਪੌਣੇ 5 ਸਾਲ ਬਾਅਦ ਕੰਮ ਹੁੰਦਾ। ਹੁਣ ਜੇ ਗੱਲ ਇੱਧਰਲੇ ਪਾਸੇ ਨੂੰ ਤੁਰੇ ਹੀ ਪਈ ਆ, ਤਾਂ ਸੰਯੁਕਤ ਸਮਾਜ ਮੋਰਚੇ ਦੀ ਚਰਚਾ ਕਰ ਲਈਏ। ਉਹ ਤੋਂ ਪਹਿਲਾਂ ਇੱਕ ਗੱਲ ਪਲੀਜ਼। ਇੱਕ ਤਾਂ ਹੁੰਦਾ ਨਾ ਵੀ ਫਲਾਨਾ ਸੇ ਆਪਾਂ ਟਰੈਕਟਰ ਲੈਣਾ ਹੀ, ਆਪਾਂ ਫਿਰ ਪੈਲੀ ਤੇਰੀ ਵੈਸੇ ਵਾਅਦਾ ਕਰਨੀ, ਤੂੰ ਪਰਵਾਹ ਨਹੀਂ ਕਰਨੀ। ਮੈਂ ਨਾ ਜਿਨ੍ਹਾਂ ਕੋਲੇ ਟਰੈਕਟਰ ਹੈਗਾ ਉਹ ਵਾਹੁਣੀ ਸ਼ੁਰੂ ਕਰਨ, ਕਿਉਂਕਿ ਇਹ ਤਾਂ ਗੱਲ ਕਲੀਅਰ ਹੈ ਵੀ ਇੱਥੇ ਪੰਜਾਬ ਦੀਆਂ ਜਿੰਨੀਆਂ ਮਰਜ਼ੀ ਪੋਲੀਟੀਕਲ ਪਾਰਟੀਆਂ ਮੈਨੀਫੈਸਟੋ ਲਈ ਫਿਰ ਖੇਤੀ ਦਾ ਕਰ ਦਾਂਗੇ, ਵਪਾਰ ਫਲਾਣੇ ਨਾਲ ਕਰ ਦਾਂਗੇ, ਢੀਂਡੇ ਨਾਲ ਕਰ ਦਾਂਗੇ, ਇਹ ਸਾਰੇ ਕੁਝ ਦਾ ਜਿਹੜਾ ਸੋਚ ਹੈ ਉਹ ਦਿੱਲੀ ਹੈ। ਤੇ ਦਿੱਲੀ ਵਾਲਿਆਂ ਦਾ ਸੋਚ ਜੇ 24 ਤੱਕ ਕੋਈ ਹਿਲਾ ਨਹੀਂ ਸਕਦਾ। ਗਾਂ ਅਗਲੇ ਬੰਦੇ ਦਾਅਵਾ ਕਰਦੇ ਵੀ ਆਪਾਂ ਬਾਕੀ ਪਾਰਟੀਆਂ ਨੂੰ ਖੰਘਣ ਨਹੀਂ ਦੇਣਾ। ਇਸ ਵਕਤ ਪੰਜਾਬ 'ਚ ਉਹ ਕਹਿੰਦੇ ਵੀ ਉਸੇ ਸੋਚ 'ਤੇ ਬੱਤੀ ਜਗਾਉਣੀ ਹੈ, ਤੇ ਜੇ ਉਸੇ ਸੋਚ ਤੋਂ ਬੱਤੀ ਜਗਣੀ ਹੈ ਤੇ ਸਭ ਤੋਂ ਪਹਿਲ ਤੇ ਉਹ ਕਰਨ। ਕਿਉਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਦੋਂ ਖੁੱਲ੍ਹਾ, ਠੀਕ ਹੈ, ਕ੍ਰੈਡਿਟ ਦੌਰ ਬੜੀ ਹੋਈ, ਪਰ ਇਹ ਤਾਂ ਗੱਲ ਪੱਕੀ ਹੈ ਨਾ ਵੀ ਕੇਂਦਰ ਸਰਕਾਰ ਤੋਂ ਬਿਨਾਂ ਗੱਲ ਨਹੀਂ ਸੀ ਬਣ ਸਕਦੀ। ਹੁਣ ਇਹ ਵੀ ਗੱਲ ਪੱਕੀ ਆ ਵੀ ਵਪਾਰ ਜਿਹੜਾ ਖੋਲ੍ਹਣਾ ਉਹ ਵੀ ਕੇਂਦਰ ਸਰਕਾਰ ਨੇ ਖੋਲ੍ਹਣਾ। ਮੈਂ ਨਾ BJP ਦੀ ਪੰਜਾਬ ਵਾਲੀ ਲੀਡਰਸ਼ਿਪ ਆ ਤੇ ਏਡਾ ਵੱਡਾ ਮੁੱਦਾ ਲੈ ਜਾਣ ਘੜੀਸ ਕੇ, ਮੁੜ ਕੇ ਕਿਸੇ ਨੂੰ ਗੱਲ ਹੀ ਨਾ ਕਰਨਾ ਕਿਹੜੇ ਮੈਨੀਫੈਸਟੋ ਮੋਦੀ ਸਾਹਿਬ ਨੇ ਤਾਂ ਖੋਲ੍ਹਤਾ, ਆਓ ਫਿਰ ਟਮਾਟਰਾਂ 'ਚ ਘਲੀਏ ਲਾਹੌਰ ਨੂੰ। ਉਦਘਾਟਨ ਹੀ ਇੱਦਾਂ ਹੋਵੇ। ਨਹੀਂ, ਗੱਲ ਤਾਂ ਹੈ ਜੀ ਉਹਨਾਂ ਦੀ ਸੁਣਨ। ਅੱਛਾ ਜੀ, ਪਹਿਲਾਂ ਆਪੇ ਤੁਸੀਂ ਕਹਿ ਕੇ ਜੇ ਸੁਣਦੇ ਆ ਤਾਂ ਕਰਾ ਦੇਣ। ਆ ਨਹੀਂ, ਜੇ ਕਰਾ, ਇੱਕ ਹੁੰਦੀ ਜੇ, ਉਹ ਪਹਿਲੀ ਗੱਲ ਤੇ ਕਿਸੇ ਦੇ ਹੱਥ ਨਹੀਂ ਆਉਂਦੀ। ਜੇ ਕਹਿੰਦੇ ਕਿਸੇ ਦੇ ਹੱਥ ਆ ਜਾਵੇ, ਨਹੀਂ ਮੁਮਕਿਨ ਹੈ। ਹਾਂ, ਮੁਮਕਿਨ ਹੈ। ਮੈਂ ਫੇਰ ਇਹਨਾਂ 'ਚ ਕਰਾ ਸਕਦੇ ਆ ਉਹ। ਇੱਕ ਗੱਲ ਹੋ ਰਹੀ ਹੈ ਜੀ, ਅਜੇ ਰੈਲੀ ਇੱਕ ਹੋਰ ਹੋਣੀ ਹੈ ਮੋਦੀ ਸਾਹਿਬ ਦੀ, ਪਹਿਲੀ ਤਾਂ ਚਲੋ ਹੋਈ ਨਹੀਂ।
ਉਦਣ ਮੈਂ ਨਾ ਵੀ ਆ ਬਾਕੀ ਚੀਜ਼ਾਂ ਦੇ ਨਾਲ ਇਹੋ ਕੰਮ ਹੀ ਸ਼ੁਰੂ ਕਰ ਲੈਣ। ਉਹ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਰਾਹ ਰੂ ਰੋਕਦੇ ਫਿਰਦੇ ਨਾ, ਸਭ ਤੋਂ ਪਹਿਲਾਂ ਦਰੀ ਤੇ ਬੈਠਣਾ ਜਾ ਕੇ ਲੈ ਬੰਦਾ ਹੀ ਆਹ ਵਧੀਆ ਪਹਿਲਾਂ ਆ ਰਹੇ ਨੇ, ਖੋਲੋ ਯਾਰ ਰਾਹ ਖੋਲੋ, ਪਹਿਲਾਂ ਉਹਨੂੰ ਲੰਘਣ ਦਿਓ, ਟਾਈਮ ਨਾਲ ਲੈ ਗਿਆ। ਉਹ ਹੋ ਸਕਦਾ ਆਪਸ 'ਚ ਇੱਕ ਦੂਜੇ ਨੂੰ ਮੈਸੇਜ ਮੂਸੇਜ ਵੀ ਕਰਦੇ, ਉਹ ਵੇਖੋ ਕਿਸੇ ਦੀ ਟਰਾਲੀ ਰਾਹ ਨਾ ਹੋਵੇ ਵੀਰ, ਅੱਜ ਦਾ ਦਿਨ ਕੋਈ ਗੱਲ ਨਹੀਂ, ਜੇ ਮੰਡੀ ਨਹੀਂ ਵੀ ਖੜਨਾ ਕੁਛ ਤੇ ਰਹਿਣ ਦਿਓ, ਕੱਲ ਨੂੰ ਲੈ ਜਾਵਾਂਗੇ, ਅੱਜ ਰਾਹਾਂ ਖਾਲੀ ਚਾਹੀਦੀਆਂ। ਚਲੋ ਸੰਧਾਲੀ ਸਾਹਿਬ ਹੁਣ ਆਈਏ SSML। ਆਓ ਜੀ ਆਓ। ਹੁਣ ਸੰਯੁਕਤ ਸਮਾਜ ਮੋਰਚੇ ਨੇ 10 ਉਮੀਦਵਾਰ ਦਿੱਤੇ ਸੀ ਪਹਿਲਾਂ, ਜਿਹਦੇ ਵਿੱਚ ਰਾਜੇਵਾਲ ਸਾਹਿਬ ਵੀ ਸੀ ਸਮਰਾਲੇ ਤੋਂ, ਪ੍ਰੇਮ ਸਿੰਘ ਭੰਗੂ ਸਾਹਿਬ ਘਨੌਰ ਤੋਂ। ਹੁਣ ਉਹਨਾਂ ਨੇ 10 ਸੀਟਾਂ ਛੱਡ ਦਿੱਤੀਆਂ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਪਾਰਟੀ ਦੇ ਲਈ। ਪਰਸੋਂ ਹੀ ਰੌਲਾ ਪੈਂਦਾ, ਚੜੂਨੀ ਸਾਹਿਬ ਕਹਿੰਦੇ 25 ਤਾਂ ਦਿਓ ਯਾਰ ਘੱਟੋ ਘੱਟ, ਉਹ 10 ਤੇ ਮੰਨ ਗਿਆ, ਉਹ ਕਹਿੰਦੇ ਹੈਗੀਆਂ ਤਾਂ ਥੋੜ੍ਹੀਆਂ ਪਰ ਏਕਤਾ ਜ਼ਰੂਰੀ ਹੈ। ਉਹ 10 ਸੀਟਾਂ ਤੋਂ ਉਮੀਦਵਾਰ ਉਹ ਅਨਾਉਂਸ ਕਰਨਗੇ। ਇੱਥੋਂ ਸੰਯੁਕਤ ਸਮਾਜ ਮੋਰਚਾ ਉਹਨਾਂ ਦੀ ਮਦਦ ਕਰੂਗਾ ਰਾਜੇਵਾਲ ਸਾਹਿਬ ਦੀ ਅਗਵਾਈ 'ਚ। ਬਾਕੀ 107 ਸੀਟਾਂ ਦੇ ਉੱਤੇ ਚੜੂਨੀ ਸਾਹਿਬ ਇਹਨਾਂ ਦੀ ਮਦਦ ਕਰਨਗੇ। ਗੱਠਜੋੜ ਹੋ ਗਿਆ ਕਲੀਅਰ। ਫਿਰ ਇਹਨਾਂ ਨੇ ਬਾਕੀ ਜਿਹੜੀਆਂ, ਕਿਉਂਕਿ 107 ਰਹਿ ਗਈਆਂ ਸੀ, 10 ਉਮੀਦਵਾਰ ਆ ਗਏ, 10 ਚੜੂਨੀ ਸਾਹਿਬ ਨੂੰ ਦੇਤੀਆਂ, ਰਹਿ ਗਈਆਂ 97। ਉਹਦੇ ਵਿੱਚੋਂ ਵੀ 20 ਉਮੀਦਵਾਰ ਹੋਰ ਐਲਾਨ ਦਿੱਤੇ, 77 ਖਾਲੀ ਨੇ। ਹੁਣ ਜਿਹੜੇ 20 ਕੈਂਡੀਡੇਟ ਦਿੱਤੇ ਆ, ਹੌਲੀ ਹੌਲੀ ਪਤਾ ਲੱਗੂਗਾ ਕਿ ਉਹ ਕਿੰਨੇ ਕੁ ਚੰਗੇ ਨੇ, ਕਿੰਨੇ ਕੁ ਮਾੜੇ ਨੇ। ਪਰ ਕੁਝ ਇੱਕ ਚਰਚਾ ਆਪਾਂ ਕਰ ਦਈਏ, ਵੱਡੇ ਕਿਸਾਨ ਲੀਡਰ ਚੋਣ ਨਹੀਂ ਲੜ ਰਹੇ। ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਹੋਊਗਾ ਕਿ ਆਪਾਂ ਸਾਰੇ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਜਾਂ ਕੁਝ ਹੋਰ ਮੰਚ ਹੋਏਗਾ, ਪਰ 3-4 ਟਿਕਟਾਂ ਧਿਆਨ ਮੰਗਦੀਆਂ। ਤੁਸੀਂ ਇਹ ਦੇਖੋ ਕਿ ਉਹਨਾਂ ਨੇ ਇੱਕ ਟਿਕਟ ਜਿਹੜੀ ਦਿੱਤੀ ਹੈ, ਉਹ ਦਿੱਤੀ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ। ਉਹ ਇੱਕ ਲੜਕੀ ਹੈ, MA MPhil ਇੰਗਲਿਸ਼ ਹੈ, ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਦੇ ਉੱਤੇ ਪੜ੍ਹਾਉਂਦੀ ਹੈ। ਤੇ ਜਦੋਂ 26 ਜਨਵਰੀ ਵਾਲਾ ਕੰਮ ਹੋਇਆ ਸੀ, 28 ਸਾਲ ਦੀ ਉਮਰ ਹੈ, ਯਾਨੀ 28 ਸਾਲ ਦੀ ਇੱਕ ਕੈਂਡੀਡੇਟ, ਇੱਕ ਲੜਕੀ ਦਿੱਤੀ ਹੈ, MA MPhil ਇੰਗਲਿਸ਼ ਹੈ। ਤੇ ਜਦੋਂ 26 ਜਨਵਰੀ ਨੂੰ ਬਹੁਤ ਸਾਰੇ ਲੋਕ ਗੁੰਮ ਹੋ ਗਏ ਸੀ ਉਸ ਚੱਕਰ ਦੇ ਵਿੱਚ, ਜਦੋਂ ਟਰੈਕਟਰ ਮਾਰਚ ਸੀ, ਤੇ ਉਦੋਂ ਬਹੁਤ ਕੰਮ ਕੀਤਾ ਉਸ ਲੜਕੀ ਨੇ, ਉਹਨਾਂ ਨੂੰ ਲੱਭਣ 'ਚ, ਉਹਨਾਂ ਦੀਆਂ ਲਿਸਟਾਂ ਬਣਾਉਣ 'ਚ, ਬਾਅਦ 'ਚ ਸ਼ਹੀਦ ਕਿਸਾਨਾਂ ਦੀਆਂ ਲਿਸਟਾਂ ਬਣਾਉਣ 'ਚ ਵੀ ਉਹਨੂੰ ਕੈਂਡੀਡੇਟ ਐਲਾਨਿਆ। ਇਸੇ ਤਰੀਕੇ ਮਲੋਟ ਤੋਂ ਇੱਕ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਿਤ, ਮੇਰਾ ਖਿਆਲ ਹੈ ਕਿ 29 ਸਾਲ ਦਾ ਹੀ ਨੌਜਵਾਨ ਹੈ, ਤੇ ਉਹ PhD ਪੋਲੀਟੀਕਲ ਸਾਇੰਸ ਹੈ, ਉਹਨੂੰ ਟਿਕਟ ਦਿੱਤੀ ਹੈ। ਇਸੇ ਤਰੀਕੇ MSc ਫਿਜ਼ਿਕਸ ਹੈ ਗੁਰਪ੍ਰੀਤ ਸਿੰਘ ਕੋਟਲੀ, ਉਹਨੂੰ ਗਿੱਦੜਬਾਹੇ ਤੋਂ ਕੈਂਡੀਡੇਟ ਬਣਾਇਆ ਹੈ। ਪੱਤਰਕਾਰ ਵੀ ਹੈ, ਟਿੱਕਰੀ ਵਾਲੇ ਬਾਰਡਰ ਦੇ ਉੱਤੇ ਵੀ ਰਿਹਾ ਸੀ। ਇਸੇ ਤਰੀਕੇ ਮੈਨੂੰ ਲੱਗਦਾ ਕਿ ਇੱਕ ਮਕੈਨੀਕਲ ਇੰਜੀਨੀਅਰ ਵੀ ਹੈ, ਉਹ ਵੀ 31-32 ਸਾਲ ਦੇ ਨੇੜੇ ਤੇੜੇ ਆ। ਜਾਣੀ ਕਿ 5 ਟਿਕਟਾਂ ਬਹੁਤ ਯੰਗ, ਜਿਹੜੇ ਬਹੁਤ ਨੌਜਵਾਨ ਨੇ, ਉਹਨਾਂ ਨੂੰ ਤੇ ਸਿਰੇ ਦੇ ਜਿਹੜੇ ਪੜ੍ਹੇ ਲਿਖੇ ਨੇ। ਹੁਣ ਜੇ ਕੋਈ ਬੰਦਾ ਪੋਲੀਟੀਕਲ ਸਾਇੰਸ ਵਿੱਚ PhD ਹੈ, ਜੇ MA MPhil ਇੰਗਲਿਸ਼ ਹੈ, ਜਾਂ ਮਕੈਨੀਕਲ ਇੰਜੀਨੀਅਰਿੰਗ ਜਿਹਨੇ ਕੀਤੀ ਹੈ, ਉਹ ਕੋਈ ਛੋਟੀ ਗੱਲ ਤਾਂ ਹੈ ਨਹੀਂ। ਪਰ ਉਹ ਕੀ ਆਪੋ ਆਪਣੇ ਹਲਕੇ 'ਚ ਪ੍ਰਭਾਵ ਬਣਾ ਸਕਣਗੇ, ਕੀ ਲੋਕ ਉਹਨਾਂ ਨੂੰ ਪਸੰਦ ਕਰਨਗੇ? ਕਿਉਂਕਿ ਇੱਕ ਵਾਰੀ ਫੇਰ ਸੰਯੁਕਤ ਸਮਾਜ ਮੋਰਚੇ ਨੇ ਕਹਿ ਦਿੱਤਾ ਕਿ ਫ੍ਰੀ ਵਾਲਾ ਕੰਮ ਇੱਧਰਲੇ ਪਾਸੇ ਹੈ ਨਹੀਂ, ਅਸੀਂ ਠੋਸ ਮੈਨੀਫੈਸਟੋ ਤੁਹਾਨੂੰ ਦੇਵਾਂਗੇ, 2 ਦਿਨ ਰੁਕ ਜਾਓ। ਨਹੀਂ, ਇਹ ਤਾਂ ਗੱਲ ਹੈਗੀ ਆ, ਪਰ ਦੇਖੋ ਕਾਰਨ ਆ ਨਾ, ਇਹ ਬਹੁਤ ਵੱਡੀ ਤਬਦੀਲੀ ਹੈ WhatsApp। ਇਹ ਉਹ ਤਬਦੀਲੀ ਆ, ਇਹ ਉਨੀ ਦੇਰ ਤੱਕ ਨਹੀਂ ਆ ਸਕਦੀ ਜਿੰਨੀ ਦੇਰ ਤੱਕ ਆਪਾਂ ਪਿੰਡਾਂ ਥਾਵਾਂ 'ਤੇ ਗੱਲਾਂ ਨਹੀਂ ਬਦਲਦੇ। ਕਿਉਂਕਿ ਅਜੇ ਵੀ ਪਿੰਡਾਂ ਥਾਵਾਂ 'ਤੇ ਗੱਲਾਂ ਕੀ ਹੁੰਦੀਆਂ ਵੀ ਜੇ ਤੇ ਮੰਨ ਲਓ ਵੱਡਾ ਬੰਦਾ ਆ ਗਿਆ ਫਿਰ ਤੇ ਆਪਾਂ ਪਹੁੰਚਦੇ ਹਾਂ। ਜੇ ਆਪਾਂ ਨਾਮ ਹੀ ਪਹੁੰਚਦੇ ਹੋਈਏ ਤੇ ਅਗਲਿਆਂ ਨੂੰ ਪਹੁੰਚਾਉਣ ਦਾ ਤਰੀਕਾ ਆਉਂਦਾ ਵੀ ਕੋਈ ਨਾ ਕੋਈ ਲੈ ਯਾਰ ਇੱਥੇ ਬੈਠੇ ਉੱਥੇ ਚੱਲੀਏ, ਕੁਰਸੀਆਂ ਲੱਗੀਆਂ ਹੈ, ਆਹੋ ਧੂੰਆਂ ਨਿਕਲਣ ਡਿਆ, ਆਓ ਫਿਰ ਚੱਲ। ਇਹ ਜੇ ਤੇ ਆਪਾਂ ਉਸ ਆਦਤ ਦੇ ਹਿਸਾਬ ਨਾਲ ਚੱਲਣਾ ਤੇ ਫਿਰ ਜਿਹੜੇ ਬੰਦੇ ਦਾ ਤੁਸੀਂ ਜ਼ਿਕਰ ਕੀਤਾ, ਉਹ ਹੋ ਸਕਦਾ ਵੀ ਉਹਨਾਂ ਨੂੰ ਕੋਈ ਸੁਣਨ ਵੀ ਨਾ ਜਾਵੇ। ਇੱਕ ਦੂਜਾ ਤਰੀਕਾ ਜਿਸ ਹਿਸਾਬ ਨਾਲ ਪੂਰਾ ਦਾ ਪੂਰਾ ਕਿਸਾਨ ਅੰਦੋਲਨ ਲੜਿਆ ਗਿਆ ਸੀਗਾ ਵੀ ਯਾਰ ਅਗਲੇ ਬੰਦੇ ਗੱਲ ਕਰਦੇ ਸੀ, ਉਹ ਗੱਲ ਪਹੁੰਚਦੀ ਹਰੇਕ ਘਰੋਂ ਘਰੀ ਪਹੁੰਚ ਗਈ, ਇੱਥੋਂ ਤੱਕ ਵੀ ਜੇ ਮਾਈ ਉਦੋਂ ਚੁੱਲ੍ਹੇ 'ਤੇ ਰੋਟੀਆਂ ਲਾਉਂਦੀ ਆ ਤੇ ਉਹ ਵੀ ਲਾਗੇ ਬੈਠਾ ਜਿਹੜਾ ਖਾਣ ਵਾਲਾ, ਉਹਦੇ ਨਾਲ ਇਹੋ ਹੀ ਗੱਲਾਂ ਕਰਦੇ ਸੀ ਵੀ ਹਾਂ ਵੀ ਆਹ ਗੱਲ ਇੱਦਾਂ। ਮੇਰੇ ਖਿਆਲ ਨਾਲ ਜੇ ਉਹ ਪਿੰਡਾਂ ਥਾਵਾਂ 'ਤੇ ਇਸ ਹਿਸਾਬ ਨਾਲ ਕਿਤੇ ਗੱਲ ਪਹੁੰਚ ਜਾਵੇ, ਅੱਪੜ ਜੇ ਵੀ ਅੱਛਾ ਵੀ ਇਹ ਫਲਾਨਾ ਆ, ਇਹਨੇ ਆਹ ਕੀਤਾ ਸੀ ਭਾਈ ਜੀ, ਉਦੋਂ ਆਹ ਕੀਤਾ ਸੀ, ਹੁਣ ਆਹ ਕਰ ਰਿਹਾ, ਚਲੋ ਆਪਾਂ ਇਹਨਾਂ ਦਾ ਸਾਥ ਦਿੰਦੇ ਹਾਂ, ਕੱਲ੍ਹ ਨੂੰ ਸ਼ਾਇਦ ਕੋਈ ਆਪਣੇ ਲਈ ਸੋਚ ਲੈਣ। ਉਹ ਜੇ ਚੇਂਜ ਆ ਗਈ ਜੀ, ਆਸ ਮੈਨੂੰ ਘੱਟ ਹੈ, ਮੈਂ ਫਿਰ ਕਹਿ ਦਿਆਂ, ਕਿਉਂਕਿ ਮੈਂ ਜੇ ਉਹ ਲਾਉਣੀ ਹੈ ਸ਼ਰਤੀ ਤੁਹਾਡੇ ਨਾਲ, ਪਰ ਫਿਰ ਵੀ ਮੈਂ ਤੁਹਾਡੇ ਲਈ ਮੈਨੂੰ ਬਿਆਨ ਦੇ ਰਿਹਾ। ਇਹਦਾ ਮਤਲਬ ਬਚ ਕੇ ਤੁਰਨਾ ਇਹਨੂੰ ਕਹਿੰਦੇ ਆ। ਇਹ ਹੁੰਦਾ ਨਾ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ, ਇਹ ਬੰਦਾ ਪਿਛਲੀ ਵਾਰ ਦਾ ਸੜਿਆ ਸ਼ਰਤਾਂ। ਮੈਂ ਤਾਂ ਕਹਿੰਦਾ ਵੀ ਭਰਾਵਾ ਜਿਹੜੀ ਚੀਜ਼ ਨਹੀਂ ਸੀ ਅੱਗੇ ਹੋਈ, ਕਹਿੰਦੇ ਸੀ ਮੋਦੀ ਸਾਹਿਬ ਤੇ ਕਦੀ ਇੱਦਾਂ ਹੋਏ, ਕਹਿੰਦਾ ਮੋਦੀ ਹੈ ਤਾਂ ਮੁਮਕਿਨ ਹੈ। ਉਹਨਾਂ ਨੇ ਇਹ ਵੀ ਕਰਤਾ, ਕਹਿੰਦੇ ਮੋਦੀ ਹੈ ਤਾਂ ਮਾਫੀ ਮੰਗਣੀ ਵੀ ਮੁਮਕਿਨ ਹੈ, ਉਹ ਵੀ ਕੰਮ ਹੋ ਹੀ ਗਿਆ। ਮੈਂ ਤਾਂ ਕਿਹਾ ਵੀ ਜੇ ਚੇਂਜ ਹੈ ਕੁਛ ਪਤਾ ਨਹੀਂ ਹੋ ਜਵੇ ਤੇ ਹੋ ਵੀ ਜਾਵੇ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੈ, ਅਸੀਂ ਨਹੀਂ ਕਹਿੰਦੇ ਕਿ ਕਿਹੜੀ ਪਾਰਟੀ ਨੂੰ ਵੋਟਾਂ ਪਾਓ ਜਾਂ ਜਿਤਾਓ, ਪਰ ਇੱਕ ਗੱਲ ਹੈਗੀ ਹੈ, ਮੈਂ ਸੋਚ ਰਿਹਾ ਸੀ ਕਿ ਸੰਯੁਕਤ ਸਮਾਜ ਮੋਰਚੇ ਵਾਲਿਆਂ ਨੇ ਹੁਣ ਕੈਂਡੀਡੇਟ ਦਿੱਤੇ ਆ, ਬਹੁਤ ਸਾਰੀਆਂ ਟਿੱਪਣੀਆਂ ਆਉਣੀਆਂ, ਇਹਨਾਂ ਨੂੰ ਕੋਈ ਜਾਣਦਾ ਨਹੀਂ। ਜੇ ਜਾਣਦਿਆਂ ਨੂੰ ਟਿਕਟਾਂ ਦਿੰਦੇ ਤਾਂ ਕਹਿਣਾ ਯਾਰ ਇਹ ਤਾਂ ਫਲਾਨੀ ਪਾਰਟੀ 'ਚ ਹੋ ਗਿਆ ਆ। ਹੁਣ ਜੇ ਨਹੀਂ ਜਾਣਦੇ, ਜਾਣੀ ਅਸੀਂ ਵੀ ਨਹੀਂ ਜਾਣਦੇ ਬਹੁਤਿਆਂ ਨੂੰ, ਪਰ ਜੇ ਤੁਸੀਂ ਜਾਣਦੇ ਹੋ, ਜੇ ਤੁਸੀਂ ਉਹਨਾਂ ਦੇ ਹਲਕਿਆਂ 'ਚੋਂ ਆ, ਜੇ ਉਹ ਬੰਦੇ ਬਦਨਾਮ ਨੇ,
ਜੇ ਉਹਨਾਂ ਨੇ ਕੋਈ ਮਾੜਾ ਚੰਗਾ ਕੰਮ ਕੀਤਾ, ਕੋਈ 2 ਨੰਬਰ ਦਾ ਕੰਮ ਕੀਤਾ ਤਾਂ ਟਿੱਪਣੀਆਂ ਕਰ ਦਿਓ। ਜੇ ਉਹਨਾਂ ਬੰਦਿਆਂ ਨੇ ਚੰਗਾ ਕੰਮ ਕੀਤਾ ਟਿੱਪਣੀਆਂ ਕਰ ਦਿਓ, ਕਿਉਂਕਿ ਸਾਨੂੰ ਵੀ ਤਾਂ ਤੁਹਾਡੇ ਤੋਂ ਹੀ ਪਤਾ ਲੱਗਣਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਕੋਈ ਵੀ ਸਿਆਸੀ ਧਿਰ ਪੰਜਾਬ ਦੀ, ਮੈਂ ਕਹਿੰਦਾ ਬੀਜੇਪੀ ਵਾਲੇ ਵੀ ਦੇਣ ਨਵਿਆਂ ਨੂੰ, ਕੈਪਟਨ ਸਾਹਿਬ ਦੇਣ ਨਵਿਆਂ ਨੂੰ, ਆਮ ਆਦਮੀ ਪਾਰਟੀ ਦੇ ਜਿੰਨੇ ਹਲਕੇ ਖਾਲੀ ਰਹਿੰਦੇ ਅਕਾਲੀ ਸਾਰੇ ਹੀ ਦੇ ਦੇਣ ਨਵਿਆਂ ਨੂੰ, ਕੋਈ ਬੰਦਾ ਇਹ ਥੋੜ੍ਹਾ ਕਹਿੰਦਾ ਨਾ ਦਿਓ, ਢੀਂਡਸਾ ਸਾਹਿਬ ਵੀ ਦੇਣ। ਹੁਣ ਉਹ ਸਾਰੇ ਬੰਦੇ ਨਵਿਆਂ ਨੂੰ ਜੇ ਟਿਕਟਾਂ ਦੇ ਦੇਣ, ਕੋਈ ਪੜ੍ਹੇ ਲਿਖੇ ਨੌਜਵਾਨ ਅਗਲੇ ਪਾਸੇ ਨੂੰ ਆਉਣ, ਰਵਾਇਤੀ ਪਰਿਵਾਰਵਾਦ ਦੀ ਰਾਜਨੀਤੀ ਮਾੜੀ ਮੋਟੀ ਕੋ ਟੁੱਟੇ। ਵੈਸੇ ਇੰਨੀ ਗੱਲ ਜ਼ਰੂਰ ਹੈ, ਐਵਰੇਜ ਮੰਨ ਕੇ ਮੈਂ ਚੱਲਦਾ ਕਿ ਜੇ ਵੱਡਾ ਸ਼ਹਿਰ ਨਾ ਹੋਵੇ ਤਾਂ 200 ਪਿੰਡ ਇੱਕ ਹਲਕੇ 'ਚ ਹੋਣਾ, ਦਿਨ 30 ਰਹਿੰਦੇ ਨੇ। ਇਹ ਸਾਰੇ ਉਮੀਦਵਾਰ ਸੰਯੁਕਤ ਸਮਾਜ ਮੋਰਚੇ ਦੇ ਜੇ ਇੱਕ ਦਿਨ ਦੇ ਵਿੱਚ 7 ਪਿੰਡਾਂ 'ਚ ਵੀ ਜਾਣ, ਜੇ ਇੱਕ ਪਿੰਡ ਦੇ ਵਿੱਚ 1 ਘੰਟਾ ਵੀ ਰਹਿਣ, ਤਾਂ ਇਹਦਾ ਮਤਲਬ ਹੈ ਕਿ ਦਿਹਾੜੀ 'ਚ 7 ਪਿੰਡ ਮਸਾਂ ਨਿਕਲਣੇ ਆ ਤੇ ਉਸ ਪਿੰਡ ਦੇ ਵਿੱਚ ਇਹਨਾਂ ਤੋਂ ਦੂਸਰੀ ਵਾਰੀ ਜਾਇਆ ਨਹੀਂ ਜਾਣਾ। ਤੇ ਜੇ ਕਿਸੇ ਪਿੰਡ ਦੇ ਵਿੱਚ 60 ਮਿੰਟ ਵੀ ਰਹਿੰਦੇ ਆ ਤੇ ਜੇ ਅੱਧਾ ਮਿੰਟ ਵੀ ਇੱਕ ਬੰਦੇ ਨੂੰ ਮਿਲਦੇ ਆ ਤੇ ਇੱਕ ਪਿੰਡ ਦੇ 120 ਬੰਦਿਆਂ ਤੋਂ ਵੱਧ ਨੂੰ ਨਹੀਂ ਮਿਲ ਸਕਦੇ। ਫਿਰ ਕਾਗਜ਼ ਦਾਖਲ ਵੀ ਕਰਨੇ ਜਾਣਾ ਹੈ, ਫਿਰ ਇੱਕ ਅੱਧੇ ਦਿਨ ਚੋਣ ਨਿਸ਼ਾਨ ਵੀ ਲੈਣ ਜਾਣਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲਹਿਰ ਦੇ ਉੱਤੇ ਨਿਰਭਰ ਕਰਨਗੇ, ਉਹ ਆਪਣੀ ਸ਼ਖਸੀਅਤ ਦੇ ਉੱਤੇ ਨਿਰਭਰ ਕਰਨਗੇ। ਤੇ ਸਭ ਤੋਂ ਵੱਡੀ ਗੱਲ ਕਿ ਸੰਯੁਕਤ ਸਮਾਜ ਮੋਰਚਾ ਮੈਨੀਫੈਸਟੋ ਕਿੱਦਾਂ ਦਾ ਦਿੰਦਾ ਹੈ, ਕਿ ਉਹ ਬਾਕੀਆਂ ਤੋਂ ਵੱਖਰਾ ਦਿੰਦਾ ਹੈ, ਲੀਹ ਤੇ ਦਿੰਦਾ ਹੈ, ਪੰਜਾਬ ਦੀ ਆਰਥਿਕਤਾ ਨੂੰ ਸਾਹਮਣੇ ਰੱਖ ਕੇ ਦਿੰਦਾ, ਇਕੱਲਾ ਵਾਅਦਾ ਕਰਦਾ ਜਾਂ ਉਸ ਵਾਅਦੇ ਨੂੰ ਪੂਰਾ ਕਰਨ ਦਾ ਰਸਤਾ ਵੀ ਦੱਸਦਾ ਹੈ। ਇਹਨਾਂ ਨੇ ਉੱਤੇ ਨਿਰਭਰ ਕਰਨਾ, ਕਿਉਂਕਿ ਨਵੇਂ ਨੇ, ਚੋਣ ਨਿਸ਼ਾਨ ਅਜੇ ਹੈ ਨਹੀਂ ਤੇ ਬਹੁਤੇ ਉਮੀਦਵਾਰ ਵੀ ਯੰਗ ਨੇ, ਨਵੇਂ ਨੇ। ਇੱਕ ਆਈਡੀਆ ਹੋਰ ਆ, ਦੇਖੋ ਇਹ ਬਾਕੀ ਦੇ ਵੋਟਾਂ ਪਾਉਣ ਵਾਲਿਆਂ ਤੇ ਡਿਪੈਂਡ ਕਰਦਾ ਵੀ ਉਹ ਕੀ ਸੋਚਦੇ। ਆਈਡੀਆ ਇਹ ਹੈ ਕਿ ਵੀ ਆਪਾਂ ਇਹ ਸੋਚਦੇ ਹੁੰਦੇ ਵੀ ਲੈ ਮੈਂ ਫਲਾਨੀ ਪਾਰਟੀ ਨੂੰ ਵੋਟ ਪਾਉਣੀ, ਮੈਂ ਨਾ ਵੀ ਪਾਰਟੀ ਆ ਜਾਵੇ ਹੀ ਨਾ ਬੰਦਾ, ਵੀ ਜਿਹਦੇ ਕੋਲੇ ਜਿਹਦੇ ਤੱਕ ਪਹੁੰਚ ਹੈ। ਮੰਨ ਲਓ ਇੱਕ ਬੰਦਾ ਵੋਟਰ ਹੈ, ਵੋਟਰ ਦੇ ਕੋਲ ਪਹੁੰਚ ਹੈ ਵੱਧ ਤੋਂ ਵੱਧ ਵੀ ਉਹਦਾ ਉਮੀਦਵਾਰ ਕਿਹੜਾ, ਉਹਦੇ ਹਲਕੇ ਜਿੱਥੇ ਉਹਦੀ ਵੋਟ ਹੈ, ਤੇ ਉਹ ਉਮੀਦਵਾਰ ਹੋ ਸਕਦਾ 4 ਹੋਣ, 10 ਹੋਣ, 15 ਹੋਣ, ਜਿੰਨੇ ਵੀ ਹੋਣ, ਉਹਨਾਂ ਚੋਂ ਜਿਹੜਾ ਬੰਦਾ ਉਹਨੂੰ ਸਹੀ ਲੱਗਦਾ, ਯਾਰ ਬੰਦਾ ਇਮਾਨਦਾਰ ਆ, ਸਹੀ ਆ, ਮੈਂ ਇਹਨੂੰ ਵੋਟ ਪਾਉਣੀ, ਉਹਨੂੰ ਜੇ ਵੋਟ ਪਾਈ ਜਾਵੇ। ਹੋ ਸਕਦਾ ਵੀ ਬਾਅਦ 'ਚ ਬੰਦਾ ਸੋਚੇ ਯਾਰ ਉਹਨੂੰ ਵੋਟ ਪਾਤੀ, ਉਹਨੇ ਕਿਹੜਾ ਜਿੱਤਣ ਹਾਰਨ ਦੀ ਤੇ ਗੱਲ ਹੀ ਨਹੀਂ ਗੀ ਜੀ। ਤੁਸੀਂ ਆਪਣੇ ਵੱਲੋਂ ਸਹੀ ਬੰਦੇ ਨੂੰ ਵੋਟ ਪਾਉਣੀ ਆ। ਹੋ ਸਕਦਾ ਹਰੇਕ ਬੰਦਾ ਜੇ ਆਪੋ ਆਪਣੇ ਵਾਲੇ ਪਾਸਿਓਂ ਸਹੀ ਬੰਦੇ ਨੂੰ ਵੋਟ ਪਾਵੇ, ਫਿਰ ਡਿਸੀਜਨ ਇਹ ਹੋਊਗਾ ਵੀ ਜਿਹੜੇ ਬੰਦੇ ਜਿੱਤਣਗੇ ਉਹ ਵਾਕਿਆ ਹੀ ਸਹੀ ਹੋਣਗੇ। ਦੂਜੀ ਗੱਲ, ਇਸ ਵਕਤ ਚਰਚਾ ਚੱਲਦੀ ਯਾਰ ਫਿਰ ਇੱਦਾਂ ਦੇ ਕਿਸੇ ਦੀ ਵੀ ਕੋਈ ਬਹੁਮਤ ਨਹੀਂ ਹੋਊਗਾ, ਤੇ ਜਿਹੜੀ ਕੜਮਾਸ 14 ਚੱਲਣ ਦੀ, ਇਹਦੇ 'ਚ ਕਿਹੜਾ ਕਲੀਅਰ ਕੱਟ ਬਹੁਮਤ ਕਿਸ ਨੂੰ ਮਿਲਣ ਡਿਆ। ਨਹੀਂ ਦੇਖੋ ਇੱਦਾਂ ਹੈਗੀ ਹੈ, ਜੇ 15 ਦਿਨ ਆਪਾਂ ਉਡੀਕ ਲੈਂਦੇ ਹਾਂ, ਹੁਣ ਇਹਨਾਂ ਕਹਿ ਦਈਏ ਕਿ ਭਾਈ ਬਹੁਮਤ ਨਹੀਂ ਮਿਲਣਾ। ਪਿਛਲੇ ਵਾਰ ਕਿਉਂ ਕਹਿੰਦਾ ਸੀ ਕਾਂਗਰਸ ਨੂੰ 77 ਸੀਟਾਂ ਆ ਜਾਣੀਆਂ, ਕੋਈ ਬੰਦਾ ਦਿੱਲੀ ਦੇ ਵਿੱਚ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਨੇ 3 ਵਾਰੀ ਸਰਕਾਰ ਬਣਾ ਜਾਣੀ, ਜਾਂ ਕੋਈ ਬੰਦਾ ਕਹਿੰਦਾ ਸੀ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਬਣ ਜਾਣਾ। ਗੱਲ ਤੁਹਾਡੀ 100% ਠੀਕ ਹੈ ਕਿ ਤੁਸੀਂ ਆਪਣੇ ਵੱਲੋਂ ਚੰਗੇ ਬੰਦੇ ਨੂੰ ਵੋਟ ਪਾ ਦਿਓ ਬਸ, ਤੇ ਚੰਗਾ ਸਵਾਲ ਪੁੱਛ ਲਓ, ਤੇ ਸ਼ਰਾਬ ਦੇ ਪੈਸੇ ਪਿੰਡ ਦੇ ਵਿੱਚ ਵੜਨ ਨਾ ਦਿਓ, ਤੁਹਾਡਾ ਕੰਮ ਖਤਮ ਹੈ, ਬਾਕੀਆਂ ਦਾ ਸ਼ੁਰੂ। ਨਹੀਂ ਵੜਨ ਦੇਣੀ ਇਹ ਚੀਜ਼ਾਂ ਦੋਵੇਂ ਪਿੰਡ 'ਚ, ਫਿਰ ਨਾ ਬਾਹੂ ਨਹੀਂ ਬਣ ਦੇਣੀ ਇਹ ਤਾਂ ਬਾਹੂ ਫਿਰ ਗੱਲ। ਚਲਿਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਠੀਕ ਹੈ। ਹੁਣ ਨਹੀਂ ਫਿਰ ਆਉਂਦੇ ਤੇ ਫਿਰ ਨਹੀਂ ਤੇ ਫਿਰ ਨਾ ਦੇਈਏ, ਫਿਰ ਹੁਣ ਫਿਰ ਕੱਲ੍ਹ ਨੂੰ ਫਿਰ ਮਿਲ ਲਵਾਂਗੇ। ਇਹਦੇ 'ਚ ਕਿਹੜੀ ਗੱਲ ਆ, ਮਤਲਬ ਨਹੀਂ ਤਾਂ ਮਤਲਬ ਵੀ ਟਾਈਮ ਕਹਿੰਦੇ ਨਹੀਂ ਹੈਗਾ ਔਰ ਤੁਹਾਡੇ ਕੋਲੇ ਹੁਣ ਪ੍ਰੋਗਰਾਮ ਖਤਮ ਕਰਨਾ। ਤੁਸੀਂ ਅੱਗੇ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਸ਼ੇਅਰ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਕੱਲ੍ਹ ਦੁਬਾਰਾ ਮਿਲਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।